जिमें कि तुहानूं अक्सर पता ही है कि हर संडे वाले दिन 4 वजे तो लैके 5 वजे तक मैं तुहाडी सेवा दे विच डॉक्टर निंदर रवि तुहाडी सेवा दे विच हाज़र हुन्ना। ये जिहड़ा प्रोग्राम है, इहदा नाम हैगा माइंड एंड बॉडी ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਵੀ ਡਾਊਟ ਹੋਵੇ, ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਕੋਈ ਵੀ ਤੁਹਾਡੀ ਦੁਬਿਧਾ ਹੋਵੇ, ਮੈਂ ਹਮੇਸ਼ਾ 2-3 ਗੱਲਾਂ ਕਹਿਣਾ ਹੁੰਨਾ ਵੀ ਕਦੇ ਵੀ ਨੰਬਰ 1 ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਕਿ ਉਹ ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰ ਹੋਵੇ, ਭੈਣ ਭਰਾ ਹੋਵੇ, ਰਿਸ਼ਤੇਦਾਰ ਹੋਵੇ, ਪਿੰਡ ਦਾ ਹੋਵੇ, ਅੱਗੇ ਦੋਸਤ ਹੋਵੇ, ਜੋ ਮਰਜ਼ੀ ਹੋਵੇ, ਕਰ ਦਿਓ ਸਾਈਨ। ਪਰ ਥੋੜ੍ਹਾ ਜਿਹਾ ਵੇਟ ਕਰ ਲਓ, 3-4 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਆਪਣੀ ਸਾਰੀ ਗੱਲਬਾਤ ਖੁੱਲ੍ਹ ਕੇ ਕਰੋ, ਕਮਿਸ਼ਨ ਦੇ ਬਾਰੇ ਕਰੋ, ਕਿੱਥੇ ਦਿਵਾਉਣਾ, ਕਿਵੇਂ ਕਰਨਾ, ਮੌਰਗੇਜ ਕੀ ਹੈ, ਜੋ ਵੀ ਤੁਹਾਡੇ ਦਿਲ ਦੇ ਵਿੱਚ ਸਵਾਲ ਆਉਂਦੇ ਨੇ ਉਹ ਪੁੱਛੋ ਅਤੇ ਦੇਖੋ ਵੀ ਬੰਦਾ ਕੌਣ ਕਲੀਅਰ ਜਵਾਬ ਦਿੰਦਾ। ਇਸੇ ਕਰਕੇ ਮੈਂ ਕਹਿਣਾ ਸਾਰਿਆਂ ਨੂੰ ਬੁਲਾਓ, ਇੱਕ ਮੇਰੇ ਕਹੇ 'ਤੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ। ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਤੁਹਾਡੀ ਆਤਮਾ ਕਹੇ, ਜੋ ਤੁਹਾਡੇ ਘਰ ਦੇ ਕਹਿਣ, ਉਹਨਾਂ ਨੂੰ ਤੁਸੀਂ ਜਿਹੜਾ ਉਹਨਾਂ ਨਾਲ ਡੀਲ ਕਰ ਲਓ। ਪਰ ਜੇ ਤੁਸੀਂ ਵਾਕਈ ਅਰਫਾ ਜੀ ਨੂੰ ਬੁਲਾਓਗੇ ਤਾਂ ਤੁਹਾਨੂੰ ਇੱਕ ਗੱਲ ਦਾ ਮੈਂ ਯਕੀਨ ਦਿਵਾਉਣਾ ਕਿ ਤੁਸੀਂ ਦੇਖੋਗੇ ਕਿ ਕਿੰਨਾ ਵੱਡਾ ਡਿਫਰੈਂਸ ਹੈ। ਕੋਈ ਹੇਰਾ ਫੇਰੀ ਦਿਮਾਗ 'ਚ ਨਹੀਂ, ਕੋਈ ਚਲਾਕੀ ਨਹੀਂ, ਕੋਈ ਚੁਸਤੀ ਨਹੀਂ। ਜਿਵੇਂ ਕਹਿੰਦੇ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਸੋ ਸੱਚੇ ਦਿਲੋਂ ਜਦੋਂ ਪਿਆਰ ਕਰਦੇ ਨੇ ਪਰਮਾਤਮਾ ਨਾਲ ਅਤੇ ਲੋਕਾਂ ਨਾਲ ਉਹਦੀ ਖਲਕਤ ਨਾਲ, ਫਿਰ ਕੋਈ ਪੈਸੇ ਦੀ ਕਮੀ ਨਹੀਂ ਰਹਿੰਦੀ। ਚਲਾਕੀਆਂ ਨਾਲ ਕਿੰਨੇ ਕੁ ਪੈਸੇ ਕਰ ਲਓਗੇ, ਬਿਮਾਰੀਆਂ ਆਉਂਦੀਆਂ, ਫਿਰ ਚੀਕਾਂ ਮਾਰਦੇ ਆ। ਸੋ ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ, ਕਿਉਂਕਿ ਮੈਂ ਉਹਨਾਂ ਨੂੰ ਡੀਲ ਕੀਤਾ 4-5 ਸਾਲ ਤੋਂ। ਉਹਨਾਂ ਦੇ ਉੱਤੇ ਕੋਈ ਮੌਲਾ ਦੀ ਇੰਨੀ ਕਿਰਪਾ ਹੈ, ਰਹਿਮਤ ਹੈ ਕਿ ਹੇਰਾ ਫੇਰੀ ਤਾਂ ਨੇੜੇ ਤੇੜੇ ਵੀ ਬੜੀ ਸਾਫ਼ ਸਪਸ਼ਟ ਹੈ। ਇੱਕ ਸਿੰਗਲ ਪੈਨੀ ਵੀ ਤੁਹਾਡੀ ਜੇਬ ਦੇ ਵਿੱਚੋਂ ਲੈ ਕੇ ਆਪਣੀ ਜੇਬ 'ਚ ਪਾਉਂਦੇ ਰਵਾਦਾਰ ਨਹੀਂ ਹੈ। ਸੋ ਇਸ ਕਰਕੇ ਮੈਂ ਕਹਿੰਦਾ ਤੁਸੀਂ ਅਰਫਾ ਜੀ ਨੂੰ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲਓ। 6478986245 ਉਹਨਾਂ ਦਾ ਨੰਬਰ ਹੈ। ਅਤੇ ਜੇ ਕਿਤੇ ਗਲਤੀ ਨਾਲ ਭੁੱਲ ਜਾਓ, ਨੰਬਰ ਅਕਸਰ ਭੁੱਲ ਜਾਂਦੇ ਆ, ਤਾਂ ਜਿਹੜੇ ਸਟੇਸ਼ਨ 'ਤੇ ਮੈਂ ਬੈਠਾ, ਰੇਡੀਓ ਸਟੇਸ਼ਨ ਦੇ 770 AM ਦੇ, ਇਹਦੇ ਸਟੂਡੀਓ ਦਾ ਨੰਬਰ ਹੈਗਾ 4166201778। ਕਿਸੇ ਦਾ ਮਰਜ਼ੀ ਪ੍ਰੋਗਰਾਮ ਹੋਵੇ ਤੁਸੀਂ ਫੋਨ ਕਰਕੇ ਸਟੂਡੀਓ 'ਤੇ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਆਪਣਾ ਮਾਈਂਡ ਐਂਡ ਬੋਡੀ, ਉਹ ਤੁਹਾਨੂੰ ਹਰ ਐਤਵਾਰ ਨੂੰ ਸੁਣਨ ਨੂੰ ਮਿਲਦਾ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਅੰਟੈਰੀਓ ਦੇ ਵਿੱਚ ਸਿਟੀ ਦੀਆਂ ਇਲੈਕਸ਼ਨ ਹੋਈਆਂ ਸੀ, ਲੋਕਲ ਇਲੈਕਸ਼ਨ ਹੋਈਆਂ ਸੀਗੀਆਂ। ਦੀਵਾਲੀ ਵਾਲੇ ਦਿਨ ਵੋਟਾਂ ਪਈਆਂ ਸੀਗੀਆਂ ਅਤੇ ਰਾਤ ਨੂੰ ਜਸ਼ਨ ਹੋ ਗਏ। ਕਈ ਭਰਾ ਜਿੱਤ ਵੀ ਗਏ ਨੇ ਅਤੇ ਕਈ ਹਾਰੇ ਵੀ ਨੇ। ਸਾਡੇ ਬਰੈਂਪਟਨ ਦੇ ਵਿੱਚ ਜਿਹੜੇ ਸੀਗੇ, ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਸੀ, ਪੈਟਰਿਕ ਬਰਾਊਨ, ਉਹ ਦੁਬਾਰਾ ਮੇਅਰ ਬਣ ਗਏ ਨੇ। ਇਸ ਤਰ੍ਹਾਂ ਹੀ ਹਰਕੀਰਤ ਸਿੰਘ ਸਾਡੇ ਰੇਡੀਓ ਸਟੇਸ਼ਨ 'ਤੇ ਅਕਸਰ ਆਉਂਦੇ ਨੇ, ਪੈਟਰਿਕ ਬਰਾਊਨ ਵੀ ਐਵਰੀ ਡੇ ਆਉਂਦੇ ਸੀਗੇ, ਉਹ ਵੀ ਜਿੱਤੇ ਨੇ। ਸਤਪਾਲ ਜੌਲ ਜੀ ਵੀ ਜਿੱਤੇ ਨੇ, ਅਤੇ ਨਾਲ ਹੀ ਜਿਹੜੇ ਸੀਗੇ ਆਪਣੇ ਗੁਰਪ੍ਰਤਾਪ ਸਿੰਘ ਜੀ ਤੂਰ, ਉਹ ਵੀ ਜਿੱਤੇ ਨੇ। ਅਤੇ ਆਪਣੇ ਜਿਹੜੇ ਨੇ ਗੁਰਪ੍ਰੀਤ ਸਿੰਘ, ਉਹ ਹਾਰ ਗਏ ਨੇ। ਸੋ ਸਾਰੇ ਜਿੱਤਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਟੇਸ਼ਨ ਦੇ ਵੱਲੋਂ। ਪਰ ਹਾਰਨ ਵਾਲਿਆਂ ਨੂੰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਆਪਣੇ ਦਿਲ ਦੀ ਗੱਲ, ਕਿ ਹਾਰ ਕੇ ਦਿਲ ਨਹੀਂ ਛੱਡੀਦਾ, ਕਿਸੇ ਨਾਲ ਗੁੱਸੇ ਗਿਲੇ ਨਹੀਂ ਕਰੀਦੇ। ਜੇ ਮੈਦਾਨ 'ਚ ਰਹਿਣਾ ਪੋਲੀਟੀਕਲ, ਤਾਂ ਤੁਸੀਂ ਲੋਕਾਂ ਨਾਲ ਕੰਟੀਨਿਊਸਲੀ ਉਦੋਂ ਵੀ ਜ਼ਿਆਦਾ ਪਿਆਰ ਦੇ ਨਾਲ ਥੈਂਕਸ ਕਰੋ, ਤਾਂ ਕਿ ਜਦੋਂ 4 ਸਾਲ ਨਿਕਲਦੇ ਕੋਈ ਟਾਈਮ ਨਹੀਂ ਲੱਗਦਾ। ਇਹ ਭੁਲੇਖੇ 'ਚ ਨਾ ਰਹੋ ਕਿ ਜਦੋਂ ਫਿਰ 4 ਸਾਲ ਨੇੜੇ ਜਿਹੇ ਆਉਂਦੇ ਨੇ ਫਿਰ ਖੜ੍ਹੇ ਹੋ ਜਾਂਦੇ ਆ, ਫਿਰ ਲੋਕਾਂ ਨੂੰ ਪਤਾ ਹੁੰਦਾ ਵੀ ਹੀ ਇਜ਼ ਥੈਂਕਲੈਸ, ਸ਼ੀ ਇਜ਼ ਥੈਂਕਲੈਸ। ਫਿਰ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ, ਐਵੇਂ ਗਿਣੀ ਜਾਂਦਾ ਪਿਛਲੀ ਵਾਰ ਮੈਨੂੰ ਵੋਟਾਂ ਪਾਈਆਂ ਸੀ। ਸੋ ਥੈਂਕਫੁਲ ਬਣੋ। ਅਤੇ ਦੂਜੇ ਪਾਸੇ ਮੈਂ ਜਿੱਤਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਦੋਂ ਤਾਂ ਤੁਸੀਂ ਬੜਾ ਫਟਾਫਟ ਫੋਨ ਚੱਕਦੇ ਸੀਗੇ, ਅਤੇ ਹੁਣ ਤੁਸੀਂ ਫੋਨ ਨਹੀਂ ਚੱਕਦੇ। 4 ਸਾਲ 40 ਸਾਲ ਨਹੀਂ, ਸਿਰਫ 4 ਸਾਲ ਨੇ। 4 ਸਾਲ ਬੜੀ ਛੇਤੀ ਨਿਕਲਦੇ ਨੇ ਕੈਨੇਡਾ ਦੇ ਵਿੱਚ। ਅਤੇ ਫਿਰ ਜਦੋਂ ਤੁਸੀਂ ਫਿਰ ਲੋਕਾਂ ਦੀਆਂ ਮਿੰਨਤਾਂ ਕਰੋਗੇ, ਚੰਗੇ ਬਣੋਗੇ, ਮੈਂ ਆਹ ਕੀਤਾ, ਬਹੁਤ ਕੀਤਾ, ਲੋਕਾਂ ਨੇ ਤਾਂ ਇਹ ਦੇਖਣਾ ਕਿ ਤੁਸੀਂ ਉਹਨਾਂ ਨਾਲ ਡੀਲ ਕੀ ਕੀਤੀ। 10-10 ਵਾਰੀ ਫੋਨ ਕਰਦੇ ਸੀਗੇ, ਤੁਹਾਨੂੰ ਟੈਕਸਟ ਮੈਸੇਜ ਭੇਜਦੇ ਸੀਗੇ, ਇਲੈਕਸ਼ਨ ਤੋਂ ਪਹਿਲਾਂ ਫਟਾਫਟ ਚੱਕਦੇ ਸੀਗੇ ਕਿ ਮੇਰਾ ਸੁਨੇਹਾ ਦੇ ਦਿਓ, ਫ੍ਰੀ ਫੰਡ ਦਾ ਕੰਮ। ਅਤੇ ਬਾਅਦ ਦੇ ਵਿੱਚ ਤੁਸੀਂ ਤੂੰ ਕੌਣ ਅਤੇ ਮੈਂ ਕੌਣ, ਕੋਈ ਖਾਸ ਗੱਲ ਨਹੀਂ। ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ, ਨੌਜਵਾਨਾਂ ਨੂੰ, ਕਿ ਫੋਨ ਹਮੇਸ਼ਾ ਜਿਹੜਾ ਬੰਦਾ ਕਰਦਾ ਕੋਈ ਸੋਚ ਕੇ ਕਰਦਾ। ਜਿਹੜੇ ਰਿਲੇਸ਼ਨ ਜਿਹਨੇ ਬੰਦੇ ਨੇ ਤੁਹਾਡੀ ਇਲੈਕਸ਼ਨ ਦੇ ਤੋਂ ਪਹਿਲਾਂ ਮਦਦ ਕੀਤੀ ਹੈ, ਉਹਨੂੰ ਤੁਸੀਂ ਬਾਅਦ 'ਚ ਝੂਠ ਫਰੇਬ ਨਾ ਮਾਰੋ, ਬਹਾਨੇ ਨਾ ਮਾਰੋ, ਸਗੋਂ ਫੋਨ ਚੱਕੋ। ਇਹ ਤੁਹਾਡੇ ਆਉਣ ਵਾਲੇ 4 ਸਾਲਾਂ ਦੇ ਲਈ ਮੈਂ ਇੱਕ ਜਾਤੀ ਤੌਰ 'ਤੇ, ਤਜਰਬੇ ਤੌਰ 'ਤੇ ਗੱਲ ਕਰਦਾ। ਜੇ ਸਾਡੇ ਪੈਟਰਿਕ ਬਰਾਊਨ ਜਿੱਤੇ ਨੇ, ਜੇ ਹੁਣ ਉਹ ਫੋਨ ਹੀ ਨਾ ਚੱਕਣ, ਉਦੋਂ ਜਦੋਂ ਫੋਨ 'ਤੇ ਰੇਡੀਓ ਤੋਂ ਨਾ ਅਸੀਂ ਬੜਾ ਫਟਾਫਟ ਫੋਨ ਚੱਕਦੇ ਸੀ, ਗੱਲਬਾਤ ਕਰਦੇ ਸੀ। ਅਤੇ ਜੇ ਨਾ ਚੱਕਣ ਨਾ ਸੀ, ਜੇ ਸਪੋਰਟਰ ਨਾਰਾਜ਼ ਹੋ ਗਿਆ ਨਾ, ਅਤੇ ਸਪੋਰਟਰ ਹੀ ਹੁੰਦਾ ਤੁਹਾਨੂੰ ਅੱਗੇ ਲਿਜਾਣ ਵਾਲਾ, ਕਿਉਂਕਿ ਉਹਨੇ ਫਿਰ 50 ਥਾਂ 'ਤੇ ਗੱਲਾਂ ਕਰਨੀਆਂ ਨੇ।
ਸੋ ਇਸ ਕਰਕੇ ਜਿੱਤਣ ਤੇ ਹਾਰਨ ਵਾਲੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਸਾਫ਼ ਸੁਥਰੇ ਹੋ ਕੇ ਫਿਊਚਰ ਦੇ ਲਈ ਸੋਚੋ। 4 ਸਾਲ ਬੜੀ ਛੇਤੀ ਆ ਜਾਂਦੇ ਨੇ। ਜੇ ਤੁਸੀਂ ਅਗਲੀ ਸਟੈਪ ਤੇ ਜਾਣਾ ਤਾਂ ਉਹਦੇ ਲਈ ਤੁਸੀਂ ਇਮਾਨਦਾਰੀ ਨਾਲ ਫੋਨ ਦੇ ਉੱਤੇ ਪੂਰਾ ਰਿਸਪੌਂਸ ਦਿਓ। ਮੈਨੂੰ ਯਾਦ ਹੈ ਕਿ ਮੈਂ ਹਰਕੀਰਤ ਸਿੰਘ ਨਾਲ ਸਵੇਰੇ ਗੱਲ ਕੀਤੀ, ਉਹਨਾਂ ਨੇ ਮੈਸੇਜ ਭੇਜਿਆ, ਉਹਨਾਂ ਦਾ ਵਿਦਨ 5 ਮਿੰਟ ਜਿਹੜੀ ਮੈਂ ਗੱਲ ਕਹਿੰਦਾ ਸੀ ਜਵਾਬ ਆਇਆ ਕਿ ਭਾਜੀ ਮੈਂ ਤਾਂ ਇਟਲੀ ਦੇ ਵਿੱਚ ਹਾਂ, ਮੈਂ 7 ਤਰੀਕ ਨੂੰ ਆਉਣਾ, 7 ਤਰੀਕ ਨੂੰ ਮੈਂ ਤੁਹਾਨੂੰ ਰੇਡੀਓ ਸਟੇਸ਼ਨ ਤੇ ਆਊਂਗਾ। ਇਹ ਹੁੰਦਾ ਜਵਾਬ। ਤੇ 1-2 ਭਰਾਵਾਂ ਨੂੰ ਹੋਰ ਕੀਤਾ, ਉਹਨਾਂ ਨੇ ਪਹਿਲਾਂ ਇਲੈਕਸ਼ਨ ਦੇ ਟਾਈਮ ਤੇ ਬੜੀ ਛੇਤੀ ਫੋਨ ਚੱਕਦੇ ਸੀ ਕਿਉਂਕਿ ਫ੍ਰੀ ਦੀ ਐਡਵਰਟਾਈਜ਼ਮੈਂਟ ਕਰਨੀ ਸੀ। ਹੁਣ ਜਿੱਤ ਗਏ ਤੇ ਕਹਿੰਦੇ ਗੱਲ ਹੀ ਕੋਈ ਨਹੀਂ, ਯਾਨੀ ਜੀ ਕੋਈ ਨਾ ਟੈਕਸਟ ਮੈਸੇਜ ਦਾ ਜਵਾਬ ਨਾ ਫੋਨ ਦਾ, ਤੇ ਫਿਰ ਲੋਕਾਂ ਦੇ ਕੰਮ ਕਿਵੇਂ ਕਰਨਗੇ। ਸੋ ਉਹਨਾਂ ਨੂੰ ਮੈਂ ਇੱਕ ਫ੍ਰੀ ਦੀ ਐਡਵਾਈਸ ਦਿੰਦਾ ਕਿ ਇਹ ਗਲਤੀ ਨਾ ਕਰਿਓ ਕਿਤੇ, ਕਿਉਂਕਿ ਸਮਾਂ ਇਹ ਨਾ ਸੋਚੋ ਵੀ ਮੈਂ 40 ਸਾਲ ਦੀ ਹਾਂ, 4 ਸਾਲ ਦਾ ਫਟਾਫਟ ਹੀ ਆ ਜਾਂਦੇ ਨੇ ਇੱਥੇ। ਸੋ ਇਸ ਕਰਕੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਵਧਾਈਆਂ, ਤੇ ਜਿਹੜੇ ਹਾਰੇ ਨੇ ਉਹ ਮਿਹਨਤ ਕਰਨ, ਆਪਣੀਆਂ ਖਾਮੀਆਂ ਦੇਖਣ, ਦੂਜਿਆਂ ਤੇ ਇਲਜ਼ਾਮ ਨਾ ਲਗਾਉਣ, ਆਪਣੇ ਅੰਦਰ ਝਾਤੀ ਮਾਰੋ। ਨੋ ਥਾਈ ਸੈਲਫ, ਆਪਣੇ ਅੰਦਰ ਦੇਖੋ ਮੇਰੇ 'ਚ ਕੀ ਕਮੀ ਹੈ, ਕਿਉਂ ਮੈਂ 200 ਵੋਟਾਂ ਤੇ ਹਾਰ ਗਿਆ, 400 ਵੋਟਾਂ ਤੇ ਹਾਰ ਗਿਆ। ਜੇ ਮਿਹਨਤ ਕਰਦਾ ਕੋਈ ਐਡੀ ਗੱਲ ਨਹੀਂ ਸੀ, ਹਾਰਨ ਦਾ ਮਤਲਬ ਨਹੀਂ ਸੀਗੀ, ਪਰ ਕਿਉਂਕਿ ਸਾਨੂੰ ਉਹ ਪਰਮਾਤਮਾ ਨੂੰ ਮਨਜ਼ੂਰ ਸੀ, ਇਸ ਕਰਕੇ ਸਾਨੂੰ ਹਾਰਨਾ ਹੀ ਹਾਰਨਾ ਸੀ। ਦੂਜੀ ਗੱਲ ਸਾਡੀਆਂ ਆਪਣੀਆਂ ਕੁਝ ਕਮੀਆਂ ਸੀਗੀਆਂ। ਸੋ ਕਮੀਆਂ ਦੀ ਪੜਚੋਲ ਕਰੋ ਤੇ ਪਛਤਾਤਾਪ ਕਰੋ, ਅੱਗੇ ਤੋਂ ਨਾ ਕਰੋ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਵੇ। ਦੂਸਰੀ ਗੱਲ, ਪਿਛਲੇ ਹਫ਼ਤੇ ਆਪਣੀ ਜਿਸ ਦਿਨ ਵੋਟਾਂ ਪਈਆਂ ਸੀ, ਦੀਵਾਲੀ ਸੀ, ਬੰਦੀ ਛੋੜ ਦਿਵਸ ਸੀਗੀ, ਉਸ ਦਿਨ ਕਿਉਂਕਿ ਮੰਡੇ ਸੀ ਆਪਣੀ ਗੱਲਬਾਤ ਨਹੀਂ ਹੋਈ। ਸੋ ਅੱਜ ਕਿਉਂਕਿ ਦੀਵਾਲੀ ਨਿਕਲ ਗਈ ਹੈ, ਬੰਦੀ ਛੋੜ ਦਿਵਸ ਨਿਕਲ ਗਿਆ। ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਤੇ ਰੇਡੀਓ ਸਟੇਸ਼ਨ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ 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 ਮੁਬਾਰਕਾਂ। ਮੈਨੂੰ ਪਤਾ ਤੁਸੀਂ ਦੱਬ ਕੇ ਮਠਿਆਈਆਂ ਵੀ ਖਾਧੀਆਂ ਹੋਣਗੀਆਂ, ਚਾਹੇ ਸ਼ੂਗਰ ਦੇ ਪੇਸ਼ੈਂਟ ਹੋ, ਤੇ ਦੱਬ ਕੇ ਪੜਾਕੇ ਵੀ ਚਲਾਏ ਹੋਣਗੇ। ਤੇ ਤੀਸਰੀ ਗੱਲ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਸਾਡੇ ਜਿਹੜੇ ਵੀ ਭੈਣ ਭਰਾ ਜਿੱਤੇ ਨੇ, ਜੇ ਕੋਈ ਰੇਡੀਓ ਸਟੇਸ਼ਨ ਤੇ ਆ ਕੇ ਸੰਗਤ ਦਾ, ਆਡੀਅנס ਦਾ ਥੈਂਕਸ ਕਰਨਾ ਚਾਹੁਣ, ਦੇ ਆਰ ਮੋਰ ਦੈਨ ਵੈਲਕਮ, ਕਰਨਾ ਵੀ ਚਾਹੀਦਾ ਉਹਨਾਂ ਨੂੰ। ਜਿੱਤਣ ਵੇਲੇ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਆਪਾਂ 10-10 ਵਾਰੀ ਜਾਂਦੇ ਹਾਂ, ਉਦੋਂ ਹੱਥ ਜੋੜਦੇ ਹਾਂ, ਤੇ ਜੇ ਹੁਣ ਜਿੱਤ ਗਏ ਤੇ ਹੁਣ ਵੀ ਸਾਨੂੰ ਸਮਾਂ ਕੱਢ ਕੇ ਆਡੀਅנס ਦਾ ਥੈਂਕਸ ਕਰਨਾ ਚਾਹੀਦਾ। ਤੁਸੀਂ ਦੇਖ ਲਓ, ਛੋਟਾ ਜਿਹੜਾ ਬੂਟਾ ਲਾਉਣਾ ਬੀਜ, ਇਹ ਫਿਰ 4 ਸਾਲਾਂ ਨੂੰ ਵਧੀਆ ਬਣ ਕੇ ਉੱਗਦਾ। ਸੋ ਇਸ ਤੋਂ ਇਲਾਵਾ ਸਾਡੇ ਨਾਲ ਜੇ ਕੋਈ ਲਾਈਨ ਤੇ ਆਉਣਗੇ ਠੀਕ ਹੈ, ਤੇ ਉਹਨਾਂ ਚਿਰ ਅਸੀਂ ਇੱਕ ਗਾਣਾ ਸੁਣ ਲਈਏ ਜੀ। ਸੋ ਗਾਣੇ ਦਾ ਪਰਪਸ ਇਹੀ ਹੈ ਕਿ ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਕਿ ਜਿਹੜੇ ਬੰਦੇ ਹੱਸਦੇ ਖੇਡਦੇ ਨੇ ਪਤਾ ਨਹੀਂ ਲੱਗਦਾ ਕਦੋਂ ਇੱਕ ਦਿਨ 1 ਮਿੰਟ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਕੁਝ ਵੀ ਪਰ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਮੈਨੂੰ ਯਾਦ ਹੈ ਕਿ ਲੁਧਿਆਣੇ ਦੇ ਵਿੱਚ ਸ਼ੀਤਲ ਬਾਂਸਲ ਸਾਡੇ ਰਿਲੇਟਿਵ ਵੀ ਨੇ, ਬੜੇ ਹੱਸਦੇ ਖੇਡਦੇ ਨੇ, ਬੜੇ ਮਜ਼ਾਕੀਆ ਸੁਭਾਅ ਦੇ ਨੇ। ਸੰਡੇ ਵਾਲੇ ਦਿਨ ਦੀ ਗੱਲ, ਅੱਜ ਸੰਡੇ ਇੱਥੇ ਹੈ, ਕੱਲ ਇੰਡੀਆ ਸੰਡੇ ਸੀਗਾ ਮਾਰਨਿੰਗ, ਉਹ ਸਤਸੰਗ ਜਾਣ ਦੀ ਤਿਆਰੀ ਕਰ ਰਹੇ ਨੇ, ਅਚਾਨਕ ਦਰਦ ਹੋਇਆ, ਹਾਰਟ ਅਟੈਕ ਹੋ ਗਿਆ, ਤੇ ਬਸ ਉੱਥੋਂ ਹੀ ਘਰੋਂ ਹਸਪਤਾਲ ਲੈ ਗਏ, ਹਸਪਤਾਲ ਜੀ ਪੂਰੇ ਹੋ ਗਏ, ਤੇ ਸ਼ਾਮ ਨੂੰ ਫਿਊਨਰਲ ਵੀ ਹੋ ਗਿਆ। ਇਹੀ ਸਾਡੀ ਔਕਾਤ ਹੈ। ਸੋ ਇਸ ਕਰਕੇ ਨਾ ਉਹਨਾਂ ਦਾ ਅੱਜ ਸਰੀਰ ਹੈ ਤੇ ਨਾ ਉਹ ਕੁਛ ਨੇ, ਸਗੋਂ ਜੇ ਕੁਛ ਹੈਗਾ ਤਾਂ ਉਹਨਾਂ ਦੇ ਚੰਗੇ ਜਾਂ ਬੁਰੇ ਕੀਤੇ ਹੋਏ ਕਰਮ ਲੋਕ ਯਾਦ ਰੱਖਣਗੇ। ਸੋ ਹਮੇਸ਼ਾ ਮੈਂ ਇਹੀ ਗੱਲ ਕਹਿਣਾ ਕਿ ਯਾਦ ਰੱਖਿਆ ਕਰੋ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ 10 ਵਾਰੀ ਸੋਚੋ ਵੀ ਲੋਕਾਂ ਕੋਲੇ ਤੁਹਾਡੀਆਂ ਜਿਹੜੇ ਵਿਵਹਾਰ ਨੇ, ਜਿਹੜਾ ਤੁਹਾਡਾ ਕਰੈਕਟਰ ਹੈ, ਜਿਹੜਾ ਤੁਹਾਡਾ ਵਤੀਰਾ ਹੈ, ਜਿਹੜੀ ਤੁਹਾਡੀ ਗੱਲਬਾਤ ਕਰਨ ਦਾ ਸਲੀਕਾ, ਉਹੀ ਰਹਿਣਾ। ਠੱਗੀਆਂ ਠੋਰੀਆਂ, ਪੈਸੇ ਪੂਸੇ ਸਭ ਇੱਥੇ ਰਹਿੰਦੇ ਨੇ। ਉਹ ਦੇਖੋ ਲੁਧਿਆਣੇ ਦੇ ਲੁਧਿਆਣੇ, ਉੱਥੇ ਹੀ ਕੋਠੀ ਪਈ ਹੈ, ਉੱਥੇ ਹੀ ਉਹ ਪਏ ਨੇ, ਜੇ ਗਿਆ ਸਰੀਰ ਤੇ ਉਹ ਮਿੱਟੀ ਬਣਿਆ ਵਾ, ਅੱਜ ਕੁਛ ਨਹੀਂ ਹੈ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿੰਨਾ ਮਰਜ਼ੀ ਦੁਨੀਆ 'ਚ ਤੁਸੀਂ ਹੋਵੋ, ਪਰ ਥੋੜ੍ਹਾ ਜਿਹਾ ਸਮਾਂ ਇਮਾਨਦਾਰੀ ਦੇ ਨਾਲ, ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ, ਵਾਹਿਗੁਰੂ ਦੇ ਨਾਲ ਸਪੈਂਡ ਕਰੋ, ਕਿਉਂਕਿ ਉਹੀ ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ। ਉਹੀ ਸਾਡੇ ਨਾਲ ਜਾਣਾ। ਸਰੀਰ ਵੀ ਇੱਥੇ ਰਹਿ ਗਿਆ ਤੇ ਕੰਮਕਾਜ ਵੀ, ਜਾਇਦਾਦਾਂ ਵੀ ਇੱਥੇ ਰਹਿ ਗਈਆਂ, ਤੇ ਨਾਲ ਤਾਂ ਉਹੀ ਗਏ ਜਿਹੜੇ ਚੰਗੇ ਕੰਮ ਕੀਤੇ ਨੇ ਤੁਸੀਂ, ਉਹੀ ਧਰਮਰਾਜ ਦੇ ਦਰਬਾਰ ਦੇ ਵਿੱਚ, ਅੱਲਾ ਦੀ ਦਰਗਾਹ ਦੇ ਵਿੱਚ ਮਨਜ਼ੂਰ ਹੋਣੇ ਨੇ। ਸੋ ਸੁਣੋ ਇੱਕ ਗਾਣਾ, ਇੱਕ ਦਿਨ ਵਿਕ ਜਾਏਗਾ, ਇਸੇ ਕਰਕੇ ਤੇ ਮੇਰੇ ਵੱਲੋਂ ਉਸ ਵਿਛੜੇ ਪਰਿਵਾਰ ਨੂੰ ਸ਼ਰਧਾਂਜਲੀ ਕਿ ਪ੍ਰਮਾਤਮਾ ਕਰੇ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜ਼ ਬਖਸ਼ੇ। ਬੜੇ ਵਧੀਆ ਹੱਸਮੁਖ ਖੇਡਣ ਦੇ ਸੀ, ਮਜ਼ਾਕੀਆ ਢੰਗ ਦੇ ਸੀ, ਬਿਲਕੁਲ ਲਾਸਟ ਮੂਮੈਂਟ ਤੱਕ ਹੱਸਦੇ ਖੇਡਦੇ ਗਏ ਨੇ। ਅਜਿਹੀ ਮੌਤ ਵੀ ਕਿਸੇ ਕਰਮ ਵਾਲੇ ਨੂੰ ਨਸੀਬ ਹੁੰਦੀ ਹੈ। ਸੋ ਸੁਣੋ ਇੱਕ ਗਾਣਾ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ ਕਿ ਜਿਹੜੇ ਵੀ ਜਿੱਤਣ ਵਾਲੇ ਸੱਜਣ ਨੇ ਸਿਟੀ ਇਲੈਕਸ਼ਨ ਦੇ ਵਿੱਚ, ਉਹ ਆ ਕੇ ਰੇਡੀਓ ਤੇ ਜੇ ਚਾਹਣ ਤੇ ਉਹ ਧੰਨਵਾਦ ਕਰਨ, ਤੇ ਜਿਹੜੇ ਹਾਰੇ ਨੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਧੰਨਵਾਦ ਕਰਨਾ ਚਾਹੀਦਾ, ਕਿਉਂਕਿ 4 ਸਾਲ ਮੈਂ ਕਹਿੰਦਾ 4 ਦਿਨਾਂ ਬਾਅਦ ਗਏ ਨੇ ਕੈਨੇਡਾ 'ਚ। ਜਿਹੜੇ ਸਾਡੇ ਨਾਲ ਸਤਪਾਲ ਜੌਲ ਜੀ ਹੁਣ ਲਾਈਨ ਤੇ ਨੇ, ਤੁਸੀਂ ਦੇਖੋ 3-4 ਇਲੈਕਸ਼ਨਾਂ ਹਾਰੇ, ਇਹਨਾਂ ਨੇ ਕਦੇ ਦਿਲ ਨਹੀਂ ਥੋੜ੍ਹਾ ਕੀਤਾ, ਹਾਰਨ ਤੋਂ ਬਾਅਦ ਹੋਰ ਵੀ ਜ਼ਿਆਦਾ ਐਕਟਿਵ ਹੋਏ। ਤੇ ਇਹੀ ਕਾਰਨ ਹੈ ਕਿ ਉਹਨਾਂ ਦੇ ਐਕਟਿਵ ਹੋਣ ਨਾਲ, ਆਪਣਾਪਨ, ਲੋਕਾਂ ਨਾਲ ਲਗਾਓ ਬਣਾਉਣ ਦੇ ਨਾਲ, ਸਿੰਸੈਰਿਟੀ ਦਿਖਾਉਣ ਦੇ ਕਰਕੇ ਜਿਹੜੀਆਂ ਇਸ ਵਾਰੀ ਵੋਟਾਂ ਇਹਨਾਂ ਦੇ ਹੱਕ 'ਚ ਪਈਆਂ, ਤੇ ਸਕੂਲ ਟਰਸਟੀ ਦੇ ਕੌਂਸਲਰ ਜਿਹੜੇ ਨੇ, ਸਕੂਲ ਟਰਸਟੀ ਬੋਰਡ ਦੇ ਇਹ ਮੈਂਬਰ ਬਣੇ ਨੇ। ਹਾਂਜੀ, ਸੋ ਇਸ ਕਰਕੇ ਮੈਂ ਗੱਲ ਕਰਨਾ, ਦੇਖੋ ਤੁਸੀਂ ਜਿਸ ਦਿਨ ਬਣ ਗਏ ਉਸ ਤੋਂ ਬਾਅਦ ਵੀ ਇਹ ਕੰਟੀਨਿਊਸਲੀ ਐਕਟਿਵ ਨੇ।
ਜਦੋਂ ਕਿ ਅਚਾਨਕ ਨਹੀਂ ਤਾਂ ਹੁਣ ਬੰਦਾ ਕਹਿੰਦਾ ਛੱਡ ਯਾਰ ਜਿੱਤਾ ਗਏ, ਹੁਣ ਦੇਖੀ ਜਦੋਂ 3 ਸਾਲ ਪੂਰੇ ਹੋਣਗੇ ਉਦੋਂ ਰੇਡੀਓ ਤੇ ਚੱਲਾਂਗੇ। ਇਹ ਬੰਦੇ ਦੀਆਂ ਖਾਸੀਅਤ ਆਉਂਦੀਆਂ। ਇਸੇ ਕਰਕੇ ਮੈਂ ਕਿਹਾ ਚਾਹੇ ਜਿੱਤਣ ਵਾਲੇ ਨੇ ਚਾਹੇ ਹਾਰਨ ਵਾਲੇ ਨੇ, ਜਿੱਤਣ ਵਾਲਿਆਂ ਦੇ ਵਿੱਚ ਈਗੋ ਨਹੀਂ ਆਉਣੀ ਚਾਹੀਦੀ, ਲੱਤਾਂ ਜ਼ਮੀਨ ਤੇ ਹੀ ਰਹਿਣੀਆਂ ਚਾਹੀਦੀਆਂ, ਸਿਰ ਨੀਵਾਂ ਹੋਣਾ ਚਾਹੀਦਾ। ਜਦੋਂ ਆਕੜ ਗਿਆ ਬੰਦਾ ਛੇਕੀ ਮਾਰੀ ਤੇ ਬੰਦਾ ਫਿਰ ਤੁਹਾਨੂੰ ਪਤਾ ਲੱਗਦਾ ਫਿਰ ਜਦੋਂ ਹਾਰਦਾ ਨਾ ਕਿੰਨੀ ਬੇਇੱਜ਼ਤੀ ਹੁੰਦੀ ਹੈ। ਸੋ ਜੇ ਆਪਣੀ ਇੱਜ਼ਤ ਕਾਇਮ ਰੱਖਣੀ ਆਪਣੀ ਹਲੀਮੀ ਚ ਰਹੋ, ਚਾਹੇ ਉਹ ਕੌਂਸਲਰ ਹੈ ਚਾਹੇ ਰੀਜਨਲ ਕੌਂਸਲਰ ਚਾਹੇ ਮੇਅਰ ਹੈ, ਮੇਰਾ ਮੇਅਰ ਨੂੰ ਵੀ ਸੇਮ ਹੈ, ਚਾਹੇ ਕੋਈ MP ਹੈ MPP ਹੈ, ਜਿੰਨਾ ਚਿਰ ਤੱਕ ਤੁਹਾਡੀ ਕਹਿਣੀ ਤੇ ਕਰਨੀ ਇੱਕੋ ਜਿਹੀ ਨਹੀਂ। ਜਦੋਂ ਤੁਸੀਂ ਵੋਟਾਂ ਲੈਣੀਆਂ ਆਉਂਦੀਆਂ ਉਦੋਂ ਤਾਂ ਗੇੜੇ ਮਾਰਦੇ ਹੋ, ਬੋਰਡ ਵੀ ਆਪ ਲਾਉਣੇ, ਹੱਥ ਵੀ ਜੋੜਦੇ ਹੋ, ਰੇਡੀਓ ਸਟੇਸ਼ਨ ਤੇ ਵੀ ਆਉਂਦੇ ਹੋ, ਤੇ ਜਦੋਂ ਤੁਸੀਂ ਕਿਤੇ ਗਲਤੀ ਨਾਲ ਜਿੱਤ ਜਾਂਦੇ ਹੋ ਤੁਸੀਂ ਸੋਚਦੇ ਹੋ ਅਸੀਂ 40 ਸਾਲਾਂ ਲਈ ਜਿੱਤ ਗਏ ਤਾਂ ਟਾਈਮ ਛੇਤੀ ਨਿਕਲ ਜਾਣਾ। ਸੋ ਇਸ ਕਰਕੇ ਪਬਲਿਕ ਦੇ ਵਿੱਚ ਹਲੀਮੀ ਚ ਰਹੋ, ਨਿਮਰਤਾ ਹੀ ਰਹੋ। ਜਿਹੜੇ ਫਲ ਲੱਗ ਜਾਂਦੇ ਨੇ ਬੇਰੀ ਉਹ ਝੁਕਦੀ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਸਤਪਾਲ ਜੀ ਨੇ ਪਿਛਲੇ ਕਿੰਨੇ ਸਾਲਾਂ ਦਾ ਉਹਨਾਂ ਦਾ ਰਿਕਾਰਡ ਹੈ, ਝੁਕੇ ਹੋਏ ਨੇ, ਜਿੱਤੇ ਨੇ, ਉਸੇ ਤਰ੍ਹਾਂ ਹੀ ਲੋਕਾਂ ਦੀ ਜਿਹੜੀ ਸੇਵਾ ਕਰਨ ਦੇ ਲਈ ਹਰ ਵਾਰ ਤਿਆਰ ਰਹਿੰਦੇ ਨੇ ਤੇ ਤਿਆਰ ਨੇ, ਤੇ ਹੁਣ ਉਹ ਮੇਰੀ ਲਾਈਨ ਤੇ ਨੇ। ਸੋ ਲੈਟ ਮੀ ਵੈਲਕਮ ਜੋਲ ਸਾਹਿਬ, ਵੈਲਕਮ ਟੂ ਦਾ ਸ਼ੋ। ਹਾਂਜੀ, ਨਹੀਂ ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ। ਰੇਡੀਓ ਸਟੇਸ਼ਨ 770 ਦਾ ਅਸੀਂ ਆਰਫਾ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ, ਐਡਾ ਵੱਡਾ ਸਹਿਯੋਗ ਦਿੱਤਾ। ਔਰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਡਾਕਟਰ ਸਾਹਿਬ, ਤੁਸੀਂ ਤਾਂ ਬਹੁਤ ਪੁਰਾਣੇ ਸਮੇਂ ਤੋਂ ਵਾਚ ਕਰਦੇ ਆ ਰਹੇ ਹੋ ਕਮਿਊਨਿਟੀ ਨੂੰ ਕਿ ਵੀ ਇਹ ਜਿਹੜਾ ਖਿਡਾਰੀ ਆ ਨਾ ਜੀ ਖੇਡਣ ਜਾਂਦਾ ਹੈ ਤੇ ਉਹ ਜਿੱਤ ਵੀ ਸਕਦਾ ਤੇ ਹਾਰ ਵੀ ਸਕਦਾ ਹੈ, ਪਰ ਮੈਟਰ ਕਰਦਾ ਵੀ ਪਰਫਾਰਮ ਕਿੱਦਾਂ ਕਰਕੇ ਆਇਆ, ਜਿੱਤ ਕੇ ਆ ਕੇ ਆਇਆ ਗੱਲ ਵੱਖਰੀ ਹੈ, ਪਰ ਪਰਫਾਰਮ ਕਿੱਦਾਂ ਕਰਕੇ ਆਇਆ। ਸੋ ਇਸ ਕਰਕੇ ਇਹ ਹੈ ਜੀ ਵੀ ਸਾਡੀ ਕੋਸ਼ਿਸ਼ ਹੁੰਦੀ ਸੀਗੀ ਵੀ ਅਸੀਂ ਕਾਮਯਾਬ ਹੋਈਏ ਨਾ ਕਾਮਯਾਬ ਹੋਈਏ, ਪਰ ਸਾਡਾ ਮਕਸਦ ਜੀਵਨ ਜਿਹੜਾ ਉਹ ਇਹ ਹੈ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਉਹਨਾਂ ਦਾ ਜੀਵਨ ਆਸਾਨ ਕਰਨਾ ਹੈ। ਉਹ ਅਸੀਂ ਬਿਨਾਂ ਕੁਰਸੀ ਤੋਂ ਵੀ ਕਰੀ ਜਾਂਦੇ ਰਹੇ ਹਾਂ ਜੀ, ਤੇ ਲੱਗਦਾ ਵੀ ਉਹ ਸਾਡਾ ਜਿਹੜੇ ਪਰਫਾਰਮੈਂਸ ਸੀਗੀ ਉਹਨੂੰ ਦੇਖ ਕੇ ਕਮਿਊਨਿਟੀ ਨੂੰ ਲੱਗਿਆ ਹੈ ਕਿ ਵਾਕਈ ਸਾਨੂੰ ਕੋਈ ਹੋਰ ਜਿਹੜਾ ਜੀ ਮਹੱਤਵਪੂਰਨ ਜਗ੍ਹਾ ਤੇ ਜਾਣਾ ਚਾਹੀਦਾ। ਤਾਂ ਇਸ ਲਈ ਜਿਹੜੀ ਕਾਮਯਾਬੀ ਬਖਸ਼ਿਸ਼ ਕੀਤੀ ਹੈ, ਐਡਾ ਵੱਡਾ ਭਰੋਸਾ ਕਮਿਊਨਿਟੀ ਨੇ ਸਾਡੇ 'ਚ ਪ੍ਰਗਟ ਕੀਤਾ ਹੈ, ਇਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਜੀ ਸਮੁੱਚੀ ਕਮਿਊਨਿਟੀ ਦਾ, ਭੈਣ ਭਰਾਵਾਂ ਦਾ ਜੀ। ਹਾਂਜੀ, ਤੇ ਜੋਲ ਸਾਹਿਬ ਮੇਰਾ ਕੁਐਸਚਨ ਸੀਗਾ, ਇਫ ਆਈ ਐਮ ਰੋਂਗ ਜਸਟ ਕਰੈਕਟ ਮੀ ਈਵਨ ਔਨ ਦਾ ਏਅਰ, ਕਿ ਮੈਂ ਕਹਿੰਦਾ ਵੀ ਜਿਹੜੇ ਬੰਦੇ ਹਾਰ ਗਏ ਹਾਂਜੀ ਉਹ ਆਪਣੇ ਆਪ ਨੂੰ ਸਵੈ ਪੜਚੋਲ ਕਰਨ ਵੀ ਕੀ ਕਾਰਨ ਹੈ, ਬਜਾਏ ਕਿਸੇ ਨੂੰ ਦੂਜੇ ਨੂੰ ਲਾਂਭਾ ਦਿੰਦੇ ਵੀ ਉਹਨੇ ਨਹੀਂ ਕੀਤਾ, ਨਹੀਂ ਕੀਤਾ, ਉਹ ਨਹੀਂ ਕੀਤਾ। ਕਿਉਂਕਿ ਜੇ ਤਾਂ ਉਹਨਾਂ ਨੇ ਪੋਲੀਟੀਕਲ ਫੀਲਡ 'ਚ ਰਹਿਣਾ ਤੇ ਫਿਰ 3 ਸਾਲਾਂ ਤੋਂ ਬਾਅਦ ਫਿਰ ਐਕਟਿਵ ਹੋਣਗੇ, ਫਿਰ ਮੇਰੇ ਖਿਆਲ ਉਹਦੀ ਜ਼ਿਆਦਾ ਵੈਲਿਊ ਨਹੀਂ ਪੈਂਦੀ। ਜਿਸ ਤਰ੍ਹਾਂ ਤੁਸੀਂ ਆਪਣਾ ਹੀ ਪਰਸਨਲ ਤੁਹਾਡੀ ਐਗਜ਼ਾਮਪਲ ਆ, ਤੁਸੀਂ ਕਿੰਨੇ ਵਾਰ ਇਲੈਕਸ਼ਨ ਲੜੇ, ਜੋ ਵੀ ਡਿਸੀਜਨ ਹੋਇਆ ਤੁਸੀਂ ਖਿੜੇ ਮੱਥੇ ਸਵੀਕਾਰ ਕਰਦੇ ਰਹੇ ਤੇ ਨਾਲ ਨਾਲ ਲੋਕਾਂ ਨੂੰ ਉਸ ਤਰ੍ਹਾਂ ਹੀ ਟੱਚ ਰਹੇ, ਲੋਕਾਂ ਦਾ ਥੈਂਕਸ ਕਰਦੇ ਰਹੇ ਹਾਰਨ ਤੋਂ ਬਾਅਦ ਵੀ। ਸੋ ਅਖੀਰ ਦੇ ਵਿੱਚ ਕੀ ਹੋਇਆ ਕਿ ਲੋਕਾਂ ਨੇ ਆਪਣੇ ਆਪ ਮਹਿਸੂਸ ਕੀਤਾ ਵੀ ਯਾਰ ਅਸੀਂ ਜਾਤੀ ਕਰ ਰਹੇ ਹਾਂ ਇਹਨਾਂ ਨਾਲ, ਇਹ ਬੰਦਾ ਇਨਸਾਨ ਪੂਰਾ 4 ਸਾਲ ਮਿਹਨਤ ਕਰਦਾ, ਲੋਕਾਂ ਦੀ ਭਲਾਈ ਲਈ ਕੰਮ ਕਰਦਾ, ਚੰਗੇ ਕੰਮ ਕਰਦਾ, ਤੇ ਇਹਨੂੰ ਅਸੀਂ ਵੋਟਾਂ ਨਹੀਂ ਪਾਉਂਦੇ, ਆਲਸੀ ਸਮਝ ਕੇ ਸਮਝ ਲਓ ਜਾਂ ਉਂਝੀ ਵੀ ਚਲੋ ਜੀ ਆ ਤਾਂ ਫਲਾਣਾ ਪਿੰਡ ਦਾ ਉਹਨੂੰ ਪਾ ਦਿਓ ਇਹਨੂੰ ਪਾ ਦਿਓ, ਤੇ ਉਹ ਆਪਾਂ ਨੂੰ ਰਿਜ਼ਲਟ ਜਿਹੜਾ ਮਾੜਾ ਆਉਂਦਾ ਸੀ। ਹੁਣ ਉਹ ਜਿਹੜੇ ਬੰਦੇ ਜਿੱਤੇ ਨੇ ਜਾਂ ਜਿਹੜੇ ਹਾਰੇ ਨੇ, ਕੀ ਤੁਸੀਂ ਮੇਰੇ ਨਾਲ ਐਗਰੀ ਕਰਦੇ ਹੋ ਵੀ ਜਿਹੜੇ ਹਾਰੇ ਨੇ ਉਹਨਾਂ ਨੂੰ ਵੀ ਐਕਟਿਵ ਰੋਲ ਅਦਾ ਕਰਨਾ ਚਾਹੀਦਾ, ਜਾਂ ਤਾਂ ਮੇਰੇ ਵਾਂਗੂ ਸੰਨਿਆਸ ਲੈ ਲਓ, ਤੇ ਜੇ ਆਪਾਂ ਕੰਟੀਨਿਊਸਲੀ ਰੱਖਣਾ ਫਿਰ ਰੋਲ ਆਪਣਾ ਪੋਜ਼ਿਟਿਵ ਹੋਣਾ ਚਾਹੀਦਾ, ਤੇ ਜਿਹੜੇ ਜਿੱਤ ਗਏ ਉਹਨਾਂ 'ਚ ਹਲੀਮੀ ਹੋਣੀ ਚਾਹੀਦੀ ਹੈ। ਹਲੀਮੀ ਇਨ ਦੀ ਸੈਂਸ ਵੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਤੁਸੀਂ ਹਰ ਫੋਨ ਚੱਕਦੇ ਸੀ, ਹਰ ਰੇਡੀਓ ਪ੍ਰੋਗਰਾਮ ਤੇ ਆਉਂਦੇ ਸੀ, ਹੁਣ ਤੁਹਾਡਾ ਕੋਈ ਨਾ ਮੈਸੇਜ ਆਉਂਦਾ ਨਾ ਫੋਨ ਜਾਂਦਾ, ਨਾ ਕੋਈ ਤੁਸੀਂ ਟੈਕਸਟ ਮੈਸੇਜ ਚੈੱਕ ਕਰਦੇ ਹੋ। ਕਿਉਂਕਿ ਮੈਂ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਹੈ, ਹਰਕੀਰਤ ਸਿੰਘ ਸਾਡੇ ਕਾਉਂਸਲਰ ਨੇ, ਮੈਂ ਹਮੇਸ਼ਾ ਕਹਿੰਦਾ ਸੀ ਵੀ ਹਾਰ ਨਹੀਂ ਸਕਦੇ, ਕਿਉਂ ਨਹੀਂ ਹਾਰ ਸਕਦੇ, ਉਹਨਾਂ ਦੇ 4 ਸਾਲ ਦੀ ਇਹੀ ਕਰਨੀ ਸੀਗੀ ਕਿ ਹਰ ਤਰੀਕੇ ਨਾਲ ਖੁਸ਼ ਹੋ ਕੇ ਬੋਲਣਾ, ਸਮਾਈਲ ਦੇਣਾ, ਕੰਮ ਕਰਨਾ, ਜਦੋਂ ਮਰਜ਼ੀ ਬੁਲਾਉਣਾ। ਤੇ ਅੱਜ ਵੀ ਮੈਨੂੰ ਯਾਦ ਹੈ ਕਿ ਸਵੇਰੇ ਸਵੇਰੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਰੇਡੀਓ ਤੇ ਆਓਗੇ, ਉਹ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਮੈਂ ਤਾਂ ਇਟਲੀ ਬੈਠਾ, ਨਹੀਂ ਤਾਂ ਮੈਂ ਉੱਥੋਂ ਜ਼ਰੂਰ ਆ ਜਾਣਾ ਸੀ, ਮੈਂ 7 ਤਰੀਕ ਨੂੰ ਆਊਂਗਾ। ਇਹ ਹੈ ਰਿਸਪੌਂਸ ਜਿੱਤਣ ਤੋਂ ਬਾਅਦ, ਤੇ ਉਹਨਾਂ ਨੂੰ ਫਿਰ ਫਲ ਵੀ ਚੰਗੇ ਲੱਗਦੇ ਨੇ ਕਿਉਂਕਿ ਉਹ ਝੁਕੇ ਵੀ ਹੁੰਦੇ ਨੇ। ਸੋ ਤੁਸੀਂ ਮੇਰੀ ਗੱਲ ਨਾਲ ਇਸ ਨਾਲ ਸਹਿਮਤ ਹੋ? ਹਾਂ ਬਿਲਕੁਲ ਡਾਕਟਰ ਸਾਹਿਬ, ਦੇਖੋ ਨਾ ਜੀ ਵੀ ਇਹ ਹੁਣ ਇਸੇ ਤਰ੍ਹਾਂ ਹੀ ਕਮਿਊਨਿਟੀ ਤਾਦੀ ਤਾਂ ਮਹਿਸੂਸ ਕਰਦੇ ਆ ਵੀ ਸਤਪਾਲ ਸਿੰਘ ਜੌਲ ਕੋਈ ਖੁੰਬ ਵਾਂਗੂ ਉੱਗਿਆ ਹੋਇਆ ਨਾਂ ਨਹੀਂ ਆ, ਇਹ ਇੱਕ ਅਜਿਹਾ ਨਾਂ ਜੋ ਕਿ ਇੱਕ ਬ੍ਰਾਂਡ ਹੈ ਤੇ ਸਦਾ ਹੀ ਸਾਰਾ ਸਾਲ 4 ਸਾਲ ਤਾਂ ਬਹੁਤ ਵੱਡੀ ਗੱਲ ਹੈ। ਅਸੀਂ ਤਾਂ ਕਮਿਊਨਿਟੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਦੇ ਲਈ 4 ਘੰਟਿਆਂ ਦਾ ਗੈਪ ਨਹੀਂ ਪਾਉਂਦੇ, ਕਈ ਦਿਨ 4 ਘੰਟਿਆਂ ਬਾਅਦ ਪੇਸ਼ ਹੁੰਦੇ ਰਹਿੰਦੇ, 2 ਘੰਟਿਆਂ ਬਾਅਦ, 15 ਮਿੰਟਾਂ ਬਾਅਦ ਕਮਿਊਨਿਟੀ ਦੀ ਸੇਵਾ 'ਚ ਪੇਸ਼ ਹੁੰਦੇ ਰਹਿੰਦੇ ਆ। ਔਰ ਆਪਣੀ ਪੇਸ਼ਕਾਰੀ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਆਪਣੀ ਜਰਨਲਿਸਟਿਕ ਸਕਿੱਲ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਟੀ ਨੂੰ ਕੋਈ ਐਸਾ ਆਈਡੀਆ, ਕੋਈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਕੋਈ ਵਿਚਾਰ ਦੇ ਜਾਈਏ ਜਿਹਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਜੀ ਆਸਾਨ ਹੁੰਦਾ ਜਾਵੇ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਨਾ ਤੇ ਅਸੀਂ ਇਲੈਕਸ਼ਨ ਵੇਲੇ ਖੁੰਬ ਵਾਂਗੂ ਉੱਗਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਤੇ ਨਾ ਇਲੈਕਸ਼ਨ ਤੋਂ ਬਾਅਦ ਕਿਸੇ ਖੁੱਡ 'ਚ ਵੜਨ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਸੋ ਇਸ ਕਰਕੇ ਲੱਗਦਾ ਇਹ ਹੈ ਜੀ ਵੀ ਜੇ ਅਸੀਂ ਕਮਿਊਨਿਟੀ ਤੋਂ ਕੁਝ ਲੈਣਾ ਚਾਹੁੰਦੇ ਹਾਂ ਤੇ ਉਹਦੇ ਬਦਲੇ 'ਚ ਸਾਨੂੰ ਸਦਾ ਹੀ ਕੁਝ ਨਾ ਕੁਝ ਦਿੰਦੇ ਰਹਿਣਾ ਚਾਹੀਦਾ ਹੈ। ਅਜਿਹੇ ਵਿਚਾਰ ਦੇ ਨਾਲ ਅਸੀਂ ਸਦਾ ਅੱਗੇ ਵਧਣ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਹਾਂਜੀ ਠੀਕ ਹੈ, ਹੋਰ ਕੁਝ ਕਹਿਣਾ ਚਾਹੁੰਦੇ ਜੌਲ ਸਾਹਿਬ?
ਬਸ ਡਾਕਟਰ ਸਾਹਿਬ ਤੁਹਾਡਾ ਜਿਹੜਾ ਜੀ ਕੀ ਕੰਟਰੀਬਿਊਸ਼ਨ ਇਲੈਕਸ਼ਨ ਦੇ ਦੌਰਾਨ ਰਿਹਾ, ਤੁਹਾਡੀ ਜਿਹੜੀ ਪਰਫਾਰਮੈਂਸ ਰਹੀ ਹੈ, ਤੁਹਾਡਾ ਜੋ ਕੋਆਪਰੇਸ਼ਨ ਰਿਹਾ, ਉਸ ਦੇ ਲਈ ਅਸੀਂ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਬਹੁਤ ਜ਼ਿਆਦਾ। ਸੋ ਇਸੇ ਤਰੀਕੇ ਦੇ ਨਾਲ ਆਪਾਂ ਜੀ ਕਿਉਂਕਿ ਤੁਹਾਡੀ ਸਲਾਹ ਦੇ ਨਾਲ, ਤੁਹਾਡੀ ਐਡਵਾਈਸ ਦੇ ਨਾਲ ਹੀ ਅੱਗੇ ਵਧਣਾ ਚਾਹੁੰਦੇ ਹਾਂ। ਜਿਹੜੀ ਰਿਸਪੌਂਸਿਬਿਲਿਟੀ ਆਪਾਂ ਨੂੰ ਮਿਲੀ ਹੈ ਇਹਦੇ ਦੇ ਵਿੱਚ ਜੀਪੀ ਕਮਿਊਨਿਟੀ ਦੇ ਲਈ ਹੋਰ ਚੰਗਾ ਕਰਨ ਦੇ ਲਈ ਅਸੀਂ ਤੁਹਾਡੀ ਸਲਾਹ ਜਿਹੜੀ ਉਹ ਲੈਂਦੇ ਰਵਾਂਗੇ। ਸੋ ਹਾਲ ਦੀ ਘੜੀ ਤੁਹਾਡਾ ਸਭ ਦਾ ਧੰਨਵਾਦ, ਸਾਰੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੌਲ ਸਾਹਿਬ, ਕੋਈ ਗੱਲ ਨਹੀਂ, ਵਿਸ਼ ਯੂ ਆਲ ਦਾ ਬੈਸਟ। ਹੈ ਤਾਂ ਆਪਾਂ ਛੋਟੀ ਜਿਹੀ ਇੱਕ ਕਬੱਡੀ ਪਾ ਕੇ ਆਏ ਆ, ਇੱਕ ਪੁਆਇੰਟ ਆਇਆ, ਹਾਲੇ ਆਪਾਂ ਪੁਆਇੰਟ 10 ਹੋਰ ਲੈਣੇ ਨੇ। ਸੋ ਤੁਸੀਂ ਇਸੇ ਤਰ੍ਹਾਂ ਹੀ ਲੱਗੇ ਰਹੋ ਤੇ ਸਾਡੇ ਦਾ ਸਦਾ ਅਸੀਂ ਤੁਹਾਡੇ ਨਾਲ ਸ਼ੁਰੂ ਤੋਂ ਜੀ ਆਪਣੇ ਪ੍ਰਿੰਸੀਪਲ ਦੇ ਆਧਾਰ ਤੇ, ਕਿਉਂਕਿ ਤੁਸੀਂ ਵਧੀਆ ਪਰਸਨੈਲਿਟੀ ਹੋ। ਮੈਂ ਫੂਕ ਨਹੀਂ ਦੇ ਰਿਹਾ, ਕੁਝ ਨਹੀਂ ਕਹਿ ਰਿਹਾ, ਕਮੀਆਂ ਪੇਸ਼ੀਆਂ ਹਰੇਕ 'ਚ ਹੁੰਦੀਆਂ, ਪਰ ਤੁਸੀਂ ਕੋਈ ਬੰਦੇ ਯੂ ਆਰ ਏ ਮੈਨ ਆਫ ਪ੍ਰਿੰਸੀਪਲ। ਮੈਨੂੰ ਯਾਦ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਆਨ ਦੀ ਏਅਰ ਇੱਥੇ ਇਸੇ ਰੇਡੀਓ ਸਟੇਸ਼ਨ ਨੇ ਕੀਤਾ ਸੀ ਕਿ ਵੋਟਾਂ ਵਾਲੇ ਦਿਨ ਤੁਸੀਂ ਕੋਈ ਰਾਈਡ ਦਾ ਵੀ ਪ੍ਰਬੰਧ ਕਰ ਰਹੇ ਹੋ, ਜਿਹੜੇ ਭੈਣ ਭਰਾ ਨਹੀਂ ਜਾ ਸਕਦੇ। ਤੁਸੀਂ ਬਹੁਤ ਵਧੀਆ ਆਨਸਰ ਦਿੱਤਾ ਸੀ। ਤੁਸੀਂ ਕਿਹਾ ਵੀ ਜਿਹਨੂੰ ਤਾਂ ਵਾਕਈ ਜ਼ਰੂਰਤ ਹੈ ਜ਼ਰੂਰ ਕਰਾਂਗੇ, ਜੇ ਕੋਈ ਸ਼ੌਕੀਆ ਸ਼ੁਗਲ ਮੇਲੇ ਨਾ ਕਰਨਾ ਚਾਹੁੰਦਾ ਤਾਂ ਵੋਟ ਪਾਉਣਾ ਤਾਂ ਆਪਦਾ ਫਰਜ਼ ਹੈ, ਦੂਜੇ ਦੇ ਕਹੇ ਤੋਂ ਨਹੀਂ ਵੋਟ ਪਾਉਣੀ। ਬਹੁਤ ਵਧੀਆ ਆਨਸਰ ਸੀਗਾ ਤੁਹਾਡਾ। ਸੋ ਕੁਝ ਹੋਰ ਕਹਿਣਾ ਚਾਹੁੰਦੇ ਤਾਂ ਠੀਕ ਹੈ, ਤੁਸੀਂ ਕਹਿ ਸਕਦੇ ਹੋ, ਨਹੀਂ ਤਾਂ ਫਿਰ ਥੈਂਕ ਯੂ ਮੇਰਾ ਜੀ ਬਿਲਕੁਲ। ਦੇਖੋ ਜੇ ਆਪਾਂ ਚਾਹੁੰਦੇ ਹਾਂ ਕਿ ਅਸੀਂ ਸਮਰੱਥ ਵਿਅਕਤੀ ਨੂੰ ਚੁਣਨਾ ਤੇ ਫਿਰ ਇਹ ਰਾਈਡ ਜਿਹਦੀ ਲਓਗੇ ਉਹਦਾ ਲਿਹਾਜ਼ ਵੀ ਕਰਨਾ ਪਏਗਾ। ਇਹ ਪਿੰਡਾਂ ਦਾ, ਗਰੁੱਪਾਂ ਦਾ, ਧੜਿਆਂ 'ਚ ਵੰਡ ਹੋ ਕੇ ਆਪਾਂ ਬਥੇਰਾ ਉੱਜੜ ਲਿਆ, ਆਪਾਂ ਨੂੰ ਦੇਸ਼ ਛੱਡਣਾ ਪੈ ਗਿਆ ਇੱਥੋਂ ਤੱਕ ਕੇ ਦੇਖ ਲਓ। ਸੋ ਹੁਣ ਇੱਥੇ ਆ ਕੇ ਜੇ ਆਪਾਂ ਉਦਾਂ ਹੀ ਕਰਾਂਗੇ ਤੇ ਫਿਰ ਨਤੀਜਾ ਵੀ ਸੇਮ ਹੀ ਹੋਏਗਾ। ਸੋ ਇਸ ਕਰਕੇ ਉਹ ਭੈੜੇ ਨਤੀਜਿਆਂ ਤੋਂ ਜੇ ਆਪਾਂ ਬਚਣਾ ਹੈ ਤੇ ਅਸੀਂ ਸਮਰੱਥ ਵਿਅਕਤੀਆਂ ਨੂੰ, ਸਮਰੱਥ ਆਪਣੇ ਰਿਪਰੈਜ਼ੈਂਟੇਟਿਵ ਜਿਹੜੇ ਆ ਜੀ ਉਹ ਬਿਨਾਂ ਕਿਸੇ ਪੱਖਪਾਤ ਤੋਂ, ਲਿਹਾਜ਼ ਤੋਂ ਚੁਣਨੇ ਜਾਰੀ ਰੱਖੀਏ। ਤੇ ਵੋਟ ਜਿਹੜਾ ਜੀ ਪਾਉਣ ਜਾਣਾ, ਇਹ ਕੈਂਡੀਡੇਟ ਵਾਸਤੇ ਘੱਟ ਪਾਉਣ ਜਾਣਾ ਹੁੰਦਾ, ਕਮਿਊਨਿਟੀ ਨੇ ਆਪਣੇ ਆਪ ਵਾਸਤੇ ਵੱਧ ਪਾਉਣ ਜਾਣਾ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਆਸ ਹੈ ਕਿ ਸਾਡੀਆਂ ਮੁਸ਼ਕਲਾਂ ਨੇ, ਮੁਸ਼ਕਲਾਂ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ। ਹੱਲ ਕਰੇਗਾ ਉਹ ਵਿਅਕਤੀ ਜਿਹਦੇ ਕੋਲ ਹੱਲ ਕਰਨ ਦੇ ਆਈਡੀਆਜ਼ ਹੈਗੇ ਆ। ਤੇ ਉਹ ਜੇ ਫਿਰ ਤੁਸੀਂ ਕਹਿ ਲਓ ਕਿ ਲਿਹਾਜ਼ਦਾਰੀਆਂ ਦੇ ਵਿੱਚ ਪੈ ਕੇ ਵੋਟ ਗਲਤ ਜਗ੍ਹਾ ਪਾ ਆਏ, ਗਲਤ ਵਿਅਕਤੀ ਚੁਣ ਲਿਆ, ਤੇ ਫਿਰ ਖੱਜਲ ਖੁਆਰੀ ਕਮਿਊਨਿਟੀ ਨੂੰ ਆਪ ਹੀ ਝੱਲਣੀ ਪੈਂਦੀ ਹੈ। ਸੋ ਇਸ ਕਰਕੇ ਇਹ ਜਿਹੜੇ ਚੁਣੇ ਹੋਏ ਵਿਅਕਤੀ ਹੋਣ ਤੇ ਭਾਵੇਂ ਕੈਂਡੀਡੇਟ ਹੋਣ, ਇਹ ਤੇ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦੇ ਆ 4 ਸਾਲਾਂ ਤੋਂ ਬਾਅਦ। ਤੇ ਫਿਰ ਜੇ ਹੁਣ ਕਮਿਊਨਿਟੀ ਦੇਖੋ, ਜੇ ਨੁਕਸ ਕੱਢੇ ਜਾਂਦੇ ਸਿਸਟਮ ਦੇ ਵਿੱਚ, ਤੇ ਫਿਰ ਜੇ ਉਹ ਜਿਹੜੇ ਆ ਕੇ ਪੇਸ਼ ਹੋ ਗਏ ਸੀ ਉੱਥੇ ਜਾ ਕੇ ਗੱਦੀਆਂ ਤੇ ਜੱਫਾ ਤੇ ਉਹਨਾਂ ਨੇ ਮਾਰਿਆ ਨਹੀਂ ਹੋਇਆ। ਅਕਸਰ ਲੋਕ ਚੁਣਦੇ ਆ ਤੇ ਤਾਂ ਹੀ ਲੋਕ ਜਾਂਦੇ ਨੇ। ਸੋ ਇਸ ਕਰਕੇ ਜੇ ਚੁਣਨ ਵੇਲੇ ਭੈਣ ਭਰਾ ਗਲਤੀ ਨਹੀਂ ਕਰਨਗੇ ਤੇ ਜ਼ਰੂਰ ਸਾਨੂੰ ਚੰਗੇ ਸਿੱਟੇ ਪ੍ਰਾਪਤ ਹੋਣਗੇ। ਸੋ ਬਹੁਤ ਬਹੁਤ ਵਧੀਆ ਜਿਹੜਾ ਜੀ ਡਿਸੀਜਨ ਇਸ ਵਾਰ ਜਿਹੜਾ ਇਲੈਕਸ਼ਨ ਦੇ ਵਿੱਚ ਭੈਣ ਭਰਾਵਾਂ ਨੇ ਬਣਾਇਆ। ਆਪ ਗਏ ਨੇ ਬਿਨਾਂ ਕਿਸੇ ਰਾਈਡ ਤੋਂ, ਆਪ ਜਿਨ੍ਹਾਂ ਨੇ ਵੋਟ ਪਾਈ ਅੱਗੇ ਬਿਨਾਂ ਕਿਸੇ ਬੋਤਲ ਤੋਂ ਵਗੈਰਾ ਤੋਂ। ਮੈਨੂੰ ਅੱਜ ਬੜਾ ਮਾਣ ਹੈ ਡਾਕਟਰ ਸਾਹਿਬ ਆਪਣੀ ਕਮਿਊਨਿਟੀ ਤੇ, ਕਿ ਧੱਬਾ ਲੱਗਦਾ ਹੁੰਦਾ ਸੀ ਕਿ ਇਹ ਵਿਕਾਊ ਨੇ, ਸ਼ਰਾਬਾਂ ਪੀ ਕੇ ਜੀ, ਤੇ ਜਾਂ ਫਿਰ ਪਕੌੜੇ ਖਾ ਕੇ ਜੀ, ਸਮੋਸੇ ਖਾ ਕੇ ਜੀ। ਨਹੀਂ, ਕੋਈ ਅਸੀਂ ਸਮੋਸਾ ਨਹੀਂ ਕਿਸੇ ਨੂੰ ਖਿਲਾਇਆ ਜੀ, ਕੋਈ ਅਸੀਂ ਕਿਸੇ ਨੂੰ ਪਕੌੜੇ ਨਹੀਂ ਖਿਲਾਏ ਜੀ, ਕੋਈ ਕਿਸੇ ਨੂੰ ਬੋਤਲ ਨਹੀਂ ਪਿਲਾਈ ਜੀ, ਕੁਛ ਵੀ ਨਹੀਂ। ਪਾਣੀ ਪੀਤੇ ਬਿਨਾਂ ਕਮਿਊਨਿਟੀ ਸਾਡਾ ਸਾਥ ਦੇ ਗਈ। ਸੋ ਇੰਨੀ ਮਹਾਨ ਕਮਿਊਨਿਟੀ ਹੈ ਸਾਡੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਭ ਦਾ। ਹਾਂਜੀ, ਥੈਂਕ ਯੂ ਵੈਰੀ ਮਚ ਜੌਲ ਸਾਹਿਬ। ਥੈਂਕ ਯੂ ਜੀ। ਸੋ ਪਿਆਰੇ ਸਰੋਤਿਓ, ਇਹ ਸੀਗੇ ਸਤਪਾਲ ਜੌਲ, ਜਿਹੜੇ ਕਿ ਆਪਣਾ ਸਾਰਿਆਂ ਦਾ ਧੰਨਵਾਦ ਕਰਨ ਆਏ ਸੀ, ਜਿੱਤੇ ਸੀ। ਪਰਮਾਤਮਾ ਇਸ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਗੱਲ ਦਾ ਮੈਂ ਕਾਇਲ ਹਾਂ, ਬੜੇ ਸਪਸ਼ਟ ਜਿਹੇ ਬੰਦੇ ਨੇ, ਕਲੀਅਰ ਪਰਸਨੈਲਿਟੀ ਹੈ। ਇਹ ਨਹੀਂ ਜੀ ਮੈਂ ਇਹਨਾਂ ਨੂੰ ਪੁੱਛਦਾ ਵੀ ਜਿੱਤਾਂਗੇ ਹਾਰਾਂਗੇ, ਕਹਿੰਦੇ ਆਪਾਂ ਤਾਂ ਇਸ ਤਰ੍ਹਾਂ ਕੰਮ ਕਰੀਏ, ਜਿੱਤੀਏ ਜਾਂ ਹਾਰੀਏ। ਹਾਂਜੀ, ਸੋ ਇਸ ਕਰਕੇ ਹੁਣ ਜੇ ਜਿੱਤੇ ਨੇ, ਜੇ ਚੰਗੇ ਕੰਮ ਕਰਨਗੇ, ਬੰਦਾ ਕਮਿਊਨਿਟੀ ਨੂੰ ਫਿਰ ਪਰਖ ਹੋ ਜਾਂਦੀ ਹੈ, ਪਹਿਚਾਣ ਹੋ ਜਾਂਦੀ ਹੈ, ਤੇ ਫਿਰ ਉਹ ਹੋਰ ਵੀ ਅੱਗੇ ਤੋਂ ਚੰਗੇ ਕੰਮ ਕਰਦੇ ਨੇ। ਸੋ ਨੈਕਸਟ ਵੀਕ ਜਿਹੜੇ ਨੇ ਸਾਡੇ ਨਾਲ ਅਮਨਦੀਪ ਸੋਹਤਾ ਹੋਣਗੇ। ਆਪਾਂ ਸਪਿਰਚੁਅਲਿਟੀ ਦੀ ਗੱਲ ਕਰਾਂਗੇ ਕਿ ਬੈਟਰ ਜਿਹੜੀ ਲਾਈਫ ਹੈ, ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਕਿਵੇਂ ਆ ਸਕਦੀ ਹੈ, ਉਸ ਟੌਪਿਕ ਦੇ ਉੱਤੇ ਉਹ ਮੇਰੇ ਨਾਲ ਨੈਕਸਟ ਵੀਕ ਸੰਡੇ ਨੂੰ ਆਉਣਗੇ। ਉਹਨਾਂ ਦਾ ਨਾਂ ਹੈਗਾ ਮਨਦੀਪ ਸੋਹਤਾ, ਤੇ IT ਦੇ ਵੈਸੇ ਪ੍ਰੋਫੈਸ਼ਨਲ ਨੇ, ਪਰ ਉਹ ਸਪਿਰਚੁਅਲਿਟੀ ਦੀ ਉਹਨਾਂ ਨੂੰ ਲਗਨ ਲੱਗੀ ਹੈ, ਤੇ ਉਹਨਾਂ ਨੂੰ ਆਪਾਂ ਨੈਕਸਟ ਵੀਕ ਲੈ ਕੇ ਆਵਾਂਗੇ 4 ਵਜੇ ਤੋਂ ਲੈ ਕੇ 5 ਵਜੇ ਤੱਕ। ਤੇ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਪੁੱਛ ਵੀ ਸਕਦੇ ਹੋ ਉਹਨਾਂ ਨੂੰ, ਉਹ ਆਪਣੇ ਢੰਗ ਨਾਲ ਜਿਹੜਾ ਜਵਾਬ ਦੇਣਗੇ ਸਾਨੂੰ। ਸੋ ਇਸੇ ਤਰ੍ਹਾਂ ਹੀ ਮੈਂ ਗੱਲ ਦੱਸਣੀ ਚਾਹੁੰਦਾ ਸੀ, ਥੋੜ੍ਹੀ ਜਿਹੀ ਆਪਾਂ ਸਪਿਰਚੁਅਲਿਟੀ ਦੀ ਗੱਲ ਕਰ ਲਈਏ ਵੀ ਜਿਹੜਾ ਸਾਡਾ ਸਰੀਰ ਹੈ ਨਾ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਭਾਈ ਸਾਹਿਬ ਹੱਸਦੇ ਖੇਡਦੇ ਸੀਗੇ, ਤੰਦਰੁਸਤੀ, ਜੋ ਸਾਰੀ ਜ਼ਿੰਦਗੀ ਮਜ਼ਾਕ ਕੀਤੇ, ਅਖੀਰਲੇ ਦਮ ਤੱਕ ਸਤਸੰਗ ਜਾਣ ਦੀ ਤਿਆਰੀ ਕਰਦੇ ਘਰ ਤੋਂ ਇਹੋ ਜਿਹੇ ਨਿਕਲ ਕੇ ਮੁੜ ਕੇ ਘਰ 'ਚ ਬੜੇ ਨਹੀਂ, ਸ਼ਾਮ ਤੱਕ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਮਿੱਟੀ ਹੋ ਗਿਆ। ਸੋ ਜਿਹੜੇ ਬਾਹਲੇ ਲੋਕਾਂ ਨੂੰ ਸਰੀਰ ਦੇ ਉੱਤੇ ਜਿੰਨਾ ਚਿਰ ਹੁੰਦੇ ਆ, ਮੈਂ ਵੀ ਸਰੀਰ 'ਚ ਬੈਠਾ, ਮੈਂ ਸੋਚਦਾ ਜਿਹੜੇ ਮੈਂ ਹੱਥ ਜੇ ਹਿਲਾ ਰਿਹਾ ਜਾਂ ਸਿਰ ਹਿਲਾ ਰਿਹਾ, ਇਹਦੀ ਬੜੀ ਵੈਲਿਊ। ਇਹਦੀ ਵੈਲਿਊ ਕੁਛ ਨਹੀਂ, ਇਹਦੇ ਵਿੱਚ ਇੱਕ ਕੋਈ ਚੀਜ਼ ਹੋਰ ਹੈ, ਛੋਟਾ ਜਿਹਾ ਕਰੰਟ ਹੈ ਨਾ। ਜਿਵੇਂ ਆਪਣਾ TV ਹੈ, ਜੇ ਆਪਾਂ ਰਿਮੋਟ ਨਾਲ ਦੱਬਦੇ ਕਰੰਟ ਆਉਂਦਾ, ਲਾਲ ਜੀ ਬੱਤੀ ਆਉਂਦੀ, ਚੱਲ ਪੈਂਦਾ। ਜੇ ਨਹੀਂ ਹੋਵੇ ਤਾਂ ਫਿਰ ਉਹਦਾ ਡੱਬਾ ਹੀ ਆ, ਉਹਦੀ ਕੀ ਵੈਲਿਊ ਹੈ? ਉਹਦਾ ਆਪਾਂ ਨੂੰ ਜੇ ਨਾ ਉਹਦੇ ਵਿੱਚ ਕਰੰਟ ਹੋਵੇ ਤਾਂ ਸਿੱਟਣਾ ਹੀ ਪੈਂਦਾ। ਇਸ ਤਰ੍ਹਾਂ ਸਾਡਾ ਸਰੀਰ ਆ, ਉਹ ਕਰੰਟ ਨਿਕਲ ਗਿਆ, ਸਰੀਰ ਦੀ ਕੌਣ ਵੈਲਿਊ ਰੱਖਦਾ? ਕੋਈ ਨਹੀਂ, 2-4 ਦਿਨ 5 ਦਿਨ ਰੱਖਦਾ, ਮਜਬੂਰੀ ਚਲੋ ਰੱਖ ਵੀ ਲੈਂਦੇ ਨੇ। ਸ਼ਾਮ ਤੋਂ ਪਹਿਲਾਂ ਉਸ ਬੰਦੇ ਨੂੰ ਫਾਰਗ ਕਰ ਦਿੰਦੇ ਨੇ, ਉਹ ਮਿੱਟੀ ਬਣ ਰਹਿਣੀਆਂ ਤਾਂ ਉਹਦੀਆਂ ਯਾਦਾਂ ਨੇ। ਸੋ ਇਸੇ ਤਰ੍ਹਾਂ ਹੀ ਸਾਨੂੰ ਹਮੇਸ਼ਾ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਵੀ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕੇਵਲ ਹੱਡ ਚਮ ਮਾਸ ਦਾ ਹੀ ਨਹੀਂ ਬਣਿਆ ਹੋਇਆ। ਇਹਦੇ ਵਿੱਚ ਬ੍ਰੇਨ, ਹਾਰਟ,
ਟੀਥ, ਬਾਹਾਂ, ਲੱਤਾਂ, ਇਹ ਸਾਰੀਆਂ ਕੁਛ ਨਹੀਂ, ਸਗੋਂ ਇਹਨੇ ਜਿਹੜਾ ਐਕਸ਼ਨ ਕਰ ਰਹੀ ਹੈ ਨਾ, ਇਹਦੇ ਵਿੱਚ ਇੱਕ ਪਾਵਰ ਹੈ। ਉਹ ਪਾਵਰ ਜਿਹੜੀ ਹੈਗੀ ਉਹ ਪਰਮਾਤਮਾ ਜੀ ਨੇ ਕੁੱਲ ਕਾਇਨਾਤ ਬਣਾਈ ਹੈ ਨਾ, ਜਿਹਨੇ ਸਾਰੀ ਦੁਨੀਆ ਨੂੰ ਬਣਾਇਆ, ਬ੍ਰਹਿਮੰਡ ਨੂੰ ਬਣਾਇਆ, ਉਹ ਜਿਹੜੀ ਪਾਵਰ ਹੈ ਨਾ ਉਹ ਸਾਡੇ ਸਰੀਰ ਦੇ ਵਿੱਚ ਹੈ। ਕਈ ਵਾਰੀ ਸਾਨੂੰ ਇਹ ਆਮ ਬੰਦਿਆਂ ਨੂੰ ਬੜਾ ਭੁਲੇਖਾ ਹੁੰਦਾ ਵੀ ਐਡੀ ਵੱਡੀ ਤਾਕਤ ਛੋਟੇ ਜਿਹੇ ਸਰੀਰ 'ਚ ਕਿਵੇਂ ਆਊਗੀ। ਆਹ ਦੇਖ ਲਓ, ਜਦੋਂ ਮੈਂ ਬੋਲ ਰਿਹਾ ਇਹ ਟਰਾਂਸਫਾਰਮਰ ਲੱਗਿਆ ਹੋਊਗਾ ਨਾਇਗਰਾ ਫਾਲਸ, ਤੇ ਕਰੰਟ ਇਹਦੇ ਵਿੱਚ ਹਰੇਕ ਘਰਾਂ ਦੇ ਵਿੱਚ ਵੰਡਿਆ। ਉਸ ਘਰ ਦੇ ਵਿੱਚ ਜਿਹੜਾ ਮੀਟਰ ਲੱਗਿਆ ਉਦੋਂ ਬਾਅਦ ਛੋਟੇ ਛੋਟੇ ਕਰੰਟ ਹੈ, ਹਰੇਕ ਦੇ ਵਿੱਚ ਹੱਥ ਲਾ ਕੇ ਦੇਖੋ ਝਟਕਾ ਸੇਮ ਹੀ ਪੈਣਾ, ਕਿਉਂਕਿ ਤਾਕਤ ਸੇਮ ਹੈ। ਇਸੇ ਤਰ੍ਹਾਂ ਪਰਮਾਤਮਾ ਹੈ, ਉਹਨੇ ਆਪਣੀ ਆਤਮਾ ਭੇਜੀ ਹੈ, ਆਤਮ ਅੰਸ਼ ਰਾਮ ਦੀ, ਉਹ ਸਾਡੇ ਸਰੀਰ ਦੇ ਵਿੱਚ ਹੈ। ਜਦੋਂ ਆਤਮਾ ਨਿਕਲ ਗਈ ਹੈ ਸਰੀਰ ਦੀ ਕੋਈ ਵੈਲਿਊ ਨਹੀਂ। ਤੇ ਲੋਕ ਕੀ ਕਰਦੇ ਨੇ, ਉਹ ਪਰਮਾਤਮਾ ਨੂੰ ਤਾਂ ਦੇਖਣਾ ਚਾਹੁੰਦੇ ਨੇ ਹਰ ਥਾਂ ਤੇ, ਪਰ ਪਰਮਾਤਮਾ ਨੂੰ ਦੇਖਣ ਦੇ ਲਈ ਉਹ ਇੱਧਰ ਉੱਧਰ ਭਟਕਦੇ ਨੇ। ਕੋਈ ਮੰਦਿਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਪਹਾੜਾਂ ਤੇ ਜਾਂਦਾ, ਕੋਈ ਪਾਣੀ ਤੇ ਜਾਂਦਾ, ਕੋਈ ਜੰਗਲਾਂ 'ਚ ਜਾਂਦਾ। ਜਦੋਂ ਕਿ ਜਿੰਨਿਆਂ ਨੇ ਵੀ ਕੋਸ਼ਿਸ਼ ਕੀਤੀ ਉੱਥੋਂ ਨਹੀਂ ਮਿਲਿਆ। ਹਾਂ, ਉੱਥੇ ਜਾ ਕੇ ਜੇ ਕਿਸੇ ਨੂੰ ਤਪੱਸਿਆ ਕਰਕੇ ਮਿਲਿਆ ਤਾਂ ਉਹ ਮਿਲਿਆ ਆਪਣੇ ਸਰੀਰ ਦੇ ਅੰਦਰੋਂ ਹੀ ਹੈ। ਬੁੱਲੇ ਸ਼ਾਹ ਨੇ ਕਿੰਨਾ ਸੋਹਣਾ ਕਿਹਾ ਸੀਗਾ, ਜਿੱਥੇ ਵੱਸਦਾ ਹੈ ਪਰਮਾਤਮਾ ਨੂੰ ਮੈਂ ਨਾ ਮਾਰਿਆ, ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਕਿ ਪਰਮਾਤਮਾ ਸਾਨੂੰ ਆ ਕੇ ਕਹਿੰਦਾ ਨਹੀਂ, ਉਹ ਭਾਈ ਸਾਹਿਬ ਜੰਗਲਾਂ 'ਚ ਨਾ ਜਾ, ਪਹਾੜਾਂ ਤੇ ਨਾ ਜਾ, ਪਾਣੀ ਤੇ ਨਾ ਜਾ, ਉਹ ਤੂੰ ਆਪਣੇ ਅੰਦਰ ਵੜ, ਉਹ ਦੱਸਦਾ ਨਹੀਂ ਹੈਗਾ। ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਕਿੱਡੀ 400 ਵਾਲੀ ਬਾਤ ਹੋਈ। ਰੱਬ ਨੂੰ ਕਹਿੰਦੇ, ਖੁਦਾ ਨੂੰ ਕਹਿੰਦੇ ਤੂੰ ਤਾਂ 420 ਹੈ, ਸਾਨੂੰ ਦੱਸਦਾ ਕਿਉਂ ਨਹੀਂ? ਸਾਨੂੰ ਐਵੇਂ ਭਜਾਈ ਫਿਰਦੇ ਆ, ਕਿਤੇ ਪਾਣੀਆਂ 'ਚ, ਕਿਤੇ ਸਮੁੰਦਰਾਂ 'ਚ, ਕਿਤੇ ਤੂੰ ਦੱਸ ਦੇ ਸਿੱਧਾ, ਸੀ ਉੱਥੇ ਮਿਹਨਤ ਕਰੀਏ। ਉਹ ਦੱਸਦਾ ਨਹੀਂ ਹੈਗਾ। ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਕਿੱਡੀ 400 ਵਾਲੀ ਬਾਤ ਹੋਈ। ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ। ਜਿਹੜੇ ਮੁਸਲਮਾਨ ਭਰਾ ਨੇ ਕਾਬੇ 'ਚ ਜਾਂਦੇ ਨੇ ਖੁਦਾ ਨੂੰ ਦੇਖਣ ਦੇ ਲਈ, ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਕੋਈ ਮੁਲਾਕਾਤ ਹੋਈ। ਕਦੇ ਵੀ ਜਾ ਕੇ ਦੇਖ ਲਓ ਰੱਬ ਨੂੰ, ਖੁਦਾ ਨੂੰ, ਉੱਥੇ ਵੀ ਜਾ ਕੇ ਨਹੀਂ ਲੱਭਦਾ। ਕਹਿੰਦੇ ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਕੋਈ ਮੁਲਾਕਾਤ ਹੋਈ। ਖਾਨਾ, ਕਾਬਾ, ਮੰਦਰ, ਮਸਜਿਦ ਖਾਲੀ। ਖਾਨਾ, ਕਾਬਾ, ਮੰਦਰ, ਮਸਜਿਦ ਖਾਲੀ। ਮੁੱਲਾ ਪੰਡਤ ਦੀ ਝੂਠੀ ਬਾਤ ਹੋਈ, ਕਿਉਂਕਿ ਮੁੱਲਾ ਪੰਡਤ ਕਹਿੰਦੇ ਨਾ ਮੰਦਰਾਂ 'ਚ ਮਿਲੂਗਾ, ਕਹਿੰਦੇ ਕਾਬੇ 'ਚ ਮਿਲੂਗਾ। ਕਹਿੰਦਾ ਜਦੋਂ ਮੈਂ ਜਾ ਕੇ ਬੁੱਲੇ ਸ਼ਾਹ ਕਹਿੰਦਾ ਦੇਖਿਆ, ਉੱਥੇ ਨਹੀਂ ਮੈਨੂੰ ਮਿਲਿਆ ਖੁਦਾ ਮੌਲਾ। ਖਾਨਾ, ਕਾਬਾ, ਮੰਦਰ, ਮਸਜਿਦ ਖਾਲੀ। ਮੁੱਲਾ ਪੰਡਤ ਦੀ ਝੂਠੀ ਬਾਤ ਹੋਈ। ਉਹ ਜਦੋਂ ਲੱਭਾ ਤਾਂ ਆਪਣੇ ਘਰੋਂ ਲੱਭਾ। ਮਿਹਨਤ ਅੰਦਰੋਂ ਕੀਤੀ, ਜਦੋਂ ਮੈਡੀਟੇਸ਼ਨ ਕੀਤੀ, ਵੈਨ ਯੂ ਗੋ ਵਿਦਿਨ, ਜਦੋਂ ਲੱਭਾ ਤਾਂ ਆਪਣੇ ਘਰੋਂ ਲੱਭਾ। ਮਿਹਰਬਾਨ ਮੁਰਸ਼ਿਦ ਨਾਲ ਜਦੋਂ ਮੁਲਾਕਾਤ ਹੋਈ। ਜਦੋਂ ਕੋਈ ਪਰਫੈਕਟ ਮਾਸਟਰ, ਇਫ ਯੂ ਗੋ ਫॉर ए ਹਜ ਟੇਕ ए ਹਾਜੀ ਵਿਦ ਯੂ। ਇਹੀ ਕਰਕੇ ਕਹਿੰਦਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕੋਈ ਐਕਸਪਰਟ ਚਾਹੀਦਾ ਜਿਹੜਾ ਅੰਦਰ ਜਾਂਦਾ ਹੋਵੇ, ਜਿਹੜਾ ਬੰਦਾ ਖੁਦ ਅੰਦਰ ਜਾਂਦਾ ਹੋਵੇ, ਤੇ ਜਦੋਂ ਤੁਸੀਂ ਉਹਦੀ ਸਾਥ ਲੈਣੇ ਹੋ, ਉਹਦੀ ਡਾਇਰੈਕਸ਼ਨ ਤੇ ਚੱਲਦੇ ਹੋ, ਉਹਦੀ ਟੀਚਿੰਗ ਨੂੰ ਫਾਲੋ ਕਰਦੇ ਹੋ ਤੇ ਮਿਹਨਤ ਕਰਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ, ਉਹ ਸਾਡੇ ਅੰਦਰ ਹੈ। ਕਿਉਂਕਿ ਇਹ ਗੱਲ ਨਹੀਂ ਮੰਦਰ ਮਸਜਿਦ ਦੀ, ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਨਾ ਮਸਜਿਦ ਦਾ ਰੌਲਾ, ਨਾ ਮੰਦਰ ਦਾ ਰੌਲਾ। ਉੱਥੇ ਜਾ ਕੇ ਸ਼ਾਂਤੀ ਮਿਲਦੀ ਹੈ। ਜੇ ਪੱਕੀ ਸ਼ਾਂਤੀ ਲੈਣੀ ਹੈ ਤੇ ਤੁਸੀਂ ਚਾਹੇ ਮੰਦਰ ਜਾਓ ਤੇ ਮਸਜਿਦ ਜਾਓ, ਪਰ ਆਪਣਾ ਅੰਦਰ ਫਰੋਲੋ। ਗੁਰੂ ਤੋਂ ਜਿਹੜਾ ਨਾਮਦਾਨ ਲੈਂਦੇ ਹੋ, ਦੀਕਸ਼ਾ ਲੈਂਦੇ ਹੋ, ਉਹਨੂੰ ਜੋ ਤੁਸੀਂ ਅਮਲ ਕਰਦੇ ਹੋ, ਫਿਰ ਜਿਹੜੀ ਹੈਗੀ ਤੁਹਾਨੂੰ ਉਹ ਪਰਮਾਤਮਾ ਮਿਲੂਗਾ। ਕਿਉਂਕਿ ਕਸਤੂਰੀ ਕੁੰਡਲੀ ਮੇਂ ਮਿਰਗ ਢੂੰਡੇ ਬਣਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆ ਦੇਖੇ ਨਹੀਂ। ਜਿਸ ਤਰ੍ਹਾਂ ਉਹ ਜਿਹੜਾ ਆਪਣਾ ਹਿਰਨ ਹੁੰਦਾ, ਉਹਦੇ ਪੇਟ ਦੇ ਵਿੱਚ ਕਸਤੂਰੀ ਹੁੰਦੀ ਹੈ, ਉਹ ਜੰਗਲਾਂ 'ਚ ਲੱਭਦਾ ਫਿਰਦਾ, ਉਹਨੂੰ ਐ ਨਹੀਂ ਪਤਾ ਮੇਰੇ ਅੰਦਰ ਹੈ। ਇਸੇ ਤਰ੍ਹਾਂ ਹੀ ਦੁਨੀਆ ਘਟ ਘਟ, ਉਹਨੂੰ ਇਹ ਨਹੀਂ ਪਤਾ ਵੀ ਘਟ ਘਟ 'ਚ ਰਾਮ ਹੈ, ਪਰ ਉਹਨੂੰ ਦਿਸਦਾ ਹੀ ਨਹੀਂ, ਕਿਉਂਕਿ ਉਹ ਅੰਦਰ ਜਾਂਦੇ ਨਹੀਂ। ਸੋ ਲਓ ਆਪਾਂ ਇੱਕ ਸੈਕਿੰਡ ਗਾਣਾ ਸੁਣ ਲਈਏ ਤੇ ਉਸ ਤੋਂ ਬਾਅਦ ਇਸ ਟੌਪਿਕ ਨੂੰ ਆਪਾਂ ਕੰਟੀਨਿਊ ਰੱਖਾਂਗੇ। ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਮੈਂ ਗੱਲ ਕਰ ਰਿਹਾ ਸੀਗਾ ਕਿ ਹਰ ਬੰਦਾ ਸਰੀਰ ਦੇ ਬਾਰੇ, ਉਹਦੀ ਇੰਪੋਰਟੈਂਸ ਬਾਰੇ ਨਹੀਂ ਜਾਣਦਾ। ਅਸੀਂ ਜਿੰਨਾ ਚਿਰ ਸਰੀਰ ਦੇ ਵਿੱਚ ਆ ਜਿਹੜਾ ਹੱਡੀਆਂ ਦਾ, ਮਾਸ ਦਾ, ਖੂਨ ਦਾ, ਬ੍ਰੇਨ ਹੈ, ਦਿਲ ਹੈ, ਅੱਖਾਂ, ਬਾਹਾਂ, ਲੱਤਾਂ, ਜੋ ਵੀ ਹੈ, ਅਸੀਂ ਇਸੇ ਨੂੰ ਸਾਰਾ ਕੁਝ ਸਮਝੀ ਬੈਠਦੇ ਹਾਂ। ਜਦੋਂ ਕਿ ਹਕੀਕਤ ਇਹ ਹੈ ਕਿ ਇਹਦੇ ਵਿੱਚ ਇੱਕ ਕਰੰਟ ਹੈ, ਜਿਹਨੂੰ ਆਤਮਾ ਕਹਿੰਦੇ ਆ। ਜਿੰਨਾ ਚਿਰ ਉਹ ਕਰੰਟ ਹੈ ਅਸੀਂ ਭੱਜੇ ਫਿਰਦੇ ਹਾਂ। ਅਸੀਂ ਕੋਈ, ਸਾਡੀ ਹੋਸ਼ ਹੀ ਨਹੀਂ ਰਹਿੰਦੀ। ਅਸੀਂ ਈਗੋ 'ਚ ਚੰਗੇ ਮੰਦੇ ਸਭ ਕੰਮ ਕਰਦੇ ਹਾਂ। ਤੇ ਲੇਕਿਨ ਜਦੋਂ ਕਰੰਟ ਨਿਕਲ ਜਾਂਦਾ ਹੈ, ਉਹਦੀ ਵੈਲਿਊ ਉਦੋਂ ਪਤਾ ਲੱਗਦੀ ਜਦੋਂ ਘਰ ਦੇ ਘਰ ਨਹੀਂ ਰੱਖਦੇ। ਤੁਸੀਂ ਕਿਸੇ ਪਟਵਾਰੀ ਨੂੰ ਜਾਓਗੇ, ਪੁੱਛੋ ਵੀ ਜਿਹੜੀ ਆ ਜ਼ਮੀਨ ਹੈ, ਆ ਜਿਹੜਾ ਟੋਟਾ ਪਲਾਟ ਹੈ,
ਇਹਦੀ ਰਜਿਸਟਰੀ ਕੱਢ ਕੇ ਦੇਖ 100 ਸਾਲ ਜਾਂ 2 ਸਾਲ ਦੀ ਕੱਢੂ, ਦੱਸੂ ਪਹਿਲਾਂ ਇਹਦੇ ਨਾਂ ਤੇ ਸੀ, ਫਿਰ ਉਦੋਂ ਬਾਅਦ ਇਹਦੇ ਨਾਂ ਤੇ ਹੋ ਗਿਆ, ਫਿਰ ਇਹਦੇ ਨਾਂ ਤੇ ਹੋ ਗਿਆ, ਫਿਰ ਇਹਦੇ ਨਾਂ ਤੇ ਹੋ ਗਿਆ, ਹੁਣ ਤੇਰੇ ਨਾਂ ਤੇ ਆ, ਤੇ ਇੱਥੋਂ ਬਾਅਦ ਤੇਰੇ ਅੱਗੇ ਬੰਦਿਆਂ ਨੇ ਹੋਣਾ। ਇਹ ਜਗ੍ਹਾ ਇੱਥੇ ਹੀ ਰਹਿਣੀ ਹੈ, ਪਰ ਇਹ ਨਾਂ ਬਦਲਦੇ ਨੇ। ਸਾਨੂੰ ਇਹ ਭੁਲੇਖਾ, ਅਸੀਂ ਦਿਨ ਰਾਤ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ, ਦਿਨ ਰਾਤ ਐਸ਼ੋ ਇਸ਼ਰਤ ਦੇ ਮਗਰ ਭੱਜੇ ਫਿਰਦੇ ਹਾਂ, ਦਿਨ ਰਾਤ ਸ਼ਰਾਬਾਂ ਕਬਾਬਾਂ ਦੇ ਮਗਰ ਭੱਜੇ ਫਿਰਦੇ ਹਾਂ, ਦਿਨ ਰਾਤ ਨਿੰਦਿਆ ਚੁਗਲੀ ਦੇ ਮਗਰ ਭੱਜੇ ਫਿਰਦੇ ਹਾਂ। ਕਿਸੇ ਨੂੰ ਕੋਈ ਹੱਸ ਕੇ ਬੁਲਾਉਂਦਾ ਨਹੀਂ, ਆਪਣਾ ਸਵਾਰ ਛੁਪਿਆ ਵਾ। ਹਵਾ ਇੱਕ ਦਿਨ ਨਿਕਲ ਜਾਣੀ ਹੈ ਤੇ ਫਿਰ ਜਾਂ ਤਾਂ ਸਾਨੂੰ ਅੱਗ ਲਾ ਦੇਣਾ, ਮੁੰਡੇ ਨੇ ਲਾ ਦੇਣੀ ਅੱਗ, ਤੇ ਜਾਂ ਜ਼ਮੀਨ 'ਚ ਦਬਾ ਦੇਣਾ। ਬੋਲੋ ਸਤਨਾਮ ਵਾਹਿਗੁਰੂ ਹੋ ਜਾਣਾ। ਸੋ ਇਸ ਕਰਕੇ ਸਰੀਰ ਦੀ ਇੰਪੋਰਟੈਂਸ ਸਮਝੋ ਕਿ ਜਿਹੜਾ ਇਹ ਸਾਡਾ ਸਰੀਰ ਹੈ ਨਾ, ਜਿਵੇਂ ਮੈਂ ਕਿਹਾ, ਇਹਦੇ ਵਿੱਚ ਕੁੱਲ ਮਾਲਕ ਖੁਦ ਬੈਠਾ ਹੋਇਆ ਹੈ, ਉਹਦੀ ਤਾਕਤ ਖੁਦ ਬੈਠੀ ਹੋਈ ਹੈ। ਕਿਉਂਕਿ ਇਹ ਗੱਲ ਮਹਿਸੂਸ ਕਰਨ ਦੀ ਗੱਲ ਹੈ, ਘਟ ਮੇ ਹੀਰਾ ਘਟ ਮੇ ਮੋਤੀ, ਘਟ ਕਹਿੰਦੇ ਸਰੀਰ ਘਟ ਦੇ ਵਿੱਚ, ਘਟ ਮੇ ਹੀਰਾ ਘਟ ਮੇ ਮੋਤੀ ਘਟ ਮੇ ਨੂਰ ਅਪਾਰਾ ਘਟ ਮੇ ਸ਼ਕਤੀ ਘਟ ਮੇ ਵਕਤੀ ਘਟ ਮੇ ਸਿਰਜਨਹਾਰਾ। ਇਹ ਕਿਸੇ ਪੂਰਨ ਸੰਤ ਨੇ ਕਿਹਾ ਸੀਗਾ ਕਿ ਹਰ ਘਟ ਦੇ ਵਿੱਚ ਹੀਰਾ ਵੀ ਹੈ, ਮੋਤੀ ਵੀ ਹੈ ਸਾਡੇ ਵਿੱਚ, ਤੇ ਘਰ ਉਹਦੇ ਵਿੱਚ ਨੂਰ ਅਪਾਰਾ, ਇੰਨਾ ਜ਼ਿਆਦਾ ਨੂਰ ਹੈ ਕਿਉਂਕਿ ਉਹ ਪਾਵਰ ਕਰੰਟ ਉੱਥੋਂ ਆਈ ਹੈ। ਘਟ ਮੇ ਸ਼ਕਤੀ ਘਟ ਮੇ ਭਗਤੀ ਘਟ ਮੇ ਸਿਰਜਨਹਾਰਾ, ਕਿ ਉਹ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਇਸੇ ਕਰਕੇ ਤਾਂ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਇਹ ਜਿਹੜਾ ਮਨ ਹੈ ਨਾ, ਜਿਹੜਾ ਲਿਬੜਿਆ ਫਿਰਦਾ, ਗੰਦਗੀ ਦੇ ਮਗਰ ਭੱਜਿਆ ਫਿਰਦਾ, ਇਹਨੂੰ ਪੂਰਨ ਸੰਤ ਸਮਝਾਉਂਦੇ ਨੇ ਕਿ ਭਜਨ ਸਿਮਰਨ ਦੇ ਤਰੀਕੇ ਨਾਲ ਤੂੰ ਆਪਣੇ ਆਪ ਨੂੰ ਪਛਾਣ, ਤੂੰ ਤੱਕ ਬਹੁਤ ਵੱਡੀ ਪਾਵਰ ਹੈ। ਜਦੋਂ ਮਨ ਸਮਝ ਗਿਆ, ਜਦੋਂ ਉਹ ਦੁਨੀਆ ਦੇ ਨਾਲੋਂ ਡਿਟੈਚ ਹੋ ਗਿਆ ਤੇ ਅੰਦਰ ਅਟੈਚ ਹੋ ਗਿਆ ਭਜਨ ਸਿਮਰਨ ਦੇ ਲਈ। ਦੇਖੋ ਨਾ, ਹੁਣ ਅਸੀਂ, ਜੇ ਮੈਂ ਅਕਸਰ ਕਹਿੰਦਾ ਵੀ ਅਮਿਤਾਭ ਬੱਚਨ ਦੀ ਮੂਵੀ ਆਈ ਹੋਵੇ, ਸ਼ਾਹਰੁਖ ਖਾਨ ਦੀ ਆਈ ਹੋਵੇ ਜਾਂ ਅਮੀਰ ਖਾਨ ਦੀ ਆਈ ਹੋਵੇ, 3-3 ਘੰਟੇ ਨੀਂਦ ਨਹੀਂ ਆਉਂਦੀ, ਨੀਂਦ ਵੀ ਖੁੱਲ੍ਹ ਜਾਂਦੀ ਹੈ। ਪਰ ਜੇ 2 ਮਿੰਟ ਭਗਤੀ ਕਰਨੀ ਹੋਵੇ, ਮੈਡੀਟੇਸ਼ਨ ਕਰਨੀ ਹੋਵੇ, ਚੌਂਕੜੀ ਮਾਰਨੀ ਹੋਵੇ, ਚੋਰੀ ਅੱਖ ਨਾਲ ਦੇਖਦੇ ਹਾਂ ਘੰਟਾ ਹੋ ਗਿਆ, ਹਾਲੇ ਤਾਂ 2 ਮਿੰਟ ਹੀ ਹੋਏ ਨੇ ਯਾਰ। ਜਾਂ ਸਾਨੂੰ ਕੋਈ ਦੇਖਦਾ ਨਹੀਂ, ਪਾਠ ਤੇ ਘੱਟ ਧਿਆਨ ਹੁੰਦਾ, ਬਾਹਰ ਦੁਕਾਨਦਾਰੀ ਦੇ ਉੱਤੇ, ਜੌਬ ਦੇ ਉੱਤੇ, ਜ਼ਮੀਨਾਂ ਦੇ ਉੱਤੇ, ਉੱਧਰ ਧਿਆਨ ਹੁੰਦਾ, ਕਦੇ ਕੌਨਸੈਂਟਰੇਟ ਕਰਕੇ ਅਸੀਂ ਧਿਆਨ ਉਹਦੀ ਪ੍ਰਾਇਓਰਟੀ ਨਹੀਂ ਦੇਖਦੇ। ਤੇ ਜਦੋਂ ਬੰਦਾ ਪ੍ਰਾਇਓਰਟੀ ਦੇਖਦਾ, ਜਦੋਂ ਉਹਨੂੰ ਸਵਾਦ ਆਉਣ ਲੱਗੇ ਤਾਂ ਅੰਦਰੋਂ, ਫਿਰ ਉਹਦੇ ਬਾਹਰਲੇ ਜਿਹੜੇ ਸਵਾਦ ਨੇ ਉਹ ਫਿੱਕੇ ਨਜ਼ਰ ਆਉਂਦੇ ਨੇ। ਦੇਖ ਲਓ, ਐਗਜ਼ਾਮਪਲ ਬੜੀ ਸਿੰਪਲ ਹੈ। ਆਪਾਂ ਵਿਆਹ ਸ਼ਾਦੀਆਂ 'ਚ ਜਾਂਦੇ ਹਾਂ, ਉੱਥੋਂ ਸਾਨੂੰ ਮਠਿਆਈ ਮਿਲ ਜਾਂਦੀ ਹੈ। ਅੱਗੇ ਮੈਨੂੰ ਹੁਣ ਨਹੀਂ ਪਤਾ, ਪਹਿਲਾਂ ਇਹੀ ਹੁੰਦਾ ਸੀ, ਰਿਸ਼ਤੇਦਾਰ ਦਿੰਦੇ ਸੀਗੇ ਵੀ ਬਰਫੀ ਵੀ ਦੇਤੀ, ਲੱਡੂ ਵੀ ਦੇਤੇ, ਗੁਲਾਬ ਜਾਮਨਾਂ ਵੀ ਦੇਤੀਆਂ, ਅਖੀਰ 'ਚ ਭੂਜੀਆ ਦੇ ਆਉਂਦੇ ਨੇ, ਮੱਠੀ ਦੇ ਆਉਂਦੇ ਨੇ। ਅਸੀਂ ਕਦੇ ਮੱਠੀ ਮੁੱਠੀ ਨਹੀਂ ਖਾਂਦੇ, ਪਹਿਲਾਂ ਉਹ ਨਿਬੇੜਦੇ ਹਾਂ, ਫਿਰ ਉਹ ਭੂਜੀਆ ਖਾਣਾ ਸ਼ੁਰੂ ਕਰਦੇ ਹਾਂ, ਤੇ ਜਦੋਂ ਭੂਜੀਆ ਤੇ ਮੱਠੀ ਖਾਂਦੇ ਹਾਂ, ਫਿਰ ਅਸੀਂ ਰਸਗੁੱਲਿਆਂ ਦਾ ਸਵਾਦ ਭੁੱਲ ਜਾਂਦੇ ਹਾਂ। ਇਸੇ ਤਰ੍ਹਾਂ ਤੁਸੀਂ ਮੰਗਤੇ ਦੀ ਐਗਜ਼ਾਮਪਲ ਲੈ ਲਓ, ਜੇ ਉਹਦੇ ਕੋਲ 5-10 ਰੁਪਏ ਦੀ ਚੇਂਜ ਹੱਥ 'ਚ ਹੈ, ਤੁਸੀਂ ਖੋਹ ਨਹੀਂ ਸਕਦੇ, ਉਹ ਮਰ ਜੂ ਜਾਂ ਮਾਰ ਦੂ। ਜੇ ਉਹਨੂੰ 100 ਦਾ ਨੋਟ ਦੇ ਦਿਓਗੇ, $100 ਲੈ ਯਾਰ ਤੂੰ ਮੈਨੂੰ ਭਾਣ ਦੇ ਦਿਓ, ਕਹਿੰਦਾ ਲੈ ਜਾਓ ਜੀ। ਕਿਉਂ? ਕਿਉਂਕਿ ਉਹਨੂੰ ਵਧੀਆ ਚੀਜ਼ ਮਿਲ ਗਈ। ਇਸੇ ਤਰ੍ਹਾਂ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਜਦੋਂ ਸਾਨੂੰ ਅੰਦਰਲੇ ਨਜ਼ਾਰੇ ਆਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਸਾਨੂੰ ਨਾ ਤਾਂ ਮੂਵੀ ਦੇਖਣ ਦੀ ਲੋੜ ਹੈ, ਨਾ ਅਖਬਾਰ ਪੜ੍ਹਨ ਦੀ ਲੋੜ ਹੈ, ਨਾ ਮੋਦੀ ਦੇ ਭਗਤ ਬਣਨ ਦੀ ਲੋੜ ਹੈ, ਨਾ ਕੇਜਰੀਵਾਲ ਦੇ ਭਗਤ ਬਣਨ ਦੀ ਲੋੜ, ਨਾ ਇਮਰਾਨ ਖਾਨ ਦੇ ਭਗਤ ਬਣਨ ਦੀ ਲੋੜ ਹੈ। ਫਿਰ ਤੁਸੀਂ ਅੰਦਰ ਧਿਆਨ ਧਰਦੇ ਹੋ, ਕਿਉਂਕਿ ਤੁਹਾਨੂੰ ਪਤਾ ਜੀ ਜੰਤ ਸਭ ਉਸਦੇ ਸਭਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਫਿਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਫਿਰ ਸਾਡੀ ਅੱਖ ਖੁੱਲ੍ਹ ਜਾਂਦੀ ਹੈ ਵੀ ਇਹਦੇ ਵਿੱਚ ਉਹ ਪਰਮਾਤਮਾ ਬੈਠਾ ਹੈ। ਜੇ ਉਹ ਕੋਈ ਪੁੱਠੇ ਸਿੱਧੇ ਕੰਮ ਹੀ ਕਰਦਾ, ਇਨਸਾਨ ਤਾਂ ਵਧੀਆ, ਪਰ ਉਹਦੀਆਂ ਆਦਤਾਂ ਮਾੜੀਆਂ, ਆਦਤਾਂ ਸੁਧਰ ਜਾਣ, ਉਹ ਵੀ ਵਧੀਆ ਬਣ ਜੂਗਾ ਇਨਸਾਨ। ਸੋ ਇਸ ਕਰਕੇ ਤੀਜੀ ਪਾਤਸ਼ਾਹੀ ਨੇ ਵੀ ਇਹੀ ਕਿਹਾ ਸੀ, ਇਸ ਗੁਫਾ ਮੇਂ ਅਖੁੱਟ ਭੰਡਾਰਾ ਤਿਸ ਵਿੱਚ ਬਸੈ ਹਰ ਅਲਖ ਪਾਰਾ, ਕਿ ਜਿਹੜੀ ਇਹ ਗੁਫਾ ਹੈ ਨਾ, ਸਾਡਾ ਸਰੀਰ ਗੁਫਾ ਹੈ, ਇਹਦੇ ਵਿੱਚ ਜਿਹੜਾ ਅਖੁੱਟ ਭੰਡਾਰਾ, ਬਹੁਤ ਭੰਡਾਰ ਨੇ, ਤੇ ਇਹਦੇ ਵਿੱਚ ਖੁਦ ਪਰਮਾਤਮਾ ਵੀ ਬੈਠਾ ਹੋਇਆ ਹੈ। ਇਸ ਕਰਕੇ ਕਿਹਾ ਜਾਂਦਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਖੋ ਜੇ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਸੋ ਇਸ ਕਰਕੇ ਜਿਹਨੇ ਵੀ ਉਸ ਕਲੰਦਰ ਦਾ, ਉਸ ਪਰਮਾਤਮਾ ਦਾ ਭੇਦ ਪਾਇਆ, ਉਹ ਤਾਂ ਹੀ ਭੇਦ ਆਊਗਾ ਜਦੋਂ ਤੁਸੀਂ ਆਪਣਾ ਰਾਹ ਖੋਜਿਆ ਆਪਣੇ ਅੰਦਰ ਦਾ। ਵੈਨ ਯੂ ਗੋ ਵਿਦਿਨ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ। ਉਹ ਜਿਹੜੀ ਤਾਕਤ ਹੈ ਨਾ, ਉਹ ਸੁੱਖਾਂ ਦਾ ਮੰਦਰ ਹੈ। ਮੰਦਰ ਮਨ ਅੰਦਰ ਸੁੱਖ, ਹਮੇਸ਼ਾ ਹੀ ਪਰਮਾਨੈਂਟ ਹੈਪੀਨੈਸ ਰਹਿੰਦੀ ਹੈ, ਸੱਚਿਤ ਆਨੰਦ ਰਹਿੰਦਾ ਹੈ। ਤੇ ਉੱਥੇ ਜਦੋਂ ਉਹਨੂੰ ਸੱਚਿਤ ਆਨੰਦ ਪਰਮਾਨੈਂਟ ਖੁਸ਼ੀ ਮਿਲ ਜਾਂਦੀ ਹੈ ਬੰਦੇ ਨੂੰ, ਉੱਥੇ ਫਿਰ ਨਾ ਚੜ੍ਹਦੀ ਹੈ ਨਾ ਲੈਂਦੀ ਹੈ। ਜੇ ਚਿੱਟਾ ਪਾਊਡਰ ਖਾਂਦੇ ਆ, ਸਿਗਰਟ ਪੀ ਲੈਂਦੇ ਆ, ਕੋਈ ਰਾਤ ਨੂੰ ਦਾਰੂ ਪੀ ਲੈਂਦੇ ਆ, ਉਹ ਰਾਤ ਨੂੰ ਪੀਂਦੇ ਆ, ਸਵੇਰੇ ਗੋਡੇ ਗਿੱਟੇ ਦੁਖੀ ਜਾਂਦੇ ਨੇ। ਪਰ ਜੇ ਮੈਡੀਟੇਸ਼ਨ ਕਰਕੇ ਤੁਸੀਂ ਆਪਣਾ ਅੰਦਰਲਾ ਦਰਵਾਜ਼ਾ ਖੋਲ੍ਹ ਲੈਣੇ, ਅੰਦਰ ਵੜ ਜਾਂਦੇ ਹੋ, ਫਿਰ ਤੁਹਾਨੂੰ ਅਜਿਹਾ ਨਸ਼ਾ ਹਰ ਵਕਤ ਆਉਂਦਾ ਰਹਿੰਦਾ। ਤੁਸੀਂ ਦੇਖਿਆ ਹੋਊਗਾ, ਜਿਹੜੇ ਸਾਧੂ ਸੰਤ ਮਸਤ ਹੁੰਦੇ ਨੇ, ਉਹ ਕਿਸੇ ਦੀ ਕਰਦੇ। ਰਵਿਦਾਸ ਨੇ ਕਦੇ ਨਹੀਂ ਕਿਹਾ ਕਿ ਮੈਂ ਜੁੱਤੀਆਂ ਨਹੀਂ ਬੁਣਨੀਆਂ, ਮੈਂ ਤਾਂ ਵੱਡੀ ਸਾਰੀ ਕੋਠੀ ਪਾਉਣੀ ਹੈ, ਕਿ ਮੀਰਾ ਬਾਈ ਮੇਰੀ ਭਗਤ ਹੈ। ਉਹ ਅਸਲੀ ਸੰਤ ਸੀਗੇ।
ਸੋ ਇਸ ਕਰਕੇ ਉਹਨਾਂ ਨੂੰ ਅੰਦਰਲਾ ਆਨੰਦ ਸੀਗਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਨਾ, ਬੁੱਲਿਆ ਸ਼ਾਹ ਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ ਤਾਈਂ ਜਾਨ ਜੁਦਾਈਆਂ ਸਹਿੰਦੀ ਹੈ। The Lord is not separated from us. Apart from Lord there is none else, but we have not eyes to see. That is why we are suffering from the pangs of separation. ਤਾਈਂ ਜਾਨ ਜੁਦਾਈਆਂ ਸਹਿੰਦੀ ਹੈ। That's why we suffer the pangs of separation. ਸੋ ਇਸ ਕਰਕੇ ਹੈ ਕਿਉਂਕਿ ਸਾਡੇ ਕੋਲ ਅੱਖ ਨਹੀਂ ਹੈ। ਅੱਖ ਜਦੋਂ ਖੁੱਲ੍ਹ ਗਈ ਨਾ ਫਿਰ ਸਾਨੂੰ ਪਤਾ ਲੱਗ ਜੂਗਾ ਵੀ ਕਣ ਕਣ ਦੇ ਵਿੱਚ ਉਹ ਪਰਮਾਤਮਾ ਹੈ। ਉਸੇ ਤਰ੍ਹਾਂ ਹੀ ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। As the oil is in sesame seed, fire is in flint stone, so is your husband, so is your Lord within you. Wake up if you can. ਮਿਹਨਤ ਕਰਨੀ ਪੈਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੀ ਪਰਮਾਤਮਾ ਦੀ ਜਿਹੜੀ ਤਾਕਤ ਹੈ ਨਾ, ਇਟਸ ਏ ਅਨਸਪੋਕਨ ਲੈਂਗੁਏਜ, ਇਟਸ ਅਨਰਿਟਨ ਲੈਂਗੁਏਜ। ਨਾ ਇਹਨੂੰ ਲਿਖਿਆ ਜਾ ਸਕਦਾ ਕਿਤਾਬਾਂ 'ਚ, ਪੋਥੀਆਂ 'ਚ ਵੀ ਪਰਮਾਤਮਾ ਕਿਹਨੂੰ ਕਹਿੰਦੇ ਨੇ, ਅਤੇ ਨਾ ਹੀ ਇਹਨੂੰ ਅਸੀਂ ਸ਼ਬਦਾਂ ਦੇ ਵਿੱਚ ਬੋਲ ਸਕਦੇ ਹਾਂ। ਅਸੀਂ ਕਹਿੰਦੇ ਹਾਂ ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਸੀਤਾ ਸੀਤਾ, ਇਹ ਸਾਰੇ ਜਿਹੜੀਆਂ ਨੇ ਬੋਲਣ ਦੇ ਨਾਲ ਨੇ। ਪਰ ਇਹ ਜਿਹੜੀ ਸੀ, ਜੇ ਆਪਾਂ ਦੇਖੀਏ ਰੱਬ ਨੂੰ, ਰੱਬ ਦਾ ਕੀ ਮਤਲਬ ਹੈ? ਰੱਬ ਗੋਡ, GOD, G ਮੀਨਸ ਗਿਵਰ, O ਮੀਨਸ ਓਪਰੇਟਰ ਐਂਡ ਡੀਜ਼ ਮੀਨ ਡਿਸਟਰੋਇਰ। ਕਿ ਇਹ ਸ਼ਕਤੀ ਦਾ ਕੰਮ ਕੀ ਹੈ ਕਿ ਸਾਰਿਆਂ ਨੂੰ ਬਣਾਉਂਦੀ ਹੈ, ਉਹਨੂੰ ਪਾਲਣ ਕਰਦੀ ਹੈ ਅਤੇ ਅਖੀਰ ਦੇ ਵਿੱਚ ਉਹਦਾ ਵਿਨਾਸ਼ ਕਰ ਦਿੰਦੀ ਹੈ। ਉਹਨੂੰ ਗੋਡ ਕਹਿੰਦੇ ਆ, ਪਾਵਰ ਨੂੰ ਕਹਿੰਦੇ ਆ। ਐਕਚੁਅਲੀ ਦ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ nor heard by physical eyes. Only the inner ears can hear its divine melody and inner eyes sees its light. ਜਿਹੜੀਆਂ ਅੰਦਰਲੀਆਂ ਅੱਖਾਂ ਨੇ ਨਾ, ਉਹਦੇ ਨਾਲ ਸਾਨੂੰ ਜੋਤ ਨਜ਼ਰ ਆ ਗਈ। ਜਿਵੇਂ ਕਿ ਪਲਟੂ ਸਾਹਿਬ ਨੇ ਕਿਹਾ ਸੀਗਾ, ਉਲਟਾ ਕੁਆਂ ਗगन में तिसमें जरे चिराग, तिसमें जरे चिराग बिना रोगन बिन बाती। समझे? उल्टा कुआं गगन में तिसमें जरे चिराग, तिसमें जरे चिराग बिना रोगन बिन बाती। ਅੱਗੇ ਮੈਨੂੰ ਕੋਈ ਲਾਈਨ ਭੁੱਲ ਗਈ ਕੀ ਸੀ। ਉਹਦਾ ਪਰਪਸ ਕੀ ਸੀਗਾ ਕਿ ਜਿਹੜਾ ਸਾਡਾ ਸਰੀਰ ਹੈ ਨਾ, ਜਿਹੜਾ ਸਾਡਾ ਸਿਰ ਹੈ, ਜਿਹੜਾ ਸਾਡਾ ਸਿਰ ਹੈ ਉਲਟਾ ਖੂਹ ਹੈ, ਉੱਪਰੋਂ ਬੰਦ ਹੈ, ਥੱਲਿਓਂ ਖੁੱਲ੍ਹਾ। ਸੋ ਉਹਦੇ ਵਿੱਚ ਇੱਕ ਚਿਰਾਗ ਇੱਥੇ ਜਗਦਾ, ਥਰਡ ਆਈ ਤੇ, ਸਿੰਗਲ ਆਈ ਤੇ। ਜਦੋਂ ਅਸੀਂ ਮਿਹਨਤ ਕਰਕੇ ਆਪਣੇ ਹੱਡ ਪੈਰ ਮਾਸ, ਜਿਉਂ ਸਪੋਜ਼ ਸਾਡੇ ਬਾਂਸਲ ਸਾਹਿਬ ਦੀ, ਸ਼ੀਤਲ ਬਾਂਸਲ ਜੀ ਦੀ ਡੈਥ ਹੋਈ, ਕਮਲੇ ਮੇਰੇ ਵਾਈਫ ਦੇ ਬ੍ਰਦਰ ਨੇ, ਤੁਸੀਂ ਦੇਖਿਆ ਹੋਊਗਾ ਪਹਿਲਾਂ ਉਹਨਾਂ ਦੀਆਂ ਲੱਤਾਂ ਬਾਂਹ ਸਾਰੀਆਂ ਸੁੰਨ ਹੋ ਗਈਆਂ, ਸਭ ਹੋ ਗਈਆਂ। ਅਖੀਰ ਦੇ ਵਿੱਚ ਜਿਹੜੀ ਆਤਮਾ ਇੱਥੇ ਆ ਗਈ, ਇੱਥੋਂ ਖਹਿੜਾ ਛੱਡ ਗਈ, ਹਮੇਸ਼ਾ ਦੇ ਲਈ ਅਸੀਂ ਮਰ ਗਏ। ਪਰ ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਉਹ ਇੱਥੇ ਆਉਂਦੇ ਨੇ, ਅੰਦਰਲੇ ਨਜ਼ਾਰੇ ਦੇਖਦੇ ਨੇ, ਫਿਰ ਵਾਪਸ ਆ ਜਾਂਦੇ ਨੇ। ਇਹੀ ਫਰਕ ਹੈ ਜਿਉਂਦੇ ਜੀ ਮਰਨਾ ਅਤੇ ਪਰਮਾਨੈਂਟ ਮਰਨ ਦੇ ਵਿੱਚ। ਸੋ ਜਦੋਂ ਅਸੀਂ ਉਸ ਮਿਹਨਤ ਕਰਕੇ ਜੋਤ ਨੂੰ ਦੇਖਦੇ ਹਾਂ, ਉਹ ਜਿਹੜੀ ਜੋਤ ਹੈ ਨਾ ਉਹਨੂੰ ਬੱਤੀ ਦੀ ਲੋੜ ਹੈ ਅਤੇ ਨਾ ਹੀ ਉਹਨੂੰ ਤੇਲ ਦੀ ਲੋੜ ਹੈ। ਜਿੰਨੀਆਂ ਵੀ ਜੋਤਾਂ ਆਪਾਂ ਦੁਨੀਆ ਦੇ ਵਿੱਚ ਜਗਾਉਂਦੇ ਹਾਂ, ਐਵਰੀਬਡੀ ਨੀਡਸ ਵੀਕਐਂਡ ਆਇਲ। ਠੀਕ ਹੈ ਨਾ, ਆਪਾਂ ਨੂੰ ਪਤਾ ਹੀ ਹੈ, ਜ਼ਿਆਦਾ ਤੇਲ ਪਾ ਦਿਓ, ਜੋ ਮੁੱਕਦਾ ਫੇਰ ਪਾ ਦੇਣੇ, ਜਾਂ ਜੋਤ ਉਹਦੇ ਬੱਤੀ ਪਾ ਦਿੰਦੇ ਹਾਂ। ਪਰ ਜਿਹੜੀ ਅੰਦਰਲੀ ਜੋਤ ਹੈ, ਜਿਹੜੇ ਕਿ ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ ਸਮਝਾਉਣ ਦੇ ਲਈ ਸਾਨੂੰ ਬਾਹਰ ਇਸ਼ਾਰੇ ਕੀਤੇ, ਉਹ ਸਾਡੇ ਅੰਦਰ ਹੈ। ਉਹਨੂੰ ਨਾ ਬੱਤੀ ਦੀ ਲੋੜ ਹੈ, ਨਾ ਤੇਲ ਦੀ ਲੋੜ ਹੈ, ਉਹ ਹਮੇਸ਼ਾ ਤੋਂ ਜਲਦੀ ਰਹਿੰਦੀ ਹੈ। ਪਰ ਜਿਹੜੀ ਬਾਹਰਲੀ ਜੋਤ ਹੈ, ਜੇ ਅਸੀਂ ਦੋ ਚੀਜ਼ਾਂ ਨਾ ਪਾਈਏ ਤਾਂ ਬੁੱਝ ਜਾਂਦੀ ਹੈ। ਸੋ ਇਸ ਕਰਕੇ ਜੇ ਅਸੀਂ ਅੰਦਰਲੀ ਜੋਤ ਦੇ ਜੇ ਦਰਸ਼ਨ ਕਰਨੇ ਆ, ਤਾਂ ਉਹਦਾ ਫਾਇਦਾ ਇਹ ਹੈ ਕਿ ਜਦੋਂ ਤੁਸੀਂ ਉਹਦੇ ਦਰਸ਼ਨ ਕੀਤੇ, ਜਦੋਂ ਤੁਸੀਂ ਇੱਕਮਿਕ ਹੋ ਗਏ, ਅਤੇ ਉਹਦੇ ਵਿੱਚੋਂ ਫਿਰ ਤੁਹਾਨੂੰ ਸਾਊਂਡ ਆਉਂਦੀ ਹੈ। ਉਹ ਇੰਨੀ ਮਿੱਠੀ ਸਾਊਂਡ ਹੁੰਦੀ ਹੈ, ਜਿਵੇਂ ਗੱਡੀ ਦੇ ਉੱਤੇ ਜਿਹੜੀਆਂ ਲਾਈਨਾਂ ਦੇ ਉੱਤੇ ਖੜਕਾ ਹੁੰਦਾ, ਜਾਂ ਚਿੜੀਆਂ ਦੀ ਆਵਾਜ਼ ਆਉਂਦੀ ਹੈ, ਜਾਂ ਜਹਾਜ਼ ਦੀ ਆਵਾਜ਼ ਆਉਂਦੀ ਹੈ, ਜਾਂ ਹਵਾ ਤੇਜ਼ੀ ਦੀ ਆਵਾਜ਼ ਆਉਂਦੀ ਹੈ। ਇਹ ਜਿਹੜੀਆਂ ਬਾਹਰਲੀਆਂ ਆਵਾਜ਼ਾਂ ਵੀ ਵਧੀਆ ਨੇ, ਮਜ਼ਾ ਆਉਂਦਾ, ਜਾਂ ਕੀਰਤਨ ਦੀ ਆਵਾਜ਼ ਆਉਂਦੀ ਹੈ, ਤੁਸੀਂ ਮਿਊਜ਼ਿਕ ਸੁਣਦੇ ਆ। ਪਰ ਜਿਹੜੀ ਉਹ ਆਵਾਜ਼ ਜਿਹੜੀ ਹੈਗੀ, ਉਹ ਜਦੋਂ ਅਸੀਂ ਸੁਣਦੇ ਹਾਂ, ਉਹ ਸਾਰੀਆਂ ਨਕਲਾਂ ਬਣਾਈਆਂ, ਅਸਲੀ ਆਨੰਦ ਤਾਂ ਬਹੁਤ ਆਉਂਦਾ। ਸੋ ਇਸ ਕਰਕੇ ਆਪਾਂ ਇਸੇ ਟੌਪਿਕ ਨੂੰ ਕੰਟੀਨਿਊ ਰੱਖਦੇ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਰਿਕੁਐਸਟ ਕੀਤੀ ਵੀ ਜਿਹੜੇ ਵੀ ਕਿਸੇ ਕੋਈ ਆਪਣੇ ਮੈਂਬਰ ਜਿੱਤੇ ਨੇ, ਉਹ ਆਪਣਾ ਕੋਈ ਮੈਸੇਜ ਥੈਂਕਸ ਕਰਨਾ ਚਾਹੁਣ ਅਤੇ ਉਹ ਕਰ ਸਕਦੇ ਨੇ। ਅਤੇ ਹੁਣ ਮੇਰੇ ਨਾਲ ਲਾਈਨ 'ਤੇ ਨੇ ਮਿਸਟਰ ਪੈਟਰਿਕ ਬਰਾਊਨ। ਹੀ ਇਜ਼ ਆਵਰ ਮੇਅਰ ਐਂਡ ਹੀ ਵਿਲ ਬੀ ਆਵਰ ਮੇਅਰ ਫਾਰ ਦਾ ਨੈਕਸਟ 4 ਈਅਰ। ਅਤੇ ਮੇਰੀ ਤਾਂ ਵਿਸ਼ਾ ਵੀ ਜਿਸ ਤਰ੍ਹਾਂ ਉਹ ਮਿਹਨਤ ਕਰਦੇ ਨੇ, ਜਿਸ ਤਰ੍ਹਾਂ ਉਹ ਲੋਕਾਂ ਦੀ ਗੱਲ ਸੁਣਦੇ, ਦੇਖੋ ਨਾ, ਇਟਸ ਅ ਵੈਰੀ ਸਿੰਪਲ ਥਿੰਗ। ਆਫਟਰ ਸਕਸੈਸ ਨੋਬਡੀ ਕੇਅਰਸ, देयर फोन्स आर ऑलवेज बिजी, यू कैन लीव द मैसेज दे नैवर हीयर। बट मैं हमेशा ये गल कही सी कि पैट्रिक ब्राउन जो साडे घर भी आए थे, मैं ये गल कही सी कि ही इज़ ए मैन ऑफ प्रिंसीपल। जदों भी फोन करो राइट वे आंसर देंदे ने। तो ये गल की है, 4 साल गोज वेरी फास्ट। दैन अगेन यू हैव टू फेस द पीपल।
if you are doing excellent job, if you are very sincere with the public, definitely your success will be always there. So ਮੈਂ ਇਸੇ ਕਰਕੇ ਕਿਹਾ ਸੀਗਾ ਇਲੈਕਸ਼ਨ ਦੇ ਟਾਈਮ 'ਚ ਮੈਨੂੰ ਕਹਿੰਦੇ ਤੁਸੀਂ ਐਵੇਂ ਕੋਈ ਜੋਤਿਸ਼ ਕਿਉਂ ਕਰਦੇ ਹੋ, ਮੈਂ ਕਿਹਾ ਸੀ ਬਿਕਾਜ਼ ਆਫ ਹਿਜ਼ ਐਕਸ਼ਨ, ਬਿਕਾਜ਼ ਆਫ ਹਿਜ਼ ਲੋਇਲਟੀ ਟੂਵਰਡਸ ਬਰੈਂਪਟਨ, ਇਹਨਾਂ ਦੇ ਇਹ ਡੈਫੀਨੇਟਲੀ ਜਿੱਤਣਗੇ। ਅਸੀਂ ਤਾਂ ਮੈਂ ਹਰਕੀਰਤ ਸਿੰਘ ਬਾਰੇ ਕਿਹਾ ਸੀਗਾ, ਉਹ ਜਿੱਤ ਗਏ ਨੇ। ਸੋ ਹੁਣ ਉਹ ਮੇਰੀ ਲਾਈਨ ਤੇ ਨੇ, ਪੈਟਰਿਕ ਬਰਾਊਨ, ਹੀ ਵਾਂਟ ਟੂ ਸੇ thanks to the public. So let me welcome Mr. Patrick. Welcome to the show. Well, great to be on the show. I just wanted to call in today to say thank you. Thank you for the confidence and the support of Bramptonians, and I don't take that responsibility lightly. I'm going to do everything I can day in and day out to fight for Brampton, to move the city forward, and to do everything I can not to let down the residents of Brampton. This is a wonderful community, a wonderful city, and I know there's so much more our city can achieve to make it an example for other municipalities. And you're right, quite often you have an election, you hear from politicians, and then they disappear, and that's certainly not going to be my approach. I want to have an ongoing dialogue with residents to make sure we can serve the residents in a manner that is consistent with their aspirations. Yeah, it's 100% true. I remember it this morning. I sent you the message within 5-10 minutes. You said, okay, I want to come on the radio show. That's the quality of the true leadership, true politician. Those who people, they lost from the city. They are not very thankful. They are fighting with everybody. Oh, you never cast the vote for me. You never cast the vote for me. And think about it, next after 4 years, after 3 years, if they have to re-elect again, people, they never support them. So the honest people, those who think about it, if there is any minus point, why I'm lose, they should introspect themselves. So, and if you win, you should be more polite, more humble, and more trustworthy with the public, so that it should be a talk of the town that Patrick Brown is helping and he's giving the positive response, and he's always there for the welfare of the city. So, Mr. Patrick, now we can guess that the medical school you will work hard. Rest, leave it up to God, whatever his plan. Our planning is for sincerity. I think the medical college will come in 2025. Yeah, the medical college is all set. That's a done deal, and we're going to continue to push for more educational investments in the city. Now that we've got a clear majority around the table, a big mandate, I think we're going to be able to push for a lot more for the city of Brampton. Right. Now you are only one family. Majority is absolute majority. You have, if 1 or 2 people are there, they will be automatically, if they have a brain, they can always support to you. Because at that time, sometimes we are listening to our mind, that the mind is very negative power, and he always take it to the wrong places, and those people who listen to their mind, and ultimately they lose, they are nothing, and the new people are here in your council, and now you have a good majority, and you have all your friends, and you are very very active in the politics, as well as now you've already decided 100% that you have to stay in Brampton. No need to go anywhere. Even the prime ministership they can offer you. Still, Patrick Brown mayor is 100 times better than even the prime ministership. Do you agree with me? I'm happy to stay in Brampton for a very long time. I love the city, and I'm not considering any other ventures. Brampton. That's my focus. Okay. Anything else you want to say? Because I know you are very busy today. So but thank you so much for having me on the show, and know that I'm available anytime. If you want to have me on in future weeks to answer questions from your listeners, I'm only a phone call away, and grateful for the opportunity to join you today. Okay. Thank you very much, Mr. Patrick. Okay. Thank you. Thank you. ਸੋ ਇਹ ਸੀ ਪੈਟਰਿਕ ਬਰਾਊਨ, ਜਿਹੜੇ ਕਿ ਆਪਣੇ ਬਰੈਂਪਟਨ ਦੇ ਹੁਣ ਨਵੇਂ 4 ਸਾਲਾਂ ਦੇ ਲਈ ਮੇਅਰ ਚੁਣੇ ਗਏ ਨੇ। ਪਹਿਲਾਂ ਵੀ ਨੇ ਮੇਅਰ, ਹੁਣ ਇਹਨਾਂ ਨੇ ਜਿਹੜੀ ਓਥ ਹੈ ਉਹ ਮੇਰੇ ਖਿਆਲ ਦਸੰਬਰ ਦੇ ਵਿੱਚ ਹੋਏਗੀ। ਫਿਰ ਨਵੇਂ ਜਿਹੜੇ ਮੈਂਬਰ ਨੇ ਉਹ ਵੀ ਫੁੱਲਫਿਲਿੰਗ, ਹਾਲੇ ਤਾਂ ਪੁਰਾਣੇ ਮੈਂਬਰ ਹੀ ਐਗਜ਼ਿਸਟ ਕਰਦੇ ਨੇ ਤਨਖਾਹ ਦੇ ਮੁਤਾਬਕ ਵੀ ਤੇ ਪਾਵਰਸ ਦੇ ਮੁਤਾਬਕ ਵੀ, ਪਰ ਇਹ ਚੁਣ ਲਏ ਗਏ ਨੇ ਇਹਨਾਂ ਨੇ ਦਸੰਬਰ ਦੇ ਵਿੱਚ। ਮੇਰੇ ਖਿਆਲ ਇਫ ਆਮ ਨਾਟ ਰੌਂਗ, ਮੇ ਬੀ ਆਮ ਰੌਂਗ, ਬਟ ਆਈ ਥਿੰਕ ਸੋ ਇਨ ਦਸੰਬਰ ਦੇ ਵਿੱਚ ਇਹਨਾਂ ਨੇ ਜਦੋਂ ਸਹੁੰ ਚੱਕਣੀ ਹੈ, ਫਿਰ ਇਹ ਨੈਕਸਟ ਜਿਹੜੇ 4 ਸਾਲ ਲਈ ਇਹ ਆਪਣੀਆਂ ਸੇਵਾਵਾਂ ਨੂੰ ਕੰਟੀਨਿਊ ਰੱਖਣਗੇ। ਸੋ ਮੈਂ ਹੋਰ ਵੀ ਕਹਿੰਦਾ, ਜਿਹੜੇ ਵੀ ਭੈਣ ਭਰਾ ਨੇ ਕੋਈ ਥੈਂਕਸ ਕਰਨਾ ਕਰੋ, ਇਹ ਕਰਨ ਦਾ ਮੌਕਾ ਹੁੰਦਾ। ਜਦੋਂ ਅਸੀਂ ਭੁੱਲ ਜਾਂਦੇ ਹਾਂ, ਜਦੋਂ ਅਸੀਂ ਕਹਿੰਦੇ ਵੱਡੇ ਸਾਰੇ ਗਰੁੱਪ 'ਚ ਜਾਵਾਂਗੇ, ਜਾਂ ਵੱਡੇ ਸੇਠਾਂ ਕੋਲੇ ਜਾਵਾਂਗੇ, ਜਾਂ ਵੱਡੇ ਪਾਵਰ ਵਾਲੇ ਕੋਲੇ ਜਾਵਾਂਗੇ, ਉਹ ਤਾਂ ਜੀ ਗੁਰਦੁਆਰੇ ਦਾ ਪ੍ਰਧਾਨ ਆ ਜੀ, ਉਹ ਮੰਦਿਰ ਦਾ ਪ੍ਰਧਾਨ ਆ, ਉਹਦਾ ਥੈਂਕਸ ਕਰ ਦਿਓ। ਮੰਦਿਰ ਦੇ ਪ੍ਰਧਾਨ ਨੂੰ ਮੈਂ ਤੁਹਾਨੂੰ ਅੱਜ ਦੱਸ ਦੇਣਾ, ਗੁਰਦੁਆਰੇ ਦੇ ਪ੍ਰਧਾਨ ਨੇ ਪਤਾ ਨਹੀਂ ਵੋਟ ਪਾਉਣੀ ਆ ਕਿ ਨਹੀਂ ਪਾਉਣੀ ਤੁਹਾਨੂੰ। ਜਿਹੜਾ ਇੱਕ ਆਮ ਸਧਾਰਨ ਬੰਦਾ, ਜੇ ਤੁਸੀਂ ਉਹਦੇ ਦਿਲ 'ਚ ਬੈਠ ਗਏ ਨਾ, ਉਹਦੀ ਵੋਟ ਤੁਹਾਨੂੰ ਪੱਕੀ ਮਿਲ ਜਾਂਦੀ ਹੈ।
ਜਦੋਂ ਅਸੀਂ ਹਾਰਦੇ ਹਾਂ ਉਹ ਇਸੇ ਕਰਕੇ ਹਾਰਦੇ ਹਾਂ, ਜਦੋਂ ਅਸੀਂ ਚੌਧਰੀਆਂ ਦੇ ਨਾਲ ਜੱਫੀਆਂ ਪਾਉਣੇ ਆ, ਚੌਧਰੀਆਂ ਨਾਲ ਗੱਲ ਕਰਦੇ ਹਾਂ, ਆਮ ਬੰਦੇ ਨਾਲ ਨਹੀਂ, ਕਿਉਂਕਿ ਆਮ ਬੰਦੇ ਦੇ ਵਿੱਚ ਦੀ ਵੋਟ ਦੀ ਵੈਲਿਊ ਵੀ ਸੇਮ ਹੈ, ਜਿਹੜੀ ਇੱਕ ਸਟੇਟ ਦੀ ਹੈ, ਜਿਹੜੀ ਇੱਕ ਪ੍ਰਧਾਨ ਦੀ ਹੈ, ਜਿਹੜੇ ਕਿਸੇ ਹੋਰ MP ਦੀ ਹੈ ਜਾਂ MPP ਦੀ ਹੈ। ਸੋ ਇਸ ਕਰਕੇ ਤੁਸੀਂ ਆਮ ਬੰਦਿਆਂ ਨਾਲ ਜੁੜੋ, ਆਮ ਬੰਦਿਆਂ ਦੀਆਂ ਤਕਲੀਫਾਂ ਨੂੰ ਸਮਝੋ, ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਤੇ ਜਦੋਂ ਤੁਸੀਂ ਆਮ ਬੰਦੇ ਦੀ ਸੁਧਾਰਨ ਦੀ ਗੱਲ ਸੁਣਦੇ ਹੋ ਨਾ, ਉਹ ਜਦੋਂ ਖੁਸ਼ ਹੋ ਜਾਂਦਾ ਤੇ ਸਮਝ ਲਓ ਫਿਰ ਪਰਮਾਤਮਾ ਖੁਸ਼ ਹੁੰਦਾ। ਵੱਡੇ ਆਦਮੀ ਦੇ ਵਿੱਚ ਕੁਝ ਪਰਪਸ ਰੱਖਿਆ ਹੁੰਦਾ। ਜੇ ਮੈਂ ਹੁਣ ਸਪੋਰਟ ਕਿਸੇ ਦੀ ਕਰਾਂ, ਮੈਂ ਸੋਚੂੰਗਾ ਯਾਰ ਮੈਂ ਕੋਈ ਕਹਦੀ ਜੋਨਿੰਗ ਚੇਂਜ ਕਰਾ ਲਾ, ਮੈਂ ਕੋਈ ਮੁੰਡੇ ਨੂੰ ਨੌਕਰੀ 'ਚ ਫਸਾ ਦਿਆਂ, ਉਹ ਤਾਂ ਈਗੋਇਸਟਿਕ ਅਪਰੋਚ ਹੈ, ਉਹ ਤਾਂ ਸੈਲਫਿਸ਼ ਅਪਰੋਚ ਹੈ। ਪਰ ਜਦੋਂ ਬੰਦਾ ਨਿਸ਼ਕਾਮ ਸੇਵਾ ਕਰਦਾ, ਕਿਸੇ ਦੀ ਹੈਲਪ ਕਰਦਾ, ਤੇ ਅੱਗਿਓਂ ਜਿਹੜਾ ਪਾਵਰ ਵਾਲਾ ਉਹ ਵੀ ਨਿਸ਼ਕਾਮ ਸੇਵਾ ਹੋ ਕੇ ਸਾਰਿਆਂ ਦੀ ਕਰਦਾ, ਤਾਂ ਲੋਕਾਂ ਦੇ ਵਿੱਚ ਉਹਦੀ ਜੈ-ਜੈਕਾਰ ਹੁੰਦੀ ਹੈ। ਤੇ ਫਿਰ ਉਹਦੀ ਜਿਹੜੀ ਸਕਸੈਸ ਹੈ ਉਹ ਜਿੱਥੇ, ਕਿਉਂਕਿ ਲੋਕਾਂ ਦੇ ਵਿੱਚ ਪਰਮਾਤਮਾ ਵਾਸਤੇ ਲੋਕਾਂ ਦੇ ਵਿੱਚ ਉਹਦੀ ਪਹੁੰਚ ਹੋ ਜਾਂਦੀ ਹੈ। ਬਹੁਤ ਵਧੀਆ ਬੰਦਾ, ਵਧੀਆ। ਇਸ ਕਰਕੇ ਇਹ 4, 8, 10, 12, 14, ਇਹ ਤਾਂ 20, 25, 25, 30 ਸਾਲ ਈਵਨ ਜਿੰਨਾ ਚਿਰ ਤੱਕ ਕਹਿੰਦੇ ਨੇ ਸੁਣਨਾ ਬੰਦ ਨਾ ਹੋਵੇ, ਦੇਖਣਾ ਬੰਦ ਨਾ ਹੋਵੇ, ਉਹਨਾਂ ਚਿਰ ਤੱਕ ਮੇਅਰ ਰਹਿੰਦੇ ਨੇ। ਆਪਣੇ ਕੋਲ ਮਿਸੀਸਾਗਾ ਦੀ ਜਿਹੜੀ ਸੀਗੀ ਉਹਦੀ ਮੇਅਰ ਦੀ ਐਗਜ਼ਾਮਪਲ ਹੈ, ਕਿਉਂਕਿ ਚੰਗੇ ਕੰਮ ਕਰੋ। ਸੋ ਇਸ ਕਰਕੇ ਹਮੇਸ਼ਾ ਹੀ ਕੋਸ਼ਿਸ਼ ਕਰਿਆ ਕਰੋ ਚੰਗੇ ਕੰਮ ਕਰਨ ਲਈ। ਸੋ ਆਪਾਂ ਜਿਹੜੀ ਟੌਪਿਕ 'ਤੇ ਗੱਲ ਕਰਦੇ ਸੀ ਉਹਦੇ ਵਾਪਸ ਆਉਂਦੇ ਹਾਂ ਕਿ ਪਰਮਾਤਮਾ ਜਿਹੜਾ ਹੈਗਾ ਨਾ ਉਹ ਸਾਡੇ ਸਰੀਰ ਦੇ ਵਿੱਚ ਹੈ। ਕਿਉਂਕਿ ਅੱਜ ਮੈਂ ਟੌਪਿਕ ਤਾਂ ਲਿਆ ਵੀ ਕਿਉਂਕਿ ਸਾਡੇ ਮੇਰੇ ਵਾਈਫ ਦੇ ਬ੍ਰਦਰ ਜਿਹੜੇ ਸੀਗੇ ਸ਼ੀਤਲ ਬਾਂਸਲ, ਉਹਨਾਂ ਦੀ ਡੈਥ ਹੋਈ ਹੈ। ਉਹ ਬੜੇ ਹਸਮੁਖ ਸੀਗੇ। ਕਮੀਆਂ ਨਹੀਂ ਹੁੰਦੀਆਂ, ਕਮੀਆਂ ਦੇਖੋ, ਕਮੀਆਂ ਜਦੋਂ ਬੰਦਾ ਸਰੀਰ ਗਿਆ, ਕਮੀਆਂ ਗਈਆਂ ਨਾਲ ਹੀ। ਹਾਂਜੀ, ਤੇ ਇਸ ਕਰਕੇ ਜਿਹੜੀਆਂ ਚੰਗੀਆਂ ਗੱਲਾਂ ਨੇ ਨਾ, ਆਪਾਂ ਉਹਦੀਆਂ ਹੁਣ ਗੱਲਾਂ ਕਰੀਏ। ਚੰਗੀਆਂ ਗੱਲਾਂ ਕਰਨ ਦਾ ਸਿਰਫ ਇਹ ਮਤਲਬ ਹੈ ਵੀ ਉਹਦੇ ਬਾਰੇ ਨਾ ਕਰੋ, ਉਹਨਾਂ ਤੋਂ ਅਸੀਂ ਕੋਈ ਫਾਇਦਾ ਲਈਏ। ਜਦੋਂ ਅਸੀਂ ਸ਼ਮਸ਼ਾਨ ਘਾਟ 'ਚ ਜਾਂਦੇ ਹਾਂ ਤੇ ਫਿਊਨਰਲ ਹੋਮ 'ਚ ਬਾਲਾ ਸਾਹਿਬ ਦੇ ਜਾਂਦੇ ਹਾਂ, ਮੋਸਟਲੀ ਕੀ ਕਰਦੇ ਨੇ, ਨੀਵੀਂ 'ਚ ਪਾ ਕੇ ਬਹਿੰਦੇ ਨੇ ਅਤੇ ਉੱਥੇ ਭਾਈ ਜੀ ਨੇ ਆ ਕੇ ਆਪਣੀ ਜਪਜੀ ਸਾਹਿਬ ਦਾ ਪਾਠ ਕਰ ਦੇਣਾ, ਪੰਡਿਤ ਜੀ ਨੇ ਆਪਣਾ ਕਰ ਦੇਣਾ, ਮੁੜ ਕੇ ਸਾਨੂੰ ਫੁੱਲ ਫੜਾ ਦੇਣਾ, ਫੁੱਲ ਫੜਾ ਕੇ ਅਸੀਂ ਡੈੱਡ ਬੋਡੀ ਦੇ ਹੱਥ ਜੋੜ ਦੇਣੇ ਆ। ਨਾਲ ਹੀ ਘਰ ਵਾਲੀ ਦਾ ਜਾਂ ਕਿਸੇ ਘਰੋਂ ਫੋਨ ਆ ਜਾਂਦਾ ਵੀ ਹੋਰ ਕਿੰਨਾ ਕੁ ਚਿਰ ਲਾਏਗਾ, ਉਹ ਕਹਿੰਦਾ ਬਸ ਮੈਂ ਫੁੱਲ ਰੱਖ ਕੇ 2-4 ਮਿੰਟ ਬਾਅਦ ਲੈ ਕੇ ਜਾਣ ਲੱਗੇ ਨੇ, ਉਹ ਕਹਿੰਦਾ ਆਉਂਦੇ ਹੋਏ ਦੁੱਧ ਫੜ ਨਹੀਂ। ਉਹ ਇਹ ਗੱਲ ਭੁੱਲ ਹੀ ਜਾਂਦੇ ਆ ਵੀ ਤੁਸੀਂ ਉਸ ਟਾਈਮ ਤੱਕ ਕੁਛ ਸੋਚ ਲਓ। ਜਿਹੜੀ ਡੈਥ ਹੁੰਦੀ ਹੈ ਉਹਦਾ ਪਰਪਸ ਸਿੱਖਣ ਦਾ, ਮੇਨ ਪਰਪਸ ਜਿੱਥੇ ਵੀ ਅਸੀਂ ਦੁੱਖ ਦੇ ਵਿੱਚ ਜਾਂਦੇ ਹਾਂ, ਸੁੱਖ ਦੇ ਵਿੱਚ ਜਾਂਦੇ, ਸਿੱਖਣ ਦਾ ਵੀ ਜਿਹੜੀਆਂ ਇਹਨੇ ਗਲਤੀਆਂ ਕੀਤੀਆਂ ਇਹ ਕਿਹੜਾ ਨਾਲ ਲੈ ਗਿਆ, ਮੈਂ ਉਹ ਗਲਤੀਆਂ ਨਾ ਕਰਾਂ। ਜਿਹੜੀਆਂ ਇਹਨੇ ਚੰਗੀਆਂ ਗੱਲਾਂ ਕੀਤੀਆਂ ਉਹ ਮੈਂ ਅਡਾਪਟ ਕਰਾਂ, ਤਾਂ ਕਿ ਜਿਵੇਂ ਇਹਦੀਆਂ ਗੱਲਾਂ ਚੰਗੀਆਂ ਹਮੇਸ਼ਾ ਹਮੇਸ਼ਾ ਲਈ ਯਾਦ ਰਹਿਣਗੀਆਂ, ਸੋ ਉਹ ਗੱਲਾਂ ਮੇਰੇ ਦੇ ਵਿੱਚ ਵੀ ਆਉਣ। ਸੋ ਸਾਨੂੰ ਆਪਣੇ ਆਪ ਨੂੰ ਸਿੱਖਣ ਦੀ ਲੋੜ ਹੁੰਦੀ ਹੈ ਜਿੱਥੇ ਵੀ ਜਾਂਦੇ ਹਾਂ। ਸੁੱਖ ਦੇ ਵਿੱਚ ਜਾਂਦੇ ਹਾਂ, ਦੁੱਖ 'ਚ ਜਾਂਦੇ ਹਾਂ, ਉਹ ਸਿੱਖ ਕੇ ਆਓ। ਸਿਰਫ ਗੱਲਾਂ ਬਾਤਾਂ ਕਰਕੇ, ਫਾਰਮੈਲਿਟੀ ਕਰਕੇ, ਅੱਛਾ ਜੀ ਉਹ ਜਿਹੜੇ ਘਰ ਦੇ ਜਿਨ੍ਹਾਂ ਦਾ ਕੋਈ ਬੰਦਾ ਤੁਰਿਆ ਹੁੰਦਾ ਉਹੀ ਗੱਲ ਮੁੜ ਕੇ, ਅੱਛਾ ਜੀ ਕਿਵੇਂ ਹੋ ਗਿਆ ਭੈਣ ਜੀ, ਭਾਈ ਸਾਹਿਬ ਕਿਵੇਂ ਹੋ ਗਿਆ, ਉਹੀ ਗੱਲ ਮੁੜ ਕੇ ਫੇਰ ਉਹ 10 ਮਿੰਟ ਬਾਅਦ ਫੇਰ ਆ ਗਿਆ, ਉਹਨੇ ਕਹਿੰਦਾ ਅੱਛਾ ਜੀ ਕਿਵੇਂ ਹੋ ਗਿਆ, ਪਤਾ ਉਹਨੂੰ ਵੀ ਹੁੰਦਾ ਤੇ ਉਹ ਦੱਸੇ ਨਾਲ 10 ਕਿਲੋ ਸਿਰ ਦੁਖਣ ਲੱਗ ਜਾਂਦਾ। ਇਹ ਮੀਅਰ ਫਾਰਮੈਲਿਟੀਜ਼ ਨੇ। ਚੰਗੀ ਗੱਲ ਇਹ ਹੈ ਵੀ ਚੰਗੀਆਂ ਗੱਲਾਂ ਕਰੀਏ, ਸਿੱਖੀਏ ਕੀ ਫਾਇਦਾ ਉਦੋਂ ਹੋਇਆ, ਸਾਨੂੰ ਕੀ ਕਰਨਾ ਚਾਹੀਦਾ। ਜੇ ਅੱਜ ਉਹ ਚਲਿਆ ਗਿਆ ਸਾਨੇ ਵੀ ਚਲੇ ਜਾਣਾ, ਤੇ ਉਡੀਕਦੇ ਹੁੰਦੇ ਆਪਾਂ। ਰੱਬ ਮੌਤ ਦੀ ਕੋਈ ਗਰੰਟੀ ਨਹੀਂ। ਜਿਹੜਾ ਬੰਦਾ ਪੂਰੀ ਤਰ੍ਹਾਂ ਬਿਮਾਰ ਪਿਆ, ਉਹਨਾਂ ਦੇ ਭਾਈ ਸਾਹਿਬ ਬਹੁਤ ਬੁਰੀ ਤਰ੍ਹਾਂ ਬਿਮਾਰ ਪਏ ਨੇ ਕਿੰਨੇ ਚਿਰ ਤੋਂ, ਉਹ ਠੀਕ ਠਾਕ ਨੇ। ਸਿਸਟਰ ਬਿਮਾਰ ਹੈ, ਪੂਰੀ ਦੁਖੀ ਹੈ, ਉਹ ਠੀਕ ਠਾਕ ਹੈ। ਜਿਹੜੇ ਹੱਸਦੇ ਸੀ, ਖੇਡਦੇ ਸੀ, ਵਧੀਆ ਕੱਪੜੇ ਪਾ ਕੇ ਸ਼ੇਵ ਸ਼ੂਵ ਕਰਕੇ ਚੱਲੇ ਸੀ ਸਤਸੰਗ 'ਚ, ਮੰਜੇ ਤੇ ਪਏ ਤੇ ਮੰਜੇ ਤੇ ਉੱਥੋਂ ਹੀ ਬਾਹਰ ਨਿਕਲ ਗਏ ਤੇ ਮੁੜ ਕੇ ਡੈੱਡ ਬੋਡੀ ਹੋਈ ਆਈ। ਸੋ ਇਸ ਕਰਕੇ ਚੰਗੇ ਕੰਮ ਕਰੋ ਤਾਂ ਕਿ ਲੋਕ ਸਾਨੂੰ ਯਾਦ ਰੱਖਣ। ਕਿਸੇ ਪੱਖੋਂ ਵੀ ਕਰੋ, ਕੁਛ ਤਾਂ ਗੁਣ ਪੈਦਾ ਆਪਣੇ 'ਚ ਕਰੋ। ਸੋ ਇਸੇ ਕਰਕੇ ਇਹ ਵੀ ਜਿਹੜਾ ਸਰੀਰ ਹੈ ਨਾ, ਸਰੀਰ ਦਾ ਸਾਨੂੰ ਜਿੰਨਾ ਚਿਰ ਕਹਿੰਦੇ ਨਾ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਰੇ, ਬੋਹਰ ਨਾ ਲਾਗੇ ਡਾਰ। ਜਿਵੇਂ ਦਰਖਤ ਤੋਂ ਇੱਕ ਜਿਹੜਾ ਫਲ ਹੈ ਉਹ ਜਦੋਂ ਪੱਕ ਜਾਂਦਾ ਡਿੱਗਦਾ ਥੱਲੇ ਤੇ ਫਿਰ ਮੁੜ ਕੇ ਵਾਪਸ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਜਿਹੜੇ ਸਾਨੂੰ ਸਵਾਸ ਦਿੱਤੇ ਨੇ, ਸਾਹ ਦਿੱਤੇ ਨੇ, ਅਸੀਂ ਸਾਹ ਲੈ ਰਹੇ ਹਾਂ, ਉਹ ਗਿਣਤੀ ਦੇ ਨੇ। ਜਦੋਂ ਸਾਹ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਆ ਸੱਜਣਾ। ਜਦੋਂ ਇੱਕ ਵਾਰੀ ਸਾਹ ਨਿਕਲ ਗਿਆ ਨਾ ਫਿਰ ਵਾਪਸ ਨਹੀਂ ਆਉਂਦਾ। ਸੋ ਜਿੰਨਾ ਚਿਰ ਸਾਹ ਆਉਂਦਾ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ। 184 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਈਂਦਾ। 184 ਜੂਨ ਸਵਾਈ ਵੀ ਇਹ ਲੱਖਾਂ ਜੂਨੀਆਂ ਤੋਂ ਬਾਅਦ ਸਾਨੂੰ ਇਹ ਸਰੀਰ ਮਿਲਿਆ। ਇਹ ਸਰੀਰ ਜਿਹੜਾ ਮਿਲਿਆ ਇਹ ਪੌੜੀ ਦਾ ਆਖਰੀ ਟੰਬਾ ਹੈ। ਜੇ ਮਿਹਨਤ ਕਰਾਂਗੇ ਛੱਤ ਤੇ ਚੜ ਜਾਾਂਗੇ, ਨਹੀਂ ਪਟਕ ਦੇਣੇ ਆ ਕੇ ਸਿੱਧਾ ਫੇਰ ਉਹੀ ਗੰਦੀ ਨਾਲੀ ਦੇ ਕੀੜੇ ਬੰਨੇ ਜਿਹੋ ਜਿਹੇ ਕਰਮ ਪੁੱਠੇ ਸਿੱਧੇ ਕਰਦੇ ਆ। ਕੋਈ ਸੂਰ ਦੀ ਜੂਨ 'ਚ ਪੈ ਜੂ, ਕੋਈ ਕੁੱਤੇ ਦੀ ਜੂਨ 'ਚ ਪੈ ਜੂ, ਕੋਈ ਇੱਲ ਦੀ ਜੂਨ 'ਚ, ਕੋਈ ਮੱਖੀ ਦੀ ਪੈ ਜੂ, ਕੋਈ ਕੀੜੀ 'ਚ ਪੈ ਜੂ, ਕੋਈ ਮਕੌੜੇ 'ਚ ਪੈ ਜੂਗੀ। ਕੋਈ ਗਰੰਟੀ ਨਹੀਂ ਤੁਸੀਂ ਮੁੜ ਕੇ ਮਨੁੱਖ ਬਣ ਜਾਓ। ਜੇ ਮਨੁੱਖ ਬਣਨਾ ਤਾਂ ਅਗਲਾ ਸਟੈਪ ਲਓ। ਤੇ ਜੇ ਬਹੁਤ ਚੰਗੇ ਕੰਮ ਕਰਦੇ ਹੋ ਸਕਦਾ ਮਿਲ ਜੇ, ਪਰ ਬਾਹਰਲੇ ਬੰਦਿਆਂ ਨੂੰ ਅਸੀਂ ਕੰਮ ਜੇ ਵੇਚਣਾ ਹੀ ਚਿੱਟਾ, ਜੇ ਦੇਖੋ ਨਾ ਕੰਮ ਅਸੀਂ ਕੋਈ ਹੋਰ ਕਰਨਾ, ਕੰਮ ਫਰਨੀਚਰ ਦਾ ਵੇਚਣਾ ਚਿੱਟਾ, ਪੁਲਿਸ ਫੜ ਕੇ ਲੈ ਜਾਂਦੀ ਹੈ।
ਹਾਂਜੀ, ਉਹ ਅਖਬਾਰ ਦੇ ਵਿੱਚ ਖਬਰ ਆਉਂਦੀ, ਅਗਲਾ ਕਹਿੰਦਾ ਭਾਈ ਸਾਹਿਬ ਬੜੇ ਗੁਰਸਿੱਖ ਸੀਗੇ ਜੀ, ਬੜੀ ਵਧੀਆ ਰੱਖਦੇ ਸੀਗੇ, ਕਿਰਪਾਨ ਵੀ ਪਾਈ ਜੀ, ਸਭ ਕੁਝ ਪਾਈ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਇਹੋ ਜਿਹੇ ਗੰਦੇ ਬੰਦੇ, ਜਿਵੇਂ ਕਹਿੰਦਾ ਇੱਕ ਜਿਹੜੀ ਮਛਲੀ ਹੁੰਦੀ ਹੈ ਸਾਰੇ ਸਮੁੰਦਰ ਦੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ। ਸੋ ਕੰਮ ਅਸੀਂ ਉੱਪਰੋਂ ਕੀ ਹੈ, ਉੱਪਰੋਂ ਅਸੀਂ ਮਾਲਾ ਪਾਈ ਆ, ਕੰਮ ਅਸੀਂ ਪੁੱਠੇ ਕਰਦੇ ਹਾਂ। ਹਾਂਜੀ, ਉਧਰੋਂ ਰਾਮ 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 ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕੰਮ ਅਸੀਂ ਪੁੱਠੇ ਸਿੱਧੇ ਕਰੀ ਜਾਂਦੇ ਹਾਂ। ਰਾਤ ਨੂੰ ਪੁਲਿਸ ਵਾਲਿਆਂ ਨੂੰ ਪੁੱਛ ਕੇ ਦੇ ਲਓ, ਸਾਡੇ ਗਵਾਂਢ 'ਚ ਉਹ ਦੱਸਦੇ ਨੇ ਵੀ 2:30 ਵਜੇ ਜਦੋਂ ਕੁੜੀਆਂ ਕਾਲ ਕਰਦੀਆਂ ਵੀ ਆਹ ਦੇਖੋ ਜੀ ਕੀ ਪੁੱਠੇ ਸਿੱਧੇ ਕੰਮ ਕਰਦੇ, ਫਿਰ ਰਿਕਾਰਡ ਬਣਦਾ ਆਪਣਾ। ਸੋ ਕੰਮ ਸੋਚ ਕੇ ਕਰੋ ਵੀ ਸਾਨੂੰ ਦੇਖਣ ਵਾਲਾ ਸਾਡੇ ਅੰਦਰ ਬੈਠੇ। ਇਸ ਕਰਕੇ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾ ਆਈ ਬੀ ਸਿੰਗਲ दाई होल बॉडी शैल बी फुल ऑफ लाइट। कि सानू कोशिश करके जिहड़ियां अखां दे विचाले जे अपनी कॉन्सनट्रेशन कर लीए ना, औखी गल नहीं। कई लोगों को भुलेखा भी ये तां जी जिहड़े लंबे वाल रखते हैं जां चिट्टे कपड़े पाउंदे ने, भगवे पाउंदे ने, टिक्के लाउंदे ने, उही संत हो सकदे ने। क्यों जी? ਜਿਹੜਾ ਸਕੂਲ 'ਚ MBBS ਕਰਕੇ ਆਉਂਦਾ ਹੈ, ਕੋਈ MD ਕਰਕੇ ਆਉਂਦਾ ਹੈ, ਜਾਂ ਕੋਈ IT ਦਾ ਬਣਦਾ, ਕੋਈ ਵਕੀਲ ਬਣਦਾ ਹੈ, ਉਹਦੇ 'ਚ ਇੱਕ ਖਾਸੀਅਤ ਹੁੰਦੀ ਹੈ ਵੀ ਜੇ ਆਹੀ ਪਹਿਰਾਵਾ ਪਾਊ ਤਾਂ ਹੀ ਇਹਨੂੰ MD ਦੀ ਡਿਗਰੀ ਮਿਲੀ ਹੈ, ਜੇ ਆਹੀ ਪਹਿਰਾਵਾ ਪਾਊ ਤਾਂ ਹੀ ਵਕੀਲ ਬਣਨਾ। ਜਿਹਨੇ ਵੀ ਮਿਹਨਤ ਕਰਕੇ ਟੀਚਰ ਦਾ ਗਿਆਨ ਲੈ ਕੇ ਆਪ ਪ੍ਰੈਕਟੀਕਲ ਮਿਹਨਤ ਕੀਤੀ ਉਹ ਬਣ ਜਾਂਦਾ। ਚਾਹੇ ਪੀਲੇ ਪਾਓ, ਜੇ ਚਿੱਟੇ ਪਾਓ, ਜੇ ਕਾਲੇ ਪਾਓ, ਲੰਬੇ ਵਾਲ ਰੱਖੋ, ਛੋਟੇ ਰੱਖੋ, ਗੰਜੇ ਹੋਵੋ, ਜਿਸ ਤਰ੍ਹਾਂ ਦੀ ਮਰਜ਼ੀ ਰੱਖੋ, ਉਹਦੀ ਕੁਆਲਿਟੀ, ਉਹਦੇ ਗੁਣ ਨੇ। ਕਦੇ ਆਪਾਂ ਟੀਚਰ ਜਦੋਂ ਸਕੂਲ 'ਚ ਜਾਂਦੇ ਹਾਂ, ਕਦੇ ਕਿਹਾ ਵੀ ਜਿੰਨਾ ਚਿਰ ਇਹ ਪੱਗ ਨਹੀਂ ਬੰਨ੍ਹਦਾ ਮੈਂ ਨਹੀਂ ਇਹਦੇ ਕੋਲ ਗਿਆਨ ਲੈਣਾ, ਜਾਂ ਜਿੰਨਾ ਚਿਰ ਟਿੱਕਾ ਨਹੀਂ ਲਾਉਂਦਾ ਮੈਂ ਨਹੀਂ ਗਿਆਨ ਲੈਣਾ। ਟੀਚਰ ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਮੋਟਾ ਵੀ ਹੋ ਸਕਦਾ, ਪਤਲਾ ਵੀ ਹੋ ਸਕਦਾ, ਲੰਬਾ ਵੀ ਹੋ ਸਕਦਾ, ਛੋਟਾ ਵੀ ਹੋ ਸਕਦਾ। ਉਹਦੇ ਕੋਲ ਗਿਆਨ ਆ, ਜਿਹਦੇ ਕੋਲ ਗਿਆਨ ਅਸੀਂ ਫਾਇਦਾ ਲੈ ਲੈਂਦੇ। ਸੋ ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਮਿਹਨਤ ਕਰਦਾ ਉਹ ਤੋਂ ਸਾਨੂੰ ਫਾਇਦਾ ਲੈਣ ਦੀ ਲੋੜ ਹੈ। ਸਾਨੂੰ ਲੋਕਾਂ ਨੂੰ ਭੁਲੇਖਾ ਪਹਿਰਾਵੇ ਤੋਂ ਅਸੀਂ ਜੱਜ ਕਰਦੇ ਹਾਂ। ਸੋ ਜਿਹੜੀ ਸਪਿਰਚੁਅਲਿਟੀ ਡਜ਼ਨਟ ਲਾਈਜ਼ ਔਨ ਯੂਅਰ ਕਲੋਥਸ, ਕੱਪੜਿਆਂ ਦੇ ਉੱਤੇ ਬੇਸ ਨਹੀਂ ਹੈ, ਪਹਿਰਾਵੇ ਦੇ ਉੱਤੇ ਬੇਸ ਨਹੀਂ ਹੈ, ਉਹਦੀ ਹਾਈਟ ਦੇ ਉੱਤੇ ਬੇਸ ਨਹੀਂ। ਇਟਸ ਨੋਨ ਬਾਈ ਦ ਐਕਸ਼ਨ। ਕੀ ਕੰਮ ਕਰਦੇ ਹੋ ਤੁਸੀਂ? ਜਦੋਂ ਅਸੀਂ ਐਕਸ਼ਨ ਕਰਦੇ ਹਾਂ, ਮਿਹਨਤ ਕੀਤੀ ਹੁੰਦੀ ਹੈ, ਉਹ ਫਿਰ ਆਟੋਮੈਟਿਕਲੀ ਤੁਹਾਡਾ ਨਜ਼ਰੀਆ ਸੋਚਣ ਦਾ ਉਹੋ ਜਿਹਾ ਹੋ ਜਾਂਦਾ। ਤੁਸੀਂ ਜੇ ਦੇਖੋ ਲੋਕਾਂ ਨੂੰ ਧਰਮ ਦੇ ਵਿੱਚ ਇਹੀ ਪ੍ਰੋਬਲਮ ਹੈ, ABC ਪਤਾ ਹੁੰਦੀ ਹੈ, ਉਹ ਪੂਰੇ ਤੌਰ 'ਤੇ ਸੋਚਦਾ ਕਿ ਮੈਨੂੰ ਸਾਰਾ ਕੁਝ ਪਤਾ ਨਾ, ਤਾਂ ਉਹਨੇ ਖੁਦ ਮਿਹਨਤ ਕੀਤੀ ਹੁੰਦੀ ਹੈ। ਥੋੜ੍ਹੀ ਜਿਹੀ ਮਿਹਨਤ ਵੀ ਕਰਦੇ ਨੇ, ਜੋਤ ਬੱਤੀ ਜਲਾਉਂਦੇ ਨੇ, ਸਭ ਕੁਝ ਥੋੜ੍ਹੀ ਜਿਹੀ ਮਿਹਨਤ ਕੀਤੀ ਹੈ, ਪਰ ਪੂਰਾ ਉਹਨਾਂ ਨੂੰ ਗਿਆਨ ਨਹੀਂ ਹੋਇਆ। ਜੇ ਸਕੂਲ 'ਚ ਜਾ ਕੇ ਰੋਜ਼ ਹੀ ਗੇੜਾ ਮਾਰਿਆ, ਸਾਡੇ ਫਰੈਂਡ ਨੇ ਮੇਰੇ ਖਿਆਲ ਨਾਰਾਜ਼ ਨਾ ਹੋ ਜਾਣਾ, ਅਮਰੀਕਾ 'ਚ ਨੇ ਮੇਜਰ ਸਿੰਘ ਜੀ। ਸੋ ਉਹ ਮੇਰੇ ਵੱਡੇ ਬ੍ਰਦਰ ਦੇ ਵੀ ਕਲਾਸ ਫੈਲੋ ਸੀ, ਸਾਡੇ ਵੀ ਸੀ, ਅੱਗੇ ਛੋਟੇ ਵੀ ਸੀਗੇ। ਉਹ ਭਾਈ ਸਾਹਿਬ ਜੇ ਪੂਰੀ ਮਿਹਨਤ ਕਰੋਗੇ ਤਾਂ ਅਗਲੀ ਡਿਗਰੀ 'ਚ ਜਾਓਗੇ, ਜੇ ਮਿਹਨਤ ਨਹੀਂ ਪੂਰੀ ਕੀਤੀ ਤਾਂ ਫਿਰ ਉੱਥੇ ਤੋਂ ਉੱਥੇ ਬੈਠੇ ਰਹੋਗੇ। ਤਾਂ ਠੀਕ ਹੈ ਵੀ SD ਕਾਲਜ ਦੇ ਅਸੀਂ 10 ਸਾਲ ਦੇ ਬਾਬੇ ਹਾਂ। ਹਾਂਜੀ, ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਧੂਫ ਬੱਤੀ ਬਾਲੀ ਜਾਂਦੇ ਆ, ਉੱਧਰ ਬਾਲੀ ਜਾਂਦੇ ਆ, ਅਤੇ ਦਿਨ 'ਚ ਜੇ 5 ਮਿੰਟ ਰੱਬ ਦਾ ਨਾਮ ਲਿਆ ਅਤੇ 15 ਮਿੰਟ ਪੁੱਠੇ ਕੰਮ ਕੀਤੇ, ਦੁਕਾਨ 'ਤੇ ਉੱਥੇ ਠੱਗੀਆਂ ਠੋਰੀਆਂ ਕੀਤੀਆਂ, ਦੂਜੇ ਇਹਨਾਂ ਪਿੱਛੋਂ ਨਿੰਦਿਆ ਚੁਗਲੀ ਕੀਤੀ, ਕਿਸੇ ਬਾਰੇ 2 ਚੰਗੇ ਸ਼ਬਦ ਕਹਿਣ ਦਾ ਮਤਲਬ ਹੀ ਨਹੀਂ, ਕਿਉਂਕਿ ਦਿਮਾਗ 'ਚ ਈਗੋ ਹੈ ਕਿ ਮੈਂ ਤਾਂ ਡਾਕਟਰ ਬਣ ਗਿਆ ਜੀ। ਇਹ ਡਾਕਟਰ ਦੇ ਕਿਤੇ ਫੁੱਲ ਚੜੀਆਂ ਲੱਗੀਆਂ ਹੋਈਆਂ। ਡਾਕਟਰ ਕੀ ਚੀਜ਼ ਹੈ? ਜੇ ਉਹਨੂੰ ਕੋਈ ਘਰ ਦੀ ਟੂਟੀ ਖਰਾਬ ਹੋ ਜੇ ਅਤੇ ਫਿਰ ਉਹਨੂੰ ਕਹਿ ਵੀ ਕਰ, ਫਿਰ ਬੁਲਾਊਗਾ ਨਾ ਪਲੰਬਰ ਨੂੰ, ਉਹ ਵੀ ਡਾਕਟਰ ਉਸ ਵੇਲੇ ਮੌਕੇ ਦਾ। ਜੇ ਕਿਤੇ ਕੋਈ ਲੋੜ ਪੈ ਗਈ ਕਿਸੇ ਨੂੰ ਰਾਤ ਨੂੰ ਛੱਤ 'ਚ ਹੋ ਗਈ, ਫਿਰ ਬੁਲਾਓਗੇ ਨਾ ਕੰਸਟਰਕਸ਼ਨ ਵਾਲੇ ਨੂੰ, ਮੇਰੀ ਛੱਤ 'ਚ ਹੋ ਗਈ, ਉਹ ਫਿਰ ਆਪ ਨਹੀਂ ਡਾਕਟਰ ਉੱਥੇ ਕੁਝ ਕਰਦਾ। ਸੋ ਹਰ ਬੰਦਾ, ਪਰਮਾਤਮਾ ਨੇ ਹਰ ਬੰਦੇ ਨੂੰ ਆਪਣਾ ਆਪਣਾ ਫੀਲਡ ਦਿੱਤਾ ਹੈ, ਹਰ ਬੰਦੇ ਦੀ ਆਪਣੇ ਆਪਣੇ ਫੀਲਡ ਦੇ ਵਿੱਚ ਇੰਪੋਰਟੈਂਸ ਹੈ। ਸੋ ਇਸ ਕਰਕੇ ਨਾਲੇ ਮੋਰ ਓਵਰ ਬਣਾਏ ਸਾਰੇ ਪਰਮਾਤਮਾ ਨੇ, ਅਤੇ ਫਿਰ ਅਸੀਂ ਕਿਸੇ ਨੂੰ ਉੱਚਾ ਜਾਂ ਨੀਵਾਂ ਕਿਉਂ ਕਹਿੰਦੇ, ਆਪਣੇ ਆਪ ਨੂੰ ਉੱਚਾ ਚੌਧਰੀ ਕਿਉਂ ਸਮਝਦੇ ਹਰ ਗੱਲ ਦੇ ਵਿੱਚ? ਚੌਧਰ ਕਿਤੇ ਰਹਿਣੀ ਹੈ, ਜਦੋਂ ਮਿੱਟੀ 'ਚ ਮਿਲ ਕੇ ਚੌਧਰਾਂ ਆਈਆਂ ਤਾਂ ਇੱਥੇ ਰੁਲ ਜਾਂਦੀਆਂ। ਤੁਸੀਂ ਲੋਕਾਂ ਦੀ ਰਿਸਪੈਕਟ ਕਰਨ ਲਈ ਆਪਣੇ ਆਪ 'ਚ ਹਲੀਮੀ ਪੈਦਾ ਕਰੋ। ਜਿਸ ਤਰ੍ਹਾਂ ਕਿ ਪੈਟਰਿਕ ਬਰਾਊਨ ਨੇ ਵੀ ਕਿਹਾ, ਹੁਣ ਦੇਖੋ ਨਾ ਆਇਆ, ਕਹਿੰਦਾ ਮੈਨੂੰ ਦੱਸੋ ਕੋਈ ਗੱਲ, ਜੋ ਵੀ ਗੱਲ ਆ ਮੈਂ ਹਮੇਸ਼ਾ ਸੁਣਨ ਨੂੰ ਤਿਆਰ ਹਾਂ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਦਾ, ਜਦੋਂ ਵੀ ਕਿਤੇ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਦੱਸੀ ਹੈ, ਇਹ ਬੜੇ ਖੜੇ ਮੱਥੇ ਸਵੀਕਾਰ ਕਰਦੇ ਨੇ। ਮੈਨੂੰ ਯਾਦ ਆ ਸਾਡੇ ਜਿਹੜਾ ਪਲਾਜ਼ਾ ਹੈਗਾ ਬ੍ਰੈਮਲੀ ਐਂਡ ਕੰਟਰੀ ਸਾਈਡ ਦੇ ਉੱਤੇ, ਉਹ ਲੈਂਡਲੋਰਡ ਸੀਗਾ, ਉਹਦਾ ਕੋਈ ਦਰਵਾਜ਼ਾ ਨਹੀਂ ਖੁੱਲ੍ਹਿਆ, ਗਾਰਬੇਜ ਜਿਹੜਾ ਡੋਰ ਹੁੰਦਾ ਉੱਥੇ ਲੋਕਾਂ ਨੇ, ਪੀਜ਼ੇ ਵਾਲੇ ਨੇ, ਹੋਰ ਵੀ ਨੇ, ਕਿੰਨੇ ਸਟੋਰ ਨੇ, ਸਭ ਗਾਰਬੇਜ ਬੈਗ ਬਲੈਕ ਕਰਕੇ ਢੇਰਾਂ ਦੇ ਢੇਰ ਲਾਤੇ। ਮੇਰੇ ਖਿਆਲ 600-700 ਸੀਗੇ। ਉੱਧਰੋਂ ਕੁੱਤਿਆਂ ਨੂੰ ਮੌਜ ਲੱਗ ਗਈ। ਵੈਸੇ ਕੁੱਤੇ ਆਮ ਤਾਂ ਇੱਥੇ ਸੜਕ 'ਤੇ ਫਿਰਦੇ ਨਹੀਂ, ਪਰ ਜਿਹੜਾ ਵੀ ਸੀ ਉਹਨੂੰ ਮੌਜ ਲੱਗ ਗਈ, ਉਹਨੇ ਪਾੜ ਕੇ ਖਾਣਾ ਸ਼ੁਰੂ ਕਰਤਾ। ਉਹ ਬਦਬੂ ਆ ਗਈ ਪੇਸ਼ੈਂਟਾਂ ਨੂੰ। ਬਥੇਰੀ ਕਿਹਾ ਰਿਕੁਐਸਟ ਕੀਤੀ, ਲੈਂਡਲਾਰਡ ਨੂੰ ਨਹੀਂ ਮੰਨਿਆ। ਆ ਪੈਟਰਿਕ ਬਰਾਊਨ ਨੂੰ ਅਤੇ ਹਰਕੀਰਤ ਸਿੰਘ ਨੂੰ, ਉਸ ਦਿਨ ਦੀਵਾਲੀ ਦਾ ਦਿਨ ਸੀ, ਮੈਨੂੰ ਯਾਦ ਹੈ, ਮੈਂ ਸਵੇਰੇ ਫੋਨ ਕੀਤਾ ਵੀ ਹਾਲੇ ਤੁਸੀਂ ਪੁਰਾਣੇ ਕਾਉਂਸਲਰ ਹੋ, ਆਹ ਸਿਚੁਏਸ਼ਨ ਹੈ। ਮੇਰੇ ਖਿਆਲ ਵਿਦਿਨ 4 to 5 ਆਵਰਸ ਉਹ ਸਿਟੀ ਵਾਲਿਆਂ ਨੇ ਲੈਂਡਲਾਰਡ ਨੂੰ ਕਿਹਾ ਵੀ ਤੈਨੂੰ ਫਾਈਨ ਕਰਾਂਗੇ, ਅਤੇ ਮੈਂ ਦੂਜੇ ਦਿਨ ਦੇਖਣ ਗਿਆ ਵੀ ਹੈਗਾ ਕਿ ਨਹੀਂ, ਅਤੇ ਮੈਨੂੰ ਸਾਡੇ ਸਟਾਫ ਨੇ ਦੱਸਿਆ ਜੀ ਉਹ ਤਾਂ ਰਾਤ ਨੂੰ 3-4 ਟਰੱਕ ਲੱਗੇ ਜੀ, ਫਟਾਫਟ ਚੱਕ ਲਿਆ। ਉਹ ਡੰਡੇ ਨਾਲ ਕੰਮ ਕੀਤਾ। ਜੇ ਪਹਿਲਾਂ ਕਰ ਦਿੰਦੇ, ਨਾ ਕਿਸੇ ਨੂੰ ਸ਼ਿਕਾਇਤ ਕਰਨ ਦੀ ਲੋੜ ਸੀ, ਨਾ ਕਿਸੇ ਨੂੰ ਹੋਰ ਸੀ। ਸੋ ਇਸ ਕਰਕੇ ਸਾਨੂੰ ਬੰਦੇ ਦੇ ਪੁੱਤਰ ਬਣਨ ਦੀ ਲੋੜ ਹੈ। ਜਦੋਂ ਅਸੀਂ ਬਾਹਲੀਆਂ ਚਲਾਕੀਆਂ ਜੀ ਆਪਣੇ ਆਪ ਨੂੰ ਕਰਕੇ ਓਵਰ ਸਮਾਰਟ ਬਣ ਕੇ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਵੀ ਗੋਡੇ ਹੱਥ ਲਾ ਤੇ ਗਿੱਟੇ ਲਾ ਤੇ ਇੱਧਰ ਦਿੱਤਾ ਉੱਧਰ ਦਿੱਤਾ, ਮਨ ਅੰਦਰੋਂ ਸਾਫ਼ ਰੱਖੋ। ਜਿਹੜਾ ਬੰਦਾ ਮਨ ਅੰਦਰੋਂ ਸਾਫ਼ ਰੱਖਦਾ, ਆਪਣੀ ਉਮਰ ਦੇ ਤਕਾਜ਼ੇ ਨਾਲ ਵੱਡੇ ਦੀ
ਇੱਜ਼ਤ ਕਰਦਾ, ਦਿਲੋਂ ਕਰਦਾ, ਇਹ ਨਹੀਂ ਪਰਪਸ ਨਾਲ, ਉਹ ਬੰਦਾ ਹਮੇਸ਼ਾ ਪਰਮਾਤਮਾ ਉਹਦੇ ਅੰਗ ਸੰਗ ਰਹਿੰਦਾ, ਪਰਮਾਤਮਾ ਉਹਦਾ ਫਾਇਦਾ ਕਰਦਾ। ਇਸੇ ਕਰਕੇ ਤਾਂ ਕਹਿੰਦਾ ਖਸ ਕੇ ਦਾਣੇ ਕੇ ਅੰਦਰ ਸ਼ਹਿਰ ਖੁਦਾ ਕਾ ਬਸਤਾ ਹੈ। ਖਸਖਸ ਦਾ ਦਾਣਾ ਹੁੰਦਾ ਨਾ ਛੋਟਾ ਜਿਹਾ, ਰਾਈ ਦਾ ਦਾਣਾ ਕਹਿ ਲਓ, ਸਰੋਂ ਕਹਿ ਲਓ, ਉਸ ਤਰ੍ਹਾਂ ਦੀ ਖਸਖਸ ਹੁੰਦੀ ਹੈ। ਕਹਿੰਦਾ ਖਸ ਕੇ ਦਾਣੇ ਕੇ ਅੰਦਰ शहर खुदा का बसता है, कष्ट करे नैनों के तिल में, दही तो उसका रस्ता है। अड़ा तिल है अखां दे विचाले, ये अखां दे विच काली जी डिल्ली है, ਉਹਦੇ ਵਿੱਚ ਇੱਕ ਬਰੀਕ ਜੀ ਗਲੀ ਹੈ, ਕਹਿੰਦੇ ਉਹਦੇ ਵਿੱਚ ਜਿਹੜਾ ਰਸਤਾ ਜਾਂਦਾ ਹੈ। ਸੋ ਕਹਿਣ ਦਾ ਮਤਲਬ ਹੈ ਵੀ ਇਹ ਜਿਹੜਾ ਜਿਵੇਂ ਬਾਈਬਲ ਦੇ ਅੰਦਰ ਕਿਹਾ ਨਾ ਵੀ ਜਿਹੜੀ ਹੈਗੀ ਉਹ ਅੱਖਾਂ ਦੇ ਵਿੱਚ ਹਾਥੀ ਨੂੰ ਲੰਘਾਉਣਾ, ਹਾਥੀ ਨੂੰ ਲੰਘਾਉਣ ਦਾ ਮਤਲਬ ਇਹ ਨਹੀਂ ਹਾਥੀ ਸੱਚੀ ਮੁੱਚੀ ਸਿੰਬੋਲਿਕ ਗੱਲ ਕੀਤੀ ਹੈ ਵੀ ਜਿਹੜਾ ਸਾਡਾ ਮਨ ਹੈ ਐਡੀ ਦੂਰ ਖਿਲ ਰਿਹਾ ਵੈ, ਉਹਨੂੰ ਖਿਲੇ ਨੂੰ ਇਸ ਥਰਡ ਆਈ ਦੇ ਉੱਤੇ ਲਿਜਾਣਾ, ਤੇ ਜਦੋਂ ਅੰਦਰ ਚਲਿਆ ਗਿਆ ਨਾ ਘੇਰ ਘੂਰ ਕੇ, ਤੇ ਫਿਰ ਸਾਨੂੰ ਜੋ ਨਜ਼ਾਰੇ ਆਉਂਦੇ ਨੇ ਉਹ 'ਚ ਫਿਰ ਸਾਨੂੰ ਪੀਲੇ ਕੱਪੜੇ, ਚਿੱਟੇ ਕੱਪੜੇ, ਲੰਬੀ ਦਾੜੀ, ਪੂਮਾ ਦੇ ਕੋਟ, 2-4 ਹਜ਼ਾਰ ਬੰਦੇ ਸੇਵਕ ਇੱਧਰ ਉੱਧਰ ਸੇਵਾ ਤੇ ਭਜਾਈ ਫਿਰਨਾ, ਇਹਦਾ ਕੋਈ ਫਾਇਦਾ ਨਹੀਂ। ਜਿਹੜੇ ਬੰਦੇ ਨੇ ਅੰਦਰੋਂ ਕਰ ਲਈ ਉਹ ਖੁਦ ਰੱਬ ਬਣ ਗਿਆ। ਐਕਚੁਅਲੀ ਐਵਰੀਬਾਡੀ ਇਜ਼ ਅ ਪੋਟੈਂਸ਼ੀਅਲ ਗॉड, ਪਰ ਅਸੀਂ ਕਹਿੰਦੇ ਸੇਵਾ 'ਚ ਆਨੰਦ ਆਊਗਾ, 4 ਬੰਦੇ ਉਹਦੇ ਚੁਗਲੀਆਂ ਕਰਕੇ ਉਹਨੇ ਉਹ ਕਰਕੇ ਆਨੰਦ ਉਦੋਂ ਆਊਗਾ। ਭਾਈ ਸਾਹਿਬ ਜੇ ਫਾਇਦਾ ਲੈਣਾ ਨਾ ਅੰਦਰ ਮਿਹਨਤ ਕਰੋ, ਫਿਰ ਮੇਰੇ ਨਾਲ ਗੱਲ ਕਰੋ। ਜੇ ਅੰਦਰ ਮਿਹਨਤ ਕਰੋਗੇ ਨਾ ਤੇ ਜੋ ਤੁਹਾਨੂੰ ਨਜ਼ਾਰੇ ਆਉਣਗੇ ਉਹ ਫਿਰ ਜਿਹੜੇ ਆ ਉਹਦੇ ਕੋਈ ਵੀ ਉਹਦਾ ਕੋਈ ਸਬਸਟੀਟਿਊਟ ਨਹੀਂ ਹੈ। ਫਿਰ ਉਹ ਚੁੱਪ ਰਹਿੰਦਾ, ਉਹਨੂੰ ਲੋੜ ਨਹੀਂ ਪੈਂਦੀ ਵੀ 100 ਬੰਦਾ ਕਿੱਥੇ ਜਾਂਦਾ, 50 ਬੰਦੇ ਕਿੱਥੇ ਜਾਂਦੇ ਨੇ, ਅਸੀਂ ਐਵੇਂ ਪਰਪਸ ਨਾਲ ਜਾਂਦੇ ਹਾਂ। ਬਾਹਲੇ ਬੰਦੇ ਤਾਂ ਜਿਹੜੇ ਸੇਵਾ ਤੇ ਜਾਂਦੇ ਨੇ ਜਾਂ ਕਿਸੇ ਵੀ ਸੇਵਾ ਤੇ, ਮੈਂ ਕਿਸੇ ਪਾਰਟੀਕੂਲਰ ਤਾਂ ਨਹੀਂ ਕਹਿੰਦਾ, ਜਿੱਥੇ ਵੀ ਜਾਂਦੇ ਨੇ ਉਹਨਾਂ ਦਾ ਬਿਜ਼ਨਸ ਪਰਪਸ ਹੁੰਦਾ, ਉੱਥੇ ਜਾ ਕੇ ਕਾਰਡ ਫੜਾਉਂਦੇ ਨੇ, ਮੈਂ ਤਾਂ ਆਹ ਕੰਮ ਕਰਦਾ, ਉਹ ਕਰਦਾ। ਉਹਨੂੰ ਚਲੋ ਹੈਲਪ ਕਰੋ, ਵਧੀਆ ਗੱਲ ਹੈ, ਪਰ ਹੈਲਪ ਨਹੀਂ ਲੁੱਟਦੇ ਆ। ਜਿਹੜੇ ਲੁੱਟਦੇ ਨੇ ਫਿਰ ਅਖੀਰ 'ਚ ਮਿੱਟੀ ਤਾਂ ਬਣਨਾ ਹੀ ਹੈ। ਫਿਰ ਗੱਲਾਂ ਉਹ ਵੀ ਯਾਦ ਰਹਿਣਗੇ, ਮੈਨੂੰ ਭਾਈ ਸਾਹਿਬ ਬੰਦਾ ਉਹ ਤਾਂ ਚੰਗਾ ਸੀ ਪਰ ਬੰਦਾ ਯਾਰ ਠੱਗੀ ਠੁੱਗੀ ਕਰ ਲਾਂਦਾ, ਝੂਠ ਫਰੇ ਮਾਰਦਾ ਹੀ, ਮੈਨੂੰ ਆਹ ਕਰ ਲਿਆ, ਮੈਨੂੰ ਉਹ ਕਰ ਲਿਆ, ਉਹ ਗੱਲਾਂ ਹੀ ਤੁਹਾਡੀਆਂ ਯਾਦ ਰਹਿਣਗੀਆਂ ਹੇਰਾ ਫੇਰੀ ਦੀਆਂ। ਸੋ ਚੰਗੇ ਕੰਮ ਕਰੋ, ਨੇਕ ਕੰਮ ਕਰੋ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋ, ਅੰਦਰ ਝਾਤੀ ਮਾਰੋ, ਰਾਤ ਨੂੰ ਸੌਣ ਲੱਗੇ 1-2 ਮਿੰਟ ਜ਼ਰੂਰ ਬੈਠੋ। ਦੇਖੋ ਮੈਂ ਸਾਰੇ ਦਿਨ ਦੇ ਵਿੱਚ ਵੀ ਉਹ ਭਾਈ ਸਾਹਿਬ ਸੀਗੇ, ਉਹਦੇ ਨਾਲ ਮੈਂ ਕੀ ਯਾਰ ਐਵੇਂ ਘਰੇ ਆਈ ਨਾ ਬੇਇੱਜ਼ਤੀ ਜੀ ਕਰਤੀ, ਮੈਂ ਇਹਦੇ ਨਾਲ ਝੂਠ ਜਿਹਾ ਬੋਲਿਆ, ਮੈਂ ਇਹਦਾ ਕੰਮ ਨਹੀਂ ਕੀਤਾ, ਮੈਂ ਇਹਨੂੰ ਉੱਚਾ ਨੀਵਾਂ ਬੋਲ ਲਿਆ। ਉਹਦਾ ਜੇ ਤੁਸੀਂ ਪਰਮਾਤਮਾ ਕੋਲੋਂ ਵੀ ਪਛਤਾਵਾ ਕਰੋ ਵੀ ਅੱਗੇ ਤੋਂ ਮੈਂ ਨਹੀਂ ਕਰਨਾ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹ ਸਾਡੀ ਲਾਈਫ ਦੇ ਵਿੱਚ ਸੁਧਾਰ ਹੁੰਦਾ। ਮੇਰੇ ਖਿਆਲ ਟਾਈਮ ਆਪਣਾ ਹੁਣ 2 ਮਿੰਟ ਨੇ। ਸੋ ਨੈਕਸਟ ਵੀਕ ਜਿਵੇਂ ਮੈਂ ਦੱਸਿਆ ਸੀ ਕਿ ਅਮਨਜੀਤ ਸਹੋਤਾ ਕਿਸੇ ਮੈਨੂੰ, ਕਿਉਂਕਿ ਮੇਰੇ ਕੋਲ ਸਾਹਮਣੇ ਪੇਪਰ ਨਹੀਂ ਹੈ, ਉਹ ਕਿਸੇ ਆਪਾਂ ਸਪਿਰਚੁਅਲਿਟੀ 'ਤੇ ਗੱਲ ਕਰਾਂਗੇ। ਉਹ ਮੈਨੂੰ ਕਹਿ ਰਹੇ ਸੀਗੇ ਵੀ ਮੈਂ ਗੱਲ ਕਰਾਂਗਾ ਕਿ ਆਪਣੀ ਲਾਈਫ ਨੂੰ ਆਪਾਂ ਕਿਵੇਂ ਵਧੀਆ ਬਣਾ ਸਕਦੇ ਹਾਂ, ਉਹਦੇ ਉੱਤੇ ਆਪਾਂ ਲਾਈਵ ਗੱਲ ਕਰਾਂਗੇ। ਜੇ ਤੁਸੀਂ ਕੋਈ ਕੁਐਸਚਨ ਵੀ ਪੁੱਛਣਾ ਹੋਵੇ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਆਸਕ। ਸਟੂਡੀਓ ਦਾ ਨੰਬਰ ਹੈਗਾ 4166201778। ਨੈਕਸਟ ਵੀਕ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਰੂਹਾਨੀਅਤ ਦਾ ਟੌਪਿਕ ਚੱਲੂਗਾ। ਉਸ ਤੋਂ ਬਾਅਦ ਆਪਾਂ ਡਾਕਟਰ ਅੰਕੁਸ਼ ਨੂੰ ਲੈ ਕੇ ਆਇਆ ਕਰਾਂਗੇ। ਫਿਰ ਹੈਲਥ ਇਸ਼ੂ ਜੋ ਵੀ ਤੁਹਾਡੇ ਕੰਪਲੀਕੇਟਡ ਇਸ਼ੂ ਹੁੰਦੇ ਨੇ, ਉਹ ਕਹਿੰਦੇ ਟੌਪਿਕ ਨਹੀਂ ਰੱਖਣਾ, ਜਿਹੜੇ ਮਰਜ਼ੀ ਟੌਪਿਕ ਤੇ ਤੁਸੀਂ ਸਵਾਲ ਪੁੱਛੋ ਤਾਂ ਪੁੱਛੋ ਵਧੀਆ ਲੈਂਗੁਏਜ, ਨਹੀਂ ਪੁੱਛੋਗੇ ਮੈਂ ਡਿਸਕਨੈਕਟ ਕਰ ਦੂੰ। ਮੇਰੀ ਤਾਂ ਸਿੱਧੀ ਗੱਲ ਹੈ, ਮੈਂ ਕਿਹੜਾ ਕੋਈ ਐਡਵਰਟਾਈਜ਼ਮੈਂਟ ਕਰਦਾ, ਮੈਂ ਵਧੀਆ ਬੋਲਦਾ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਸਾਡੇ ਨਾਲ ਵਧੀਆ ਬੋਲੋ। ਗੱਲ ਤਾਂ ਇੰਨੀ ਕੁ ਫਾਰਮੂਲਾ ਸਿੱਧਾ ਹੈ। ਧੌਂਸ ਧੂੰਸ ਵਾਲਾ ਸਾਡੇ ਕੋਲ ਕੰਮ ਨਹੀਂ, ਜ਼ਿੰਦਗੀ ਮਿਲੀ ਹੈ 2 ਪੈਰ ਘੱਟ ਚੱਲਣਾ ਪਰ ਚੱਲਣਾ ਮਟਕ ਦੇ ਨਾਲ। ਆਲੇ ਦੀ ਇੱਜ਼ਤ ਕਰਦੇ ਹਾਂ ਤੇ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਸਾਡੀ ਵਾਲਾ ਇੱਜ਼ਤ ਕਰੇ। ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੀ। ਸੋ ਅਗਲੇ ਵੀਕ ਆਪਾਂ ਗੱਲਬਾਤ ਕਰਾਂਗੇ। ਅਮਨ ਜਿਹੜੇ ਨੇ ਦੀਪ ਸੋਤਾ ਉਹ ਆਉਣਗੇ ਤੇ ਜੇ ਉਹ ਆ ਗਏ, ਬਾਕੀ ਆਪਣੀ ਪਲੈਨਿੰਗ ਹੈ, ਹੋਤਾ ਵਹੀ ਜੋ ਮਨਜ਼ੂਰ ਹੈ ਖੁਦਾ ਹੋਤਾ। ਆਪਾਂ ਤਾਂ ਆਪਣੀ ਪਲੈਨਿੰਗ ਬਣਾਉਣੀ ਹੈ, ਪਰ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਹੋਣਾ। ਸੋ ਜੇ ਉਹ ਆਏ ਤਾਂ ਆਪਾਂ ਰੂਹਾਨੀਅਤ ਦੀ ਗੱਲਬਾਤ ਕਰਾਂਗੇ। ਸੋ ਉਹਨਾਂ ਚਿਰ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮੈਂ ਸੌਰੀ ਕਰਦਾ, ਦਿਲੋਂ ਸੌਰੀ ਕਰਦਾ, ਕਿਉਂਕਿ ਜਦੋਂ ਲਾਈਵ ਕਰਦੇ ਆ ਨਾ ਜੀ ਉਦੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ, ਸਲਿਪ ਆਫ ਟੰਗ ਹੋ ਜਾਂਦਾ। ਪਰ ਮੇਰੀ ਨਾਲ ਇੱਕ ਬੇਨਤੀ ਹੈ, ਤੁਸੀਂ ਮਾੜਾ ਮੋਟਾ ਸ਼ੇਅਰ ਹੀ ਕਰ ਦਿਆ ਕਰੋ ਕਿਸੇ ਨੂੰ, ਕੋਈ ਘੱਸਦਾ ਤੁਹਾਡਾ। ਅਸੀਂ ਇੰਨੇ ਛੋਟੇ ਜਿਹੇ ਕੋਲੇ ਸਵਾਰਥੀਆਂ, ਇੱਕ ਉਂਗਲ ਨਹੀਂ ਦੱਬਦੇ ਵੀ ਕਿਸੇ ਨੂੰ ਹੋਰ ਨਾ ਮੈਸੇਜ ਪਹੁੰਚ ਜੇ ਕਿਸੇ ਦੀ ਮੌਤ ਵੀ ਹੋ ਜੇ, ਮਰਗ ਵੀ ਹੋ ਜੇ, ਡੈਥ ਵੀ ਹੋ ਜੇ, ਕਿਸੇ ਨੂੰ ਦੱਸਦੇ ਨਹੀਂ। ਉਹਦੇ ਘਰ 4 ਬੰਦੇ ਇਕੱਠੇ ਹੋਣੇ, ਸਾਡੇ ਸੇਵਾ ਦੇ ਉੱਤੇ ਬੜਾ ਪੰਗਾ ਦੇਖਿਆ ਵਾ, ਮਤਲਬ ਹੀ ਨਹੀਂ ਦੱਸਦਾ। ਇਹ ਛੋਟੀਆਂ ਗੱਲਾਂ ਫੇਰ ਕਹਿੰਦੇ ਅਸੀਂ ਰੱਬ ਨੂੰ ਲੱਭ ਲਾਂਗੇ। ਰੱਬ ਨੂੰ ਤੁਸੀਂ ਕਿੱਥੋਂ ਲੱਭ ਲਓਗੇ? ਤੁਸੀਂ ਤਾਂ ਬੰਦੇ ਨੂੰ ਨਹੀਂ ਲੱਭ ਸਕਦੇ ਆਪਣੇ ਆਪ ਨੂੰ। ਇਹ ਛੋਟੀਆਂ ਗੱਲਾਂ ਦੇ ਵਿੱਚ ਵੀ ਕੋਈ ਚੰਗਾਪਨ ਕਰਕੇ ਦਿਖਾਇਆ ਕਰੋ ਨਾ, ਤੇ ਜਿਹਦੇ ਨਾਲ ਸਾਨੂੰ ਹੌਲੀ ਹੌਲੀ ਤਰੱਕੀ ਹੋਵੇ। ਤੇ ਪ੍ਰੋਗਰਾਮ ਹੋ ਗਿਆ ਖਤਮ। ਥੈਂਕ ਯੂ।